दोस्तों तुहानू सारिਆਂ ਨੂੰ जी आया और अपने असी इस रंग संघर्ष ਦੀਆਂ ਗੱਲਾਂ अपने रंगमंच एक्सपीरियंस ਦੀਆਂ ਗੱਲਾਂ क्रिएटिव एक्सपीरियंस ਦੀਆਂ ਗੱਲਾਂ क्रिएटिव एक्सप्रैशन ਦੀਆਂ ਗੱਲਾਂ और ਆਪਣੀਆਂ ਸਾਡੀਆਂ ਜਿਹੜੀਆਂ ਜਿਗਿਆਸਾ ਹੈ ਸਾਡੇ रंगमंच ਦੇ ਸੁਪਨੇ ਨੇ ਜਿਹੜੇ ਅਸੀਂ ਉਹਨਾਂ ਬਾਰੇ ਸੰਗੀਤ ਬਾਰੇ ਨ੍ਰਿਤ ਬਾਰੇ ਅਸੀਂ हर रोज ਅਸੀਂ ਆਪਣੀਆਂ ਬਾਤਾਂ ਪਾਉਂਦੇ ਆਪਣੀਆਂ ਗੱਲਾਂ ਕਰਦੇ ਆ ਔਰ ਕਿਸੇ ਵੀ ਜਿਹੜੇ ਸਾਡੇ ਇਸ ਸਫ਼ਰ ਦੇ ਉੱਤੇ ਤੁਰੇ ਹੋਏ ਦੋਸਤ ਨੇ ਉਹਨਾਂ ਦੇ ਨਾਲ ਰੰਗਕਰਮੀਆਂ ਨਾਲ ਕਲਾਕਾਰਾਂ ਦੇ ਨਾਲ ਸੰਗੀਤਕਾਰਾਂ ਨਾਲ ਨ੍ਰਿਤਕਾਰਾਂ ਨਾਲ ਰੰਗਕਰਮੀਆਂ ਨਾਲ ਸਾਰਿਆਂ ਨਾਲ ਅਸੀਂ ਗੱਲਾਂ ਕਰਦੇ ਆ ਸੋ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਗੱਲਾਂ ਦੇ ਵਿੱਚ ਇਤਿਹਾਸ ਹੈ ਇਹਨਾਂ ਗੱਲਾਂ ਵਿੱਚ ਸਾਡਾ ਅੱਜ ਹੈ ਤੇ ਇਹਨਾਂ ਗੱਲਾਂ ਦੇ ਵਿੱਚ ਸਾਡੇ ਆਉਣ ਵਾਲੇ ਕੱਲ ਦੇ ਸੁਪਨੇ ਵੀ ਨੇ ਸੋ ਅਸੀਂ ਉਹਨਾਂ ਸੁਪਨਿਆਂ ਦੀ ਵੀ ਬਾਤ ਪਾਵਾਂਗੇ ਤੇ ਅੱਜ ਇਹਨਾਂ ਗੱਲਾਂ ਦੇ ਵਿੱਚ ਸਾਡੇ ਜਿਹੜੇ ਨਾਲ ਸਾਡੇ ਸਾਥੀ ਸਾਡੇ ਬੜੇ ਪਿਆਰੇ ਮਿੱਤਰ ਡਾਕਟਰ ਨਿਰਮਲ ਜੋੜਾ ਸਾਡੇ ਨਾਲ ਨੇ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਵਾਂ ਨਿਰਮਲ ਜੋੜਾ ਹੋਰਾਂ ਨੂੰ ਔਰ ਇਹ ਕਿਉਂਕਿ ਇਸ ਵੇਲੇ ਇੱਕ ਬਹੁਤ ਹੀ ਜ਼ਿੰਮੇਵਾਰੀ ਵਾਲਾ ਅਹੁਦਾ ਇਹਨਾਂ ਦੇ ਕੋਲ ਹੈ ਵੱਡਾ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇਸ ਵੇਲੇ ਡਾਇਰੈਕਟਰ ਯੂਥ ਵੈਲਫੇਅਰ ਨੇ और इन्होंने बहुत सारा पिछले जदों तो यूथ वेलफेयर दे डायरैक्टर बने ने इन्होंने कई नवी तरह दे उहदे विच कह लो कि कीर्तिमान स्थापित किए कई नवी तरह दे यूथ लई जिहड़े प्रोग्राम जिहड़े ऑर्गेनाइज किए ने और कई नवे रूल रेगुलेशन बनाउंदे होए इन्होंने नैशनल लैवल तक दियां सारियां अपनियां टीमां नूं लैके गए और उहदे विच कई मल्लां मारियां ਇਹ ਗੱਲ ਮੈਂ ਇਸ ਲਈ ਕਹਿ ਸਕਦਾ ਕਿਉਂਕਿ ਮੈਂ ਬਹੁਤ ਸਮਾਂ ਪਹਿਲੇ ਜਦੋਂ ਯੂਥ ਫੈਸਟੀਵਲ ਦੇ ਵਿੱਚ ਬਤੌਰ ਡਾਇਰੈਕਟਰ ਮੈਂ ਕੰਮ ਕਰਦਾ ਸੀ ਉਦੋਂ ਪੰਜਾਬ ਯੂਨੀਵਰਸਿਟੀ ਵੱਲੋਂ ਕੋਈ ਨਾਟਕ ਜਾਂ ਕੋਈ ਟੀਮਾਂ ਬਹੁਤੀਆਂ ਨੈਸ਼ਨਲ ਲੈਵਲ ਤੱਕ ਜਾਂਦੀਆਂ ਨਹੀਂ ਸੀ ਹੁੰਦੀਆਂ ਤੇ ਉਦੋਂ ਬਹੁਤੀਆਂ ਸਾਰੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਹੀ ਜਾਂਦੀਆਂ ਸੀ ਪਰ ਹੁਣ ਮੈਂ ਪਿਛਲੇ ਲੰਬੇ ਸਮੇਂ ਤੋਂ ਦੇਖਿਆ ਕਿ ਨਿਰਮਲ ਜੋੜਾ ਹੁਰੀ ਜਿਹੜੇ ਇਹਨਾਂ ਦੀ ਅਗਵਾਈ ਵਿੱਚ ਨੈਸ਼ਨਲ ਲੈਵਲ ਤੱਕ ਇਹ ਟਰੋਫੀਆਂ ਵੀ ਲੈ ਕੇ ਆਉਂਦੇ ਨੇ ਔਰ ਬਹੁਤ ਸਾਰੀਆਂ ਮੱਲਾਂ ਮਾਰਦੇ ਨੇ ਸੋ ਇਹ ਜਿਹੜੀ ਪ੍ਰਾਪਤੀ ਹੈ ਮੈਂ ਕਹਾਂਗਾ ਕਿ ਕਿਉਂਕਿ ਨਿਰਮਲ ਜੋੜਾ ਹੋਰਾਂ ਦਾ ਜਿਹੜਾ ਉਸ ਤੋਂ ਪਹਿਲਾਂ ਦਾ ਸਫ਼ਰ ਹੈ ਰੰਗਮੰਚ ਨਾਲ ਜੁੜਿਆ ਹੋਇਆ ਸਫ਼ਰ ਹੈ ਉਹ ਵੀ ਇਸ ਪ੍ਰਾਪਤੀ ਦਾ ਹਿੱਸਾ ਬਣਦਾ ਹੈ ਉਹ ਜਿਹੜਾ ਇਹਨਾਂ ਕੋਲ ਟ੍ਰੇਨਿੰਗ ਸੀਗੀ ਉਹ ਜਿਹੜੀ ਇਹਨਾਂ ਨੂੰ ਪਹਿਲਾਂ ਅਗਵਾਈ ਮਿਲੀ ਜਾਂ ਇਹਨਾਂ ਨੇ ਜਿਹੜੇ ਕੰਮ ਕੀਤੇ ਉਹ ਇਹਨਾਂ ਦੀ ਇਸ ਡਾਇਰੈਕਟਰਸ਼ਿਪ ਦੇ ਵਿੱਚ ਜਿਹੜੇ ਬਹੁਤ ਐਕਸਪੀਰੀਅੰਸ ਜਿਹੜਾ ਇਹਨਾਂ ਦੇ ਕੰਮ ਆਇਆ ਇਹ ਆਪ ਵੀ ਦੱਸਣਗੇ ਸੋ ਨਿਰਮਲ ਵੀਰੇ ਤੁਹਾਨੂੰ ਜੀ ਆਇਆਂ ਕਹਿੰਦਾ ਹੋਇਆ ਇਹ ਅਸੀਂ ਹੁਣ ਸਾਰੇ ਜਾਣਦੇ ਆ ਕਿ ਤੁਸੀਂ ਡਾਇਰੈਕਟਰ ਹੋ ਤੇ ਤੁਸੀਂ ਯੂਥ ਵੈਲਫੇਅਰ ਦੇ ਵਿੱਚ ਬੜੇ ਨਵੇਂ ਕੰਮ ਕੀਤੇ ਆ ਪਰ ਮੈਂ ਥੋੜਾ ਜਿਹਾ ਚਾਹਾਂਗਾ ਕਿ ਇਸ ਤੋਂ ਪਹਿਲੇ ਦੀ ਜਿਹੜੀ ਤੁਹਾਡੀ ਲਗਨ ਹੈ ਮੈਂ ਉਹ ਸਾਥੀਆਂ ਦੇ ਨਾਲ ਜ਼ਰੂਰ ਚਾਹੁੰਦਾ ਕਿ ਸਾਡੇ ਕਿਉਂਕਿ ਰਿਕਾਰਡਿੰਗ ਹੋ ਰਹੀ ਹੈ ਤੇ ਇਸ ਨੇ ਬਾਅਦ ਵਿੱਚ ਇੱਕ ਇਤਿਹਾਸਕ ਕਿਤਾਬ ਦਾ ਰੂਪ ਵੀ ਲੈਣਾ ਹੈ ਇਹਨਾਂ ਗੱਲਾਂ ਨੇ ਤੇ ਉਹਦੇ ਵਿੱਚ ਤੁਹਾਡਾ ਜਿਹੜੇ ਪਿਛੋਕੜ ਹੈ ਸਾਰੀਆਂ ਗੱਲਾਂ ਦਾ ਤੁਸੀਂ ਰੰਗਮੰਚ ਨਾਲ ਕਿਵੇਂ ਜੁੜੇ ਤੇ ਫਿਰ ਆਪਾਂ ਬਹੁਤਾ ਬਾਕੀ ਦਾ ਸਮਾਂ ਜਿਹੜਾ ਤੁਹਾਡੇ ਯੂਥ ਵੈਲਫੇਅਰ ਦੇ ਕੰਮਾਂ ਦੇ ਨਾਲ ਆਪਾਂ ਜੋੜਾਂਗੇ ਯੂਥ ਦੇ ਰੰਗਮੰਚ ਨਾਲ ਜੋੜਾਂਗੇ ਸੋ ਮੈਂ ਜਾਣਨਾ ਚਾਹਾਂਗਾ ਨਿਰਮਲ ਜੀ ਕਿ ਇਹ ਜਿਹੜੇ ਤੁਸੀਂ ਹੋਰ ਜਿਹੜੇ ਸੁਪਨੇ ਪੂਰੇ ਕਰਦੇ ਪਏ ਹੋ ਆਪਣੇ ਨੌਜਵਾਨ ਵਿਦਿਆਰਥੀਆਂ ਦੇ ਰਾਹੀਂ ਇਹ ਸੁਪਨੇ ਕਦੀ ਤੁਸੀਂ ਵੀ ਨੌਜਵਾਨ ਵਿਦਿਆਰਥੀ ਹੁੰਦਿਆਂ ਹੋਇਆਂ ਲਏ ਸੀਗੇ ਤੇ ਉਹਨਾਂ ਸੁਪਨਿਆਂ ਦੀ ਜਿਹੜੀ ਪੈੜ ਚਾਲ ਸੀਗੀ ਉਹਨਾਂ ਸੁਪਨਿਆਂ ਦੀ ਜਿਹੜੀ ਕਹਿ ਲੋ ਕਿ ਸ਼ੁਰੂਆਤ ਜਿਹੜੀ ਸੀ ਉਹ ਕਿੱਦਾਂ ਹੋਈ ਸੀ ਉਹਦੇ ਬਾਰੇ ਸਾਡੇ ਨਾਲ ਜ਼ਰਾ ਸਾਂਝ ਪਾਓ ਜੀ ਬਹੁਤ ਬਹੁਤ ਸ਼ੁਕਰੀਆ ਕੇਵਲ ਭਾਜੀ ਮੈਂ ਪੰਜਾਬ ਸੰਗੀਤ ਨਾਟਕ ਅਕੈਡਮੀ ਦਾ ਤੁਹਾਡੀ ਆਪਣੀ ਸਾਰੀ ਟੀਮ ਦਾ ਔਰ ਜਿੰਨੇ ਦੋਸਤ ਇਸ ਵੇਲੇ ਹਾਜ਼ਰ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜਾ ਤੁਹਾਡਾ ਸਵਾਲ ਹੈ ਉਹ ਇਹ ਆ ਕਿ ਮੈਂ ਸਕੂਲ ਟਾਈਮ ਤੋਂ ਸਟੇਜ ਨਾਲ ਜੁੜਿਆ ਸੀ ਓਕੇ ਫਿਰ ਮੈਂ ਹੌਲੀ ਹੌਲੀ ਕਾਲਜ ਦੇ ਵਿੱਚ ਗਿਆ ਤਾਂ ਕਾਲਜ ਦੇ ਵਿੱਚ ਮੇਰਾ ਜਿਹੜਾ ਪਹਿਲਾ ਸ਼ੌਕ ਸੀ ਮੈਂ ਕਵਿਤਾ ਲਿਖਦਾ ਸੀ ਕਵਿਤਾ ਬੋਲਦਾ ਸੀ ਜਾਂ ਡਿਬੇਟ ਜਾਂ ਐਲੋਕੁਏਸ਼ਨ 'ਚ ਭਾਗ ਲੈਂਦਾ ਸੀ ਮੈਂ ਤੇ ਫਿਰ ਉੱਥੇ ਬਹੁਤ ਸਾਰੇ ਦੋਸਤ ਗੌਰਮੈਂਟ ਬਰਜਿੰਦਰਾ ਕਾਲਜ ਫਰੀਦਕੋਟ ਦੇ ਵਿੱਚ ਤਾਂ ਪਹਿਲੀ ਵਾਰ ਜਦੋਂ ਮੈਂ ਵੈਸੇ ਸਟੇਜ ਤੇ ਚੜ੍ਹਿਆ ਤਾਂ ਮੈਂ ਥੀਏਟਰ ਦੇ ਨਾਲ ਹੀ ਚੜ੍ਹਿਆ ਕਿ ਸੁਦਰਸ਼ਨ ਮੈਨੀ ਹੋਰਾਂ ਨੇ ਨਾਟਕ ਕਰਵਾਇਆ ਪਾਰਲੀ ਭੁਪਿੰਦਰ ਹੋਰੀ ਕਿਉਂਕਿ ਮੇਰੇ ਸੀਨੀਅਰ ਸੀ ਉਹਨਾਂ ਨਾਲ ਮੈਨੂੰ ਨਾਟਕ ਕਰਨ ਦਾ ਮੌਕਾ ਮਿਲਿਆ ਉੱਥੇ ਸਾਡੀ ਇੱਕ ਪੂਰੀ ਟੀਮ ਜਿਹੜੀ ਆ ਬਣ ਗਈ ਤੇ ਮੈਂ ਪੂਰੀ ਤਰ੍ਹਾਂ ਥੀਏਟਰ ਦੇ ਨਾਲ ਜੁੜ ਗਿਆ ਨਿਰਮਲ ਜੀ ਮਾੜਾ ਜਿਹਾ ਮੈਂ ਰੋਕ ਰਿਹਾ ਉਹ ਇਸ ਲਈ ਮੈਨੂੰ ਥੋੜਾ ਜਿਹਾ ਇਹਦੇ ਵਿੱਚ ਰਿਕਾਰਡ ਹੋ ਜਾਏ ਕਿ ਤੁਹਾਡਾ ਕਿਹੜਾ ਕਾਲਜ ਸੀ ਤੇ ਕਿਹੜੇ ਈਅਰ ਸੀਗੇ ਉਹ ਵੀ ਆ ਜਾਏ ਵਿੱਚ ਮੈਂ 1984 ਦੇ ਵਿੱਚ ਗੌਰਮੈਂਟ ਬਰਜਿੰਦਰਾ ਕਾਲਜ ਫਰੀਦਕੋਟ ਦੇ ਵਿੱਚ BSc ਦੇ ਵਿੱਚ ਦਾਖਲਾ ਲਿਆ ਸੀ
क्या बात। BSc ਸਾਇੰਸ ਦਾ ਵਿਦਿਆਰਥੀ ਹੋਣ ਦੇ ਨਾਤੇ ਥੋੜਾ ਜਿਹਾ ਮਤਲਬ ਇਹ ਸੀਗਾ ਕਿ ਤੁਸੀਂ ਇਹਨਾਂ ਗਤੀਵਿਧੀਆਂ 'ਚ ਕਿਉਂ ਭਾਗ ਲੈਂਦੇ ਆ, ਬਹੁਤ ਸਾਰੇ ਪਾਸਿਓਂ ਕਾਲਜ ਦੇ ਪ੍ਰੋਫੈਸਰਾਂ ਵੱਲੋਂ ਵੀ, ਘਰਦਿਆਂ ਵੱਲੋਂ ਵੀ। ਪਰ ਮੇਰਾ ਜ਼ਿਆਦਾ ਵਾਹ ਜਿਹੜਾ ਉਹ ਥੀਏਟਰ ਵਾਲੇ ਮੁੰਡਿਆਂ ਨਾਲ ਹੀ ਸੀ, ਪਾਲੀ ਭੁਪਿੰਦਰ ਕਰਕੇ ਜਾਂ ਦੂਜੇ ਦੋਸਤਾਂ ਕਰਕੇ। ਉੱਥੇ ਮੰਤਰੀ ਸਾਹਿਬ ਹੁੰਦੇ ਸੀ, ਉਹ ਰਵਿੰਦਰ ਮੰਤਰੀ, ਮਤਲਬ ਗੁਰਚਰਨ ਵਿਰਕ, ਧਰਮ ਕੰਮਿਆਣਾ, ਦਿਲਸ਼ਾਦ ਅਖਤਰ, ਇਸ ਤਰ੍ਹਾਂ ਦੇ ਦੋਸਤਾਂ ਕਰਕੇ ਮੇਰਾ ਦਾਇਰਾ ਜਿਹੜਾ ਉਹ ਸਾਹਿਤਕ ਬਣ ਗਿਆ। ਤੇ ਸਾਹਿਤਕ ਤੋਂ ਫਿਰ ਰੋਲ ਮੈਂ ਥੀਏਟਰ ਦੇ ਨਾਲ ਜੁੜ ਗਿਆ। ਥੀਏਟਰ ਨਾਲ ਇਸ ਕਰਕੇ ਜੁੜਿਆ ਕਿ ਮੈਂ ਮੋਨੋ ਐਕਟਿੰਗ ਕਰਦਾ ਸੀ। ਮੋਨੋ ਐਕਟਿੰਗ ਕਰਦਾ ਮੈਂ ਥੀਏਟਰ ਤੇ ਮੋਨੋ ਐਕਟਿੰਗ ਦੋਨਾਂ ਨੂੰ ਲੈ ਕੇ ਮੈਂ ਪਾਰਟਿਸਿਪੇਟ ਕੀਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ 3 ਸਾਲ ਲਗਾਤਾਰ। ਉੱਥੋਂ ਮੈਂ ਸੁਦਰਸ਼ਨ ਮੈਨੀ ਜੀ ਨੇ ਇੱਕ ਵਾਰ ਕਾਲਜ ਆ ਕੇ ਨਾਟਕ ਕਰਵਾਇਆ, ਤੇ ਸੁਦਰਸ਼ਨ ਮੈਨੀ ਨੂੰ ਵੀ ਬਹੁਤ ਸਾਰੇ ਸ਼ੋਅ ਮਿਲੇ ਸੀ ਪੰਜਾਬ ਸਰਕਾਰ ਵੱਲੋਂ। ਇੱਕ ਵਾਰ ਸ਼ਾਇਦ ਤੁਹਾਨੂੰ ਯਾਦ ਹੋਏਗਾ 85-86 ਦੇ ਵਿੱਚ ਪੰਜਾਬ ਸਰਕਾਰ ਨੇ ਪਿੰਡਾਂ ਦੇ ਵਿੱਚ ਸ਼ੋਅ ਦਿੱਤੇ ਸੀ। ਤਾਂ ਸੁਦਰਸ਼ਨ ਮੈਨੀ ਨੇ ਸਾਡੀ ਇੱਕ ਟੀਮ ਬਣਾ ਲਈ ਛੋਟੀ ਜੀ, ਮੈਂ ਸੀ, ਕੁਮਾਰ ਜਗਦੇਵ ਸੀ, ਤੇ ਉਹਨਾਂ ਨੇ ਟੀਮ ਬਣਾ ਕੇ ਪਿੰਡਾਂ ਦੇ ਵਿੱਚ ਨਾਟਕ ਸਾਥੋਂ ਕਰਵਾਏ। ਯਾਨੀ ਉਸ ਤੋਂ ਬਾਅਦ ਮੈਂ ਫਿਰ MSc ਦੇ ਵਿੱਚ ਦਾਖਲਾ ਲਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਆ ਕੇ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬੇਸ਼ੱਕ ਸਾਇੰਸ ਦੀ ਇੱਕ ਸੰਸਥਾ ਹੈਗੀ, ਐਗਰੀਕਲਚਰ ਸਾਇੰਸ ਦੀ ਸੰਸਥਾ, ਪਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਜਿਹੜਾ ਮਾਹੌਲ ਹੈ ਉਹ ਸਾਹਿਤਕ ਪੱਖੋਂ, ਸੱਭਿਆਚਾਰ ਪੱਖੋਂ ਤੇ ਖਾਸ ਤੌਰ ਤੇ ਥੀਏਟਰ ਪੱਖੋਂ ਬਹੁਤ ਅਮੀਰ ਹੈ। ਥੀਏਟਰ ਜੇ ਮੈਂ ਲੁਧਿਆਣੇ ਦੇ ਦਾਇਰੇ ਦਾ ਕਹਾਂ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਬਹੁਤ ਹੁੰਦਾ ਰਿਹਾ। ਡਾਕਟਰ ਕੇਸ਼ਵਰਾਮ ਸ਼ਰਮਾ, ਡਾਕਟਰ SN ਸੇਵਕ, ਇਸ ਤਰ੍ਹਾਂ ਦੇ ਨਾਟਕ ਨਿਰਦੇਸ਼ਕ ਜਿਹੜੇ ਸੀਗੇ ਇੱਥੇ, ਉਹਨਾਂ ਦੇ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲ ਗਿਆ। ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਪੜ੍ਹਦੇ ਹੀ ਮੇਰੀ ਲੋੜ ਦੇ ਵਿੱਚ ਇੱਕ ਗੱਲ ਸ਼ਾਮਲ ਹੋਈ। ਵੈਸੇ ਮੈਂ ਹੀਰਾ ਰੰਧਾਵਾ ਨੂੰ, ਮੋਗੇ ਤੋਂ ਅਸੀਂ ਇਕੱਠੇ ਸੀਗੇ, ਕੰਮ ਕਰਦੇ ਰਹੇ, ਪਰ ਉੱਥੇ ਆ ਕੇ ਹੀਰਾ ਰੰਧਾਵਾ ਸਾਹਿਬ ਵੀ ਉੱਥੇ ਨੌਕਰੀ ਕਰਦੇ ਸੀ ਤੇ ਅਸੀਂ ਲੁਧਿਆਣੇ ਇਕੱਠੇ ਹੋ ਗਏ। ਪਰ ਯੂਨੀਵਰਸਿਟੀ ਦੀ ਪੜ੍ਹਾਈ ਦੇ ਦੌਰਾਨ ਇੱਕ ਗੱਲ ਮੇਰੀ ਲੋੜ ਚੋਂ ਨਿਕਲੀ ਕਿ ਜਿਹੜਾ ਯੂਥ ਫੈਸਟੀਵਲਾਂ ਦਾ ਥੀਏਟਰ ਹੈ ਉਹਦੇ 'ਚ ਮੈਂ ਪਾਰਟਿਸਿਪੇਟ ਕਰਦਾ ਸੀਗਾ PAU ਵੱਲੋਂ। ਤੇ ਜਿਹੜੇ ਲੁਧਿਆਣੇ ਦੇ ਕਾਲਜ ਸੀ ਉਹਨਾਂ ਨੂੰ ਯੰਗ ਨਿਰਦੇਸ਼ਕਾਂ ਦੀ ਲੋੜ ਸੀ ਉਸ ਵੇਲੇ, ਜਿਹੜੇ ਘੱਟ ਪੈਸੇ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਨਾਟਕ ਤਿਆਰ ਕਰਵਾ ਦੇਣ, ਤੇ ਸਾਨੂੰ ਪੈਸੇ ਦੀ ਲੋੜ ਸੀ। ਮੇਰੇ ਨਾਲ ਦੇ ਮੁੰਡੇ ਜਿਹੜੇ ਸੀਗੇ ਉਹ ਹੋਸਟਲ 'ਚੋਂ ਟਿਊਸ਼ਨ ਪੜ੍ਹਾਉਣ ਜਾਂਦੇ ਸੀ, ਮਾਡਲ ਟਾਊਨ ਜਾਂਦੇ ਸੀ ਜਾਂ ਸਰਾਭਾ ਨਗਰ, ਇਸ ਤਰ੍ਹਾਂ ਦੇ ਪਹੁੰਚੇ 'ਚੋਂ ਟਿਊਸ਼ਨ ਪੜ੍ਹਾਉਣ ਜਾਂਦੇ ਸੀ। ਮੈਂ ਵੀ 1 ਮਹੀਨਾ ਟਿਊਸ਼ਨ ਪੜ੍ਹਾਈ, ਲੇਕਿਨ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਟਿਊਸ਼ਨ ਪੜ੍ਹਾਉਣ ਨਾਲੋਂ ਜੇ ਮੈਂ ਕਾਲਜਾਂ 'ਚ ਜਾ ਕੇ ਕੰਮ ਕਰਾਂ ਤਾਂ ਮੈਂ ਫਿਰ ਥੀਏਟਰ ਦੀ ਨਿਰਦੇਸ਼ਨਾ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਯੂਥ ਫੈਸਟੀਵਲਾਂ ਲਈ ਉਹ ਕਾਲਜਾਂ ਤੋਂ ਸ਼ੁਰੂ ਕੀਤੀ। ਖਾਲਸਾ ਕਾਲਜ ਫਾਰ ਵੂਮਨ ਸਿਵਲ ਲਾਈਨਸ ਤੋਂ, ਔਰ ਰਾਮਗੜੀਆ ਗਰਲਜ਼ ਕਾਲਜ, ਸਿੱਧਵਾਂ ਕਾਲਜ, DD ਜੈਨ ਕਾਲਜ, ਮੈਂ ਇਹਨਾਂ ਕਾਲਜਾਂ 'ਚ ਲਗਾਤਾਰ ਮਤਲਬ ਜਾਂਦਾ ਰਿਹਾ। ਤੇ ਉੱਥੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਮੈਂ ਜਿਹੜੇ ਵਿਦਿਆਰਥੀਆਂ ਨੂੰ ਡਾਇਰੈਕਟ ਕਰਦਾ ਸੀ ਉਹਨਾਂ ਦਾ ਮੇਰੇ ਨਾਲ ਏਜ ਦਾ ਕੋਈ ਬਹੁਤਾ ਫਰਕ ਨਹੀਂ ਸੀਗਾ। ਕਿ ਮੈਂ MSc ਕਰਦਾ ਸੀ, ਜਿਹੜੇ ਉਹ ਸਟੂਡੈਂਟ ਹੁੰਦੇ ਸੀ ਉਹ BA ਵਾਲੇ ਸੀ, ਮਤਲਬ ਇੰਨਾ ਕੁ ਫਰਕ ਸੀਗਾ। ਤਾਂ ਉੱਥੋਂ ਮੈਨੂੰ ਵੀ ਬਹੁਤ ਕੁਝ ਸਿੱਖਣ ਦਾ ਮੌਕਾ ਮਿਲ ਜਾਂਦਾ ਸੀ। ਮੈਂ ਜਿਹੜੀ ਚੀਜ਼ ਉਹਨਾਂ ਨੂੰ ਤਿਆਰ ਕਰਵਾ ਕੇ ਆਉਂਦਾ ਸੀ ਉਹ ਅਸੀਂ ਯੂਨੀਵਰਸਿਟੀ 'ਚ ਆ ਕੇ ਆਪ ਤਿਆਰ ਕਰ ਲੈਣੀ, ਕਿ ਮਤਲਬ ਆਪ ਯੂਥ ਫੈਸਟੀਵਲ 'ਚ ਪਾਰਟਿਸਿਪੇਟ ਕਰ ਲੈਣਾ ਥੀਏਟਰ ਦੀਆਂ ਆਈਟਮਾਂ ਦੇ ਵਿੱਚ। ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਮੈਂ MSc ਫਾਈਨਲ ਦੇ ਵਿੱਚ ਸੀਗਾ ਤਾਂ ਮੈਂ ਥੋੜਾ ਜਿਹਾ ਪ੍ਰੋਫੈਸ਼ਨਲ ਥੀਏਟਰ ਨਾਲ ਕੀਤਾ ਕਿ ਪਿੰਡਾਂ ਦੇ ਵਿੱਚ ਅਸੀਂ ਕਰਨ। ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀ ਸਟੇਜ ਤੇ ਮੈਂ ਮੋਨੋ ਐਕਟ ਕਰਨ ਗਿਆ ਸੀ। ਮੋਨੋ ਐਕਟ ਮੈਂ ਕਰਦਾ ਸੀ ਮੇਲਾ ਜੀ। ਉਹ ਮੋਨੋ ਐਕਟ ਕਰਦਿਆਂ ਨਿਰਮਲ ਜੀ, ਬਾਕੀ ਕਿਸੇ ਦੋਸਤ ਆਪਣੇ ਮਾਈਕ ਜ਼ਰਾ ਆਫ ਕਰ ਲਓ। ਇਹ ਸਿਮਰਜੀਤ ਗਿੱਲ ਹੋਰਾਂ ਦਾ ਮਾਈਕ ਆਨ ਹੈ, ਇਹ ਬੰਦ ਕਰ ਲਓ। ਕੋਈ ਹੋਰ ਵੀ ਕਿਸੇ ਦਾ ਮਾਈਕ ਆਨ ਹੈ ਤੇ ਆਫ ਕਰ ਲਓ। ਜੀ 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 ਨਿਰਮਲ ਜੀ, ਠੀਕ ਹੈ ਜੀ। ਸੋ ਮੈਨੂੰ ਤਾਂ ਜਿਹੜੇ ਉਹ ਯੂਥ ਫੈਸਟੀਵਲ ਦੇ ਮੈਂ ਨਾਟਕ ਤਿਆਰ ਕਰਵਾਏ ਜਾ ਕੇ ਆ, ਕਿ ਜਦੋਂ ਮੈਂ ਨਾਟਕ ਤਿਆਰ ਕਰਦਾ ਸੀ ਤਾਂ ਉਦੋਂ ਮੈਂ ਨਾਟਕ ਦੀ ਤਕਨੀਕ ਆਪਣੇ ਨਾਲ ਦੇ ਜਿਹੜੇ ਦੋਸਤ ਸੀਗੇ, ਭਾਵੇਂ ਉਹ ਰੰਧਾਵਾ ਸਾਹਿਬ ਸੀ, ਭਾਵੇਂ ਕੀਰਤੀ ਕਿਰਪਾਲ ਸੀ, ਭਾਵੇਂ ਪਾਲੀ ਸੀ, ਇਹਨਾਂ ਤੋਂ ਪੁੱਛਦਾ ਕਿ ਮੈਂ ਯਾਰ ਇਸ ਕਾਲਜ ਦੇ ਵਿੱਚ ਆ ਨਾਟਕ ਤਿਆਰ ਕਰਾ ਰਿਹਾ, ਮੈਨੂੰ ਇੱਥੇ ਮੈਂ ਮੋਨੋ ਐਕਟ ਕੀਤੀ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ। ਤਾਂ ਉਹਨਾਂ ਨੇ ਕਿਤੇ ਉਹਨਾਂ ਦਾ ਜਿਹੜਾ ਸਟੇਜ ਸੈਕਟਰੀ ਸੀ ਉਹ ਨਾ ਆਇਆ, ਤਾਂ ਉਹਨਾਂ ਨੇ ਮੈਨੂੰ ਉੱਥੇ ਸਟੇਜ ਸੈਕਟਰੀ ਦੇ ਤੌਰ ਤੇ ਵੀ ਕਹਿਤਾ ਮੋਨੋ ਐਕਟ ਤੂੰ ਕਰ ਲਾ। ਉੱਥੇ TV ਵਾਲੇ ਆਏ ਹੋਏ ਸੀਗੇ, ਲਖਵਿੰਦਰ ਚੌਲ ਸਾਹਿਬ ਤੇ ਅਮਰਜੀਤ ਗਰੇਵਾਲ। ਉਹ ਮੈਨੂੰ ਕਹਿੰਦੇ ਯਾਰ ਤੂੰ ਇਉਂ ਕਰ, ਕੱਲ ਨੂੰ ਉੱਥੇ ਆ ਦੂਰਦਰਸ਼ਨ ਤੇ। ਪਰ ਫਿਰ ਬਹੁਤ ਸਮੇਂ ਬਾਅਦ ਮੈਂ ਬਹੁਤ ਸਾਰੇ ਦੋਸਤਾਂ ਨੇ ਮੈਨੂੰ ਠੋਕਰਿਆ ਵੀ, ਬਹੁਤ ਸਾਰੇ ਮਿੱਤਰਾਂ ਨੇ ਮੈਨੂੰ ਇਸ ਗੱਲ ਲਈ ਮਤਲਬ ਇੱਕ ਤਰ੍ਹਾਂ ਦਾ ਪ੍ਰੇਰਿਆ ਵੀ। ਤਾਂ ਮੈਂ ਫਿਰ ਲਗਭਗ 10 ਸਾਲਾਂ ਬਾਅਦ ਪਹਿਲਾ ਨਾਟਕ ਜਿਹੜਾ ਵਾਪਸੀ ਲਿਖਿਆ ਤੇ ਮੈਂ ਥੀਏਟਰ ਵੱਲ ਮੁੜਿਆ। ਮੈਂ ਉਦੋਂ ਬਾਅਦ ਫਿਰ ਮੈਂ ਲਗਾਤਾਰ ਕੁਛ ਨਾ ਕੁਛ ਲਿਖਦਾ ਰਿਹਾ, ਕੁਛ ਨਾ ਕੁਛ ਕਰਦਾ ਰਿਹਾ। ਮੈਂ ਥੀਏਟਰ ਕੀਤਾ, ਮੈਂ ਕੈਨੇਡਾ 'ਚ ਵੀ ਰੰਧਾਵਾ ਸਾਹਿਬ ਦੇ ਨਾਲ ਜਾ ਕੇ ਉੱਥੇ ਕੰਮ ਮੈਨੂੰ ਕਰਨ ਦਾ ਮੌਕਾ ਮਿਲ ਗਿਆ, ਇੱਥੇ ਵੀ ਕੰਮ ਕਰਨ ਦਾ ਮੌਕਾ ਮਿਲ ਗਿਆ। ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਜਦੋਂ ਇੱਥੇ ਆਇਆ
ਹੁਣ ਆਪਾਂ ਇੱਥੇ ਆਉਣਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੈਂ ਐਜ ਏ ਡਾਇਰੈਕਟਰ ਯੂਥ ਵੈਲਫੇਅਰ ਆਇਆ ਤਾਂ ਮੈਂ ਜਦੋਂ ਪਾਰਟੀਸਪੇਟ ਕਰਦਾ ਸੀ ਯੂਥ ਫੈਸਟੀਵਲਾਂ ਦੇ ਵਿੱਚ ਤਾਂ ਮੈਨੂੰ ਇਹ ਲੱਗਦਾ ਸੀਗਾ ਕਿ ਜਿਹੜੇ ਯੂਥ ਫੈਸਟੀਵਲ ਹੈ ਇਹ ਥੀਏਟਰ ਹੀ ਆ। ਮੈਂ ਯੂਥ ਫੈਸਟੀਵਲ ਦਾ ਹੋਰ ਪਾਰਟ ਕਦੇ ਦੇਖੇ ਨਹੀਂ ਸੀ, ਮਤਲਬ ਹੋਰ ਪਾਸੇ ਧਿਆਨ ਹੀ ਨਹੀਂ ਸੀਗਾ ਵੀ ਉਹਦੇ ਵਿੱਚ ਯੂਥ ਫੈਸਟੀਵਲ ਹੋਰ ਵੀ ਬਹੁਤ ਕੁਝ ਹੁੰਦਾ। ਮੈਨੂੰ ਇਹ ਸੀਗਾ ਵੀ ਯਾਰ ਇਹ ਜਿਹੜੇ ਨਾਟਕ ਕਰਵਾਉਂਦੇ ਆ ਯੂਥ ਫੈਸਟੀਵਲਾਂ ਦੇ, ਇਹਦੇ 'ਚ ਆਹ ਕੁਝ ਹੋਣਾ ਚਾਹੀਦਾ, ਐਂ ਹੋਣਾ ਚਾਹੀਦਾ, ਇਸ ਤਰ੍ਹਾਂ ਦੇ ਜੱਜ ਹੋਣੇ ਚਾਹੀਦੇ ਆ, ਇਸ ਤਰ੍ਹਾਂ ਦਾ ਮੌਕਾ ਮਿਲਣਾ ਚਾਹੀਦਾ। ਇਹ ਸੋਚ ਕੇ ਮੈਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਡਾਇਰੈਕਟਰ ਯੂਥ ਵੈਲਫੇਅਰ ਦੀ ਪੋਸਟ ਤੇ ਗਿਆ ਸੀ। ਪਰ ਜੁਆਇਨ ਕਰਕੇ ਧਾਲੀਵਾਲ ਸਾਹਿਬ ਨੂੰ ਪਤਾ ਲੱਗਿਆ ਕਿ ਡਾਇਰੈਕਟਰ ਯੂਥ ਵੈਲਫੇਅਰ ਦੇ ਕੋਲੇ ਜਿਹੜਾ ਸਾਰਾ ਕੰਮ ਹੈ ਉਹਦੇ 'ਚ ਥੀਏਟਰ ਆ ਉਹ 5% ਆ, ਬਾਕੀ 95% ਆ ਜਿਹੜਾ ਉਹ ਡਾਂਸ ਵੀ ਆ, ਯੂਥ ਐਕਟੀਵਿਟੀ ਵੀ ਆ, ਫਾਈਨ ਆਰਟਸ ਵੀ ਆ, ਠੀਕ ਹੈ, ਟ੍ਰੇਨਿੰਗ ਕੈਂਪ ਵੀ ਆ ਉਹਦੇ ਵਿੱਚ ਸ਼ਾਮਲ ਹੁੰਦੇ, ਉਹਦੇ ਵਿੱਚ ਜਿਹੜੇ ਕਲਾਸੀਕਲ ਡਾਂਸ ਵੀ ਆ, ਭੰਗੜਾ, ਗਿੱਧਾ, ਬਹੁਤ ਕੁਛ ਹੈ। ਉਹ ਸਾਰਾ ਫਿਰ ਤੁਹਾਡਾ ਧਿਆਨ ਆ ਜਿਹੜਾ ਉਧਰ ਖਿੱਚਦਾ। ਪਰ ਫਿਰ ਵੀ ਮੈਂ ਆਪਣੀ ਉਸ ਨੌਕਰੀ ਤੋਂ ਜਾਂ ਮੈਂ ਉੱਥੇ ਸਾਰਾ ਕੁਝ ਜੋ ਕੀਤਾ ਉਹ ਤੋਂ ਪੂਰੀ ਤਰ੍ਹਾਂ ਸੈਟੀਸਫਾਈਡ ਹੈ ਕਿ ਮੈਂ ਜੋ ਚਾਹੁੰਦਾ ਸੀ। ਅਸੀਂ ਨਾਟਕ ਦੀ ਰਿਹਰਸਲ ਕਰਦੇ ਸੀ ਬਰਜਿੰਦਰਾ ਕਾਲਜ 'ਚ ਤੇ ਸਾਡੇ ਲੈਕਚਰ ਸ਼ਾਰਟ ਹੋ ਜਾਂਦੇ ਸੀ। ਉਹਨਾਂ ਨੇ ਕਹਿਣਾ ਜਾਂ ਨਾਟਕ ਕਰ ਲਓ ਜਾਂ ਤੁਸੀਂ ਕੈਮਿਸਟਰੀ ਪੜ੍ਹ ਲਓ ਜਾਂ ਫਿਜ਼ਿਕਸ ਪੜ੍ਹ ਲਓ, ਜਾਂ ਨਾਟਕ ਕਰੋ ਜਾਂ ਮੈਥ ਪੜ੍ਹੋ। ਉਹਨਾਂ ਨੇ ਲੈਕਚਰ ਸ਼ਾਰਟ ਕਰਕੇ ਰੱਖਦੇ ਨੇ। ਫਿਰ ਜੇ ਕੰਪਾਰਟਮੈਂਟ ਆ ਜਾਣੀ ਉਹਨਾਂ ਨੇ ਕਹਿਣਾ ਕੋਈ ਗ੍ਰੇਸ ਨਹੀਂ ਇਹਦੇ ਵਿੱਚ, ਤੁਸੀਂ ਨਾਟਕ ਕਰੋ। ਪੰਜਾਬ ਯੂਨੀਵਰਸਿਟੀ ਵੱਲੋਂ ਮੈਂ ਜਿਹੜਾ ਐਫਰਟ ਕੀਤਾ ਜਾ ਕੇ ਕਿ ਜਿਹੜੇ ਸਾਡੇ ਇਸ ਤਰ੍ਹਾਂ ਦੇ ਰਿਹਰਸਲਾਂ ਕਰਨ ਵਾਲੇ ਆ ਉਹ ਦਿਨ ਸਾਡੇ ਬੱਚਿਆਂ ਨੂੰ ਮਿਲਣ, ਉਹਨਾਂ ਨੂੰ ਗ੍ਰੇਸ ਮਾਰਕਸ ਮਿਲੇ, ਉਹਨਾਂ ਨੂੰ ਰਿਜ਼ਰਵ ਸੀਟ ਹੋਵੇ, ਇਸ ਤਰ੍ਹਾਂ ਦੇ ਕੰਮ ਕਰਵਾਉਣ ਦੇ ਵਿੱਚ ਮੈਂ ਸਕਸੈਸ ਹੋਇਆ। ਮਤਲਬ ਹੋਇਆ ਤਾਂ ਚਲੋ ਪੰਜਾਬ ਯੂਨੀਵਰਸਿਟੀ ਦੀ ਅਥਾਰਟੀ ਦੀ ਕੋਆਪਰੇਸ਼ਨ ਨਾਲ ਹੀ ਆ, ਪਰ ਕਿਸੇ ਨਾ ਕਿਸੇ ਬੰਦੇ ਨੂੰ ਇਨੀਸ਼ੀਏਟਿਵ ਲੈਣਾ ਪੈਂਦਾ, ਉਦਮ ਕਰਨਾ ਪੈਂਦਾ। ਤੇ ਹੁਣ ਮੈਂ ਇੱਥੇ ਪਹੁੰਚ ਗਿਆ ਜਿੱਥੇ ਤੁਸੀਂ ਆ ਕੇ ਮੈਨੂੰ ਰੂਬਰੂ ਕਰ ਰਹੇ। ਬਿਲਕੁਲ ਮੇਰੇ ਖਿਆਲ ਹੈ ਨਿਰਮਲ ਜੀ ਇਹ ਇਨੀਸ਼ੀਏਟਿਵ ਉਹੀ ਬੰਦਾ ਲੈ ਸਕਦਾ ਜਿਹੜਾ ਇਸ ਪ੍ਰੋਸੈਸ ਚੋਂ ਲੰਘਿਆ ਹੋਵੇ, ਜਿੰਨੇ ਦਿੱਕਤਾਂ ਦੇਖੀਆਂ ਹੋਣ। ਤੁਸੀਂ ਇਹ ਸਾਰੇ ਕਹਿ ਲਓ ਇੱਕ ਕਿਸਮ ਦੇ ਇਹ ਸਾਰੇ ਯੂਥ ਫੈਸਟੀਵਲ ਦੇ ਸਾਰੇ ਸੰਘਰਸ਼ ਵਿੱਚੋਂ ਤੁਸੀਂ ਲੰਘੇ ਹੋਏ ਹੋ। ਤੁਸੀਂ ਉਹ ਜਿਹੜੇ ਕਿ ਥੀਏਟਰ ਦੇ ਵਿੱਚ ਕੀ ਕੀ ਦਿੱਕਤਾਂ ਆਉਂਦੀਆਂ ਨੇ ਨੌਜਵਾਨਾਂ ਨੂੰ ਜਿਹੜੇ ਕਾਲਜਾਂ ਦੇ ਵਿੱਚ ਕੰਮ ਕਰਦੇ ਆ, ਸੋ ਤੁਸੀਂ ਉਸ ਪ੍ਰੋਸੈਸ ਦੇ ਵਿੱਚੋਂ ਲੰਘੇ ਹੋਏ ਹੋ ਤਾਂ ਹੀ ਤੁਸੀਂ ਇਹ ਕੁਝ ਦਿੱਕਤਾਂ ਦੂਰ ਕਰਨ ਦੀ ਕੋਸ਼ਿਸ਼ ਕਰ ਸਕੇ। ਬਿਲਕੁਲ ਬਿਲਕੁਲ। ਔਰ ਨਿਰਮਲ ਜੀ ਇਸ ਤੋਂ ਇਲਾਵਾ ਇਹਦੇ ਵਿੱਚ ਕੇਵਲ ਜੀ ਇੱਕ ਹਾਂ ਦੱਸੋ ਜੀ। ਇਹਦੇ 'ਚ ਇੱਕ ਜਿਹੜੀ ਵੱਡੀ ਪ੍ਰੋਬਲਮ ਹੋਰ ਵੀ ਸੀ ਕਿ ਜਦੋਂ 10 ਨਾਟਕ ਹੋ ਜਾਂਦੇ ਸੀ ਤੇ ਰਿਜ਼ਲਟ ਆਉਂਦਾ ਸੀਗਾ ਤੇ ਉਹਨਾਂ ਜੱਜਾਂ ਤੋਂ ਜਦੋਂ ਸੈਟੀਸਫਾਈਡ ਨਹੀਂ ਸੀ ਹੁੰਦੇ ਸੀ ਜਾਂ ਉਹਨਾਂ ਨੂੰ ਕਰਾਉਣਾ ਨਹੀਂ ਸੀ ਹੁੰਦਾ ਸਟੇਜ ਤੇ, ਇਹ ਵੀ ਇੱਕ ਮਨ ਦੇ ਅੰਦਰ ਬਹੁਤ ਦੁੱਖ ਸੀ। ਇਹ ਇਕੱਲੇ ਥੀਏਟਰ ਦੇ ਵਿੱਚ ਨਹੀਂ, ਮੈਂ ਹਰ ਆਈਟਮ ਦੇ ਵਿੱਚ ਇਹ ਕੋਸ਼ਿਸ਼ ਕੀਤੀ ਆ ਇੱਥੇ ਆ ਕੇ ਕਿ ਜਿਹੜੇ ਥੀਏਟਰ ਵਾਲੇ ਬੰਦੇ ਆ ਜਿਹੜੇ ਉਹ ਨਾਟਕ ਕਰਦੇ ਆ, ਜਿਨ੍ਹਾਂ ਨੇ ਸਟੇਜ ਦੇ ਉੱਪਰ ਕੋਈ ਨਾ ਕੋਈ ਬ੍ਰੇਕ ਕੀਤਾ, ਉਹ ਆ ਕੇ ਜੱਜਮੈਂਟ ਕਰਨ ਤੇ ਉਹ ਜੱਜਮੈਂਟ ਆਪਣੀ ਸੀਟ ਤੋਂ ਉੱਠ ਕੇ ਸਿੱਧੀ ਸਟੇਜ ਤੋਂ ਸੁਣਾ ਦੇਣ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ। ਇਹਦੇ ਜਿਹੜਾ ਹਿਡਨ ਪਾਰਟ ਸੀਗਾ ਉਹਨੂੰ ਵੀ ਥੋੜਾ ਜਿਹਾ ਪਾਸੇ ਕੀਤਾ। ਬਿਲਕੁਲ। ਮੈਂ ਇਹ ਗੱਲ ਆਪਣੇ ਵੱਲੋਂ ਤੁਹਾਨੂੰ ਪੁੱਛਣੀ ਚਾਹੁੰਦਾ ਸੀ ਕਿ ਇਹ ਹਮੇਸ਼ਾ ਹੀ ਯੂਥ ਫੈਸਟੀਵਲਾਂ 'ਚ ਰਿਹਾ ਕਿ ਬਹੁਤ ਸਾਰੇ ਜਿਹੜੇ ਕਾਲਜ ਜਿਨ੍ਹਾਂ ਦਾ ਇਨਾਮ ਨਹੀਂ ਆਉਂਦਾ ਉਹ ਕਹਿੰਦੇ ਨੇ ਨਹੀਂ ਜੀ ਸਾਡੇ ਨਾਲ ਧੋਖਾ ਹੋ ਗਿਆ, ਜੱਜ ਵਿਕ ਗਏ, ਇਹਨਾਂ ਨੇ ਇਸ ਤਰ੍ਹਾਂ ਕਰ ਲਿਆ, ਉਹ ਕਰ ਲਿਆ। ਇਹ ਯਾਨੀ ਕਿ ਹਮੇਸ਼ਾ ਰਿਹਾ ਹੀ ਆ। ਮੈਂ ਇਹੀ ਕਿ ਇਹਦੇ ਵਾਸਤੇ ਤੁਸੀਂ ਹੋਰ ਕੀ ਇਹੋ ਜਿਹੇ ਕੰਮ ਕੀਤੇ ਤਾਂ ਕਿ ਇਹ ਤੁਹਾਡੀ, ਕਿਉਂਕਿ ਗੱਲਬਾਤ ਜਿਹੜੀ ਹੈ ਦੂਜੇ ਕਾਲਜਾਂ ਨੇ ਨੌਜਵਾਨ ਵੀ ਸੁਣਦੇ ਪਏ ਆ, ਉਹਨਾਂ ਤੱਕ ਵੀ ਜਾਣੀ ਹੈ, ਤੇ ਤੁਸੀਂ ਉਹਦੇ ਬਾਰੇ ਹੋਰ ਥੋੜਾ ਜਿਹਾ ਕਲੈਰਿਟੀ ਦਿਓ ਕਿ ਮੈਂ ਇਹ ਕੁਝ ਇਹਨਾਂ ਦਿੱਕਤਾਂ ਨੂੰ ਦੂਰ ਕਰਨ ਲਈ ਕੀਤਾ ਹੈ ਬਤੌਰ ਡਾਇਰੈਕਟਰ। ਔਰ ਇਸ ਤੋਂ ਇਲਾਵਾ ਫਿਰ ਮੈਂ ਦੂਜਾ ਸਵਾਲ ਬਾਅਦ ਚ ਪੁੱਛਦਾ, ਪਹਿਲੇ ਥੋੜਾ ਜਿਹਾ ਇਹਦੇ ਬਾਰੇ ਦੱਸੋ ਜੀ। ਇਹਦੇ ਚ ਦੇਖੋ ਜਿਹੜੀ ਜਦੋਂ ਅਸੀਂ ਪਾਰਟਿਸਿਪੇਟ ਕਰਦੇ ਸੀ, ਮੈਂ ਐਜ ਏ ਸਟੂਡੈਂਟ ਪਾਰਟਿਸਿਪੇਟ ਕੀਤਾ, ਐਜ ਏ ਟੀਚਰ ਇੰਚਾਰਜ ਪਾਰਟਿਸਿਪੇਟ ਕੀਤਾ, ਐਜ ਏ ਡਾਇਰੈਕਟਰ ਪਾਰਟਿਸਿਪੇਟ ਕੀਤਾ, ਮੈਂ ਐਜ ਏ ਜੱਜ ਵੀ ਜਾਂਦਾ ਰਿਹਾ। ਇਹਦੀ ਸਭ ਤੋਂ ਵੱਡੀ ਦਿੱਕਤ ਉਦੋਂ ਆਉਂਦੀ ਆ ਜਦੋਂ ਤੁਹਾਡੀ ਜੱਜਮੈਂਟ ਕਰਨ ਵਾਲਾ ਬੰਦਾ ਉਸ ਫੀਲਡ ਤੋਂ ਨਾ ਵਾਕਿਫ ਹੋਵੇ, ਉਸ ਫੀਲਡ ਬਾਰੇ ਉਹਨੂੰ ਨੌਲੇਜ ਨਾ ਹੋਵੇ, ਉਹ ਕਿਵੇਂ ਨਾ ਕਿਵੇਂ ਕਰਕੇ ਜੁਗਾੜ ਲਾ ਕੇ ਜੱਜਮੈਂਟ ਤੇ ਆਇਆ ਹੋਵੇ। ਹੁਣ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਜੱਜਮੈਂਟ ਦੇ ਵਿੱਚ ਭਾਵੇਂ ਥੀਏਟਰ ਦੀ ਆ, ਭਾਵੇਂ ਡਾਂਸ ਦੀ ਆ, ਭਾਵੇਂ ਮਤਲਬ ਕਲਾਸੀਕਲ ਦੀ ਆ, ਤੇ ਭਾਵੇਂ ਫਾਈਨ ਆਰਟਸ ਦੀ ਆ, ਭਾਵੇਂ ਸੰਗੀਤ ਦੀ ਆ, ਉਹਦੇ ਚ ਉਹ ਬੰਦਾ ਜਾਵੇ ਜਿਹੜਾ ਉਸ ਫੀਲਡ ਦਾ ਪ੍ਰੈਕਟੀਕਲੀ ਮਾਹਰ ਹੈ। ਥਿਓਰੈਟੀਕਲੀ ਮਾਹਰ ਹੋਣਾ ਵੱਖਰੀ ਗੱਲ ਹੈ, ਪ੍ਰੈਕਟੀਕਲੀ ਜਿਹੜਾ ਮਾਹਰ ਹੈ। ਹੁਣ ਕਈ ਵਾਰੀ ਸਾਨੂੰ ਕਹਿ ਦਿੰਦੇ ਆ ਆਮ ਤੌਰ ਤੇ ਕਾਲਜਾਂ ਵਾਲੇ ਕਿ ਯਾਰ ਇੱਥੇ ਜਿਹੜਾ ਜੱਜ ਆਇਆ ਨਾ ਉਹ ਜਿਹੜੇ ਡਰਾਮੇ ਵਾਲੇ ਦੂਜੇ ਡਾਇਰੈਕਟਰ ਆ ਜਿਨ੍ਹਾਂ ਨੇ ਕਾਲ ਤਿਆਰ ਕਰਾਇਆ ਉਹਨਾਂ ਨੂੰ ਜਾਣਦਾ। ਬਿਲਕੁਲ। ਮੈਂ ਇਹ ਕਹਿਣਾ ਕਿ ਮੈਂ ਭੇਜਦਾ ਹੀ ਉਹਨੂੰ ਜਿਹੜਾ ਜਾਣਦਾ। ਅਬੋਹਰ ਜੱਜ ਜਾਂਦੇ ਆ ਤਾਂ ਡਾਕਟਰ ਸਾਹਿਬ ਸਿੰਘ ਨੂੰ ਅਬੋਹਰ ਦੇ ਸਾਰੇ ਥੀਏਟਰ ਵਾਲੇ ਜਾਣਦੇ ਆ, ਜੇ ਨਹੀਂ ਜਾਣਦੇ ਤਾਂ ਡਾਕਟਰ ਸਾਹਿਬ ਸਿੰਘ ਦਾ ਥੀਏਟਰ 'ਚ ਲੈਣਾ ਦੇਣਾ ਕੀ ਆ? ਜੇ ਲੈਣਾ ਦੇਣਾ ਤਾਂ ਹੀ ਉਹ ਜਾਣਦੇ ਆ, ਉਹ ਜਾਣਦੇ ਆ। ਲੇਕਿਨ ਡਾਕਟਰ ਸਾਹਿਬ ਸਿੰਘ ਜਾਂ ਕੋਈ ਵੀ ਜੱਜ ਹੈ, ਬਹੁਤ ਸਾਰੇ ਜੱਜ ਜਿਹੜੇ ਆ ਇੱਥੋਂ ਦਮਨ ਸਾਹਿਬ ਜਾਂਦੇ ਆ ਜੱਜਮੈਂਟ ਦੇ ਉੱਪਰ, ਹੋਰ ਬਹੁਤ ਸਾਰੇ ਜਿਹੜੇ ਪ੍ਰੈਕਟੀਕਲ ਬੰਦੇ ਆ ਉਹ ਜਾਂਦੇ ਆ, ਉਹਨਾਂ ਨੂੰ ਸਾਰੇ ਜਾਣਦੇ ਹੁੰਦੇ ਆ। ਮਤਲਬ ਜਾਣਨਾ
ਤਾਂ ਇੱਕ ਜੱਜ ਦੀ ਕੁਆਲਿਟੀ ਆ ਔਰ ਸਟਰੋਂਗ ਪੁਆਇੰਟ ਹੈ ਕਿ ਉਹਨੂੰ ਸਾਰੇ ਜਾਣਦੇ ਹੋਣ, ਉਹ ਸਾਰਿਆਂ ਨੂੰ ਜਾਣਦਾ ਹੋਵੇ, ਇਸੇ ਕਰਕੇ ਉਹਦੀ ਗੱਲ ਨੂੰ ਅੰਡਰਸਟੈਂਡ ਕਰਨਗੇ। ਮੈਂ ਇਹਦੇ ਵਿੱਚ ਪਾਰਦਰਸ਼ਤਾ ਇਹ ਲਿਆਂਦੀ ਆ ਕਿ ਜਿਹੜਾ ਜੱਜ ਹੈ ਉਹ ਖਤਮ ਹੋਣ ਤੋਂ ਬਾਅਦ, ਆਈਟਮ ਖਤਮ ਹੋਣ ਤੋਂ ਬਾਅਦ ਤੁਰੰਤ ਸਟੇਜ ਦੇ ਉੱਪਰ ਜਾਵੇ, ਆਪਦੀ ਜੱਜਮੈਂਟ ਆਪ ਸੁਣਾਵੇ ਵਿਦ ਦੀ ਪੁਆਇੰਟਸ, ਵੀਕ ਪੁਆਇੰਟ ਐਂਡ ਸਟਰੋਂਗ ਪੁਆਇੰਟ ਜਿਹੜੇ ਪ੍ਰੋਡਕਸ਼ਨ ਦੇ ਹੈਗੇ ਆ ਉਹ ਦੱਸੇ। ਮਤਲਬ ਉਹਦੇ ਨਾਲ ਸਾਡੀਆਂ ਬਹੁਤ ਸਾਰੀਆਂ ਲੜਾਈਆਂ ਜਿਹੜੀਆਂ ਉਹ ਖਤਮ ਹੋ ਗਈਆਂ, ਬਹੁਤ ਸਾਰੀ ਸਮੱਸਿਆ ਹੱਲ ਹੋ ਗਈ ਆ। ਇਹ ਕ੍ਰਾਈਟੇਰੀਆ ਜਿਹੜਾ ਅਪਣਾਇਆ। ਬਿਲਕੁਲ ਬਿਲकुल, ਬਹੁਤ ਸਹੀ ਗੱਲ ਤੁਸੀਂ ਕਹੀ, ਕਿਉਂਕਿ ਮੈਂ ਵੀ ਬਹੁਤ ਪਹਿਲੇ, ਹੁਣ ਤਾਂ ਮੈਂ ਜੱਜਮੈਂਟ ਤੇ ਵੀ ਨਹੀਂ ਜਾਂਦਾ, ਪਰ ਮੈਂ ਜਦੋਂ ਜਾਂਦਾ ਸੀ ਤੇ ਉਦੋਂ ਵੀ ਬਹੁਤ ਸਾਰੇ ਕਹਿੰਦੇ ਸੀ ਜੀ ਆ ਕੇਵਲ ਧਾਲੀਵਾਲ ਹੋਰਾਂ ਨੂੰ ਤੇ ਆ ਸਾਰੇ ਜਾਣਦੇ ਆ, ਤੇ ਹੁਣ ਮੈਂ ਕਹਿੰਦਾ ਮੈਨੂੰ ਤਾਂ ਸਾਰਾ ਪੰਜਾਬ ਹੀ ਜਾਣਦਾ ਹੈ, ਪੰਜਾਬ ਤੋਂ ਬਾਹਰ ਵੀ ਲੈ ਜਾਓਗੇ ਜਾਣਦੇ ਆ। ਬਿਲਕੁਲ, ਉਹ ਜਾਣਦੇ ਕਰਕੇ ਤਾਂ ਹਾਂ, ਮੈਂ ਵੀ ਸਾਰਿਆਂ ਨੂੰ ਜਾਣਦਾ ਵਾ, ਇਸ ਲਈ ਇਹ ਹੋਰ ਚੰਗੀ ਗੱਲ ਹੈ ਕਿ ਮੈਨੂੰ ਪਤਾ ਵਾ ਸਾਰੇ ਪੰਜਾਬ ਦੇ ਵਿੱਚ ਕੌਣ ਕਿੱਥੇ ਕਿੱਦਾਂ ਦਾ ਕੰਮ ਕਰ ਰਿਹਾ ਵਾ। ਸੋ ਮੇਰਾ ਖਿਆਲ ਹੈ ਇਹ ਤਾਂ ਜੱਜਮੈਂਟ ਦੀ ਇੱਕ ਕੁਆਲਿਟੀ ਹੈ, ਜੱਜ ਦੀ ਇੱਕ ਕੁਆਲਿਟੀ ਹੈ ਕਿ ਉਹ ਦੂਜਿਆਂ ਨੂੰ ਵੀ ਜਾਣਦਾ ਔਰ ਉਹਨੂੰ ਵੀ ਸਾਰੇ ਜਾਣਦੇ ਆ। ਇਹ ਬਿਲਕੁਲ ਸਹੀ ਗੱਲ ਤੁਸੀਂ ਕਹੀ ਕਿ ਇਹਦੇ ਵਿੱਚ ਇਸ ਤਰ੍ਹਾਂ ਦੀ। ਮੈਨੂੰ ਇੱਕ ਹੋਰ ਨਿਰਮਲ ਜੀ, ਸਾਡੇ ਇੱਥੇ ਪਹਿਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਏਦਾਂ ਦੇ ਰੂਲਸ, ਹੁਣ ਇੱਕ ਰੂਲ ਇਹੀ ਹੁੰਦਾ ਸੀ ਕਿ ਇਕਾਂਗੀ ਆਵੇ ਨਾਟਕਾਂ ਦੇ ਵਿੱਚ, ਤੇ ਜਦੋਂ ਕਿ ਹੁਣ ਇਕਾਂਗੀ ਲਿਖੇ ਨਹੀਂ ਜਾਂਦੇ ਕਿਧਰੇ ਵੀ, ਪਰ ਸ਼ਬਦ ਇਕਾਂਗੀ ਸੀ, ਹੈਨਾ। ਫਿਰ ਹੁੰਦਾ ਜੇ ਨਾਟਕ ਹੈ ਤੇ ਫਿਰ ਉਹ ਨਾਟਕ ਵੱਡੇ ਨੂੰ ਛੋਟਾ ਕੀਤਾ ਜਾਏ ਜਾਂ ਕਿੱਦਾਂ ਕੀਤਾ ਜਾਏ। ਇਹ ਬਾਰ-ਬਾਰ ਜਾਂ ਕਈ ਵਾਰੀ ਜੱਜਮੈਂਟ ਦੇ ਵਿੱਚ ਵੀ ਜਾਂ ਕਈ ਟੀਮਾਂ ਜਿਹੜੀਆਂ ਸੀ ਉਹ ਆਬਜੈਕਸ਼ਨ ਕਰਦੀਆਂ ਸੀ ਜੀ ਇਹ ਇਕਾਂਗੀ ਨਹੀਂ ਹੈ, ਇਹ ਇਦਾਂ ਦਾ ਨਹੀਂ ਹੈ, ਇਹ ਤਾਂ ਟਰਾਂਸਲੇਟਡ ਪਲੇ ਹੈ। ਤੁਸੀਂ ਇਹਨਾਂ ਮਸਲਿਆਂ ਨੂੰ ਕਿੱਦਾਂ ਹੱਲ ਕੀਤਾ ਫਿਰ ਸਾਰਿਆਂ ਨੂੰ? ਦੇਖੋ, ਜਦੋਂ ਤਾਂ ਮੈਂ ਐਜ਼ ਏ ਸਟੂਡੈਂਟ ਤੇ ਐਜ਼ ਏ ਟੀਚਰ ਪਾਰਟਿਸਿਪੇਟ ਕਰਦਾ ਸੀ ਤਾਂ ਮੈਨੂੰ ਉਸ ਵੇਲੇ ਦੇ ਡਾਇਰੈਕਟਰ ਯੂਥ ਵੈਲਫੇਅਰ ਤੇ ਬਹੁਤ ਗੁੱਸਾ ਆਉਂਦਾ ਸੀ ਵੀ ਯਾਰ ਇਹ ਕਿਉਂ ਐਂ ਕਰ ਰਹੇ ਆ। ਮਤਲਬ 25 ਮਿੰਟ ਦਾ ਕੋਈ ਨਾਟਕ ਹੁੰਦਾ, ਮੈਂ ਮਤਲਬ ਕਹਿੰਦਾ ਸੀ 25, ਮੈਨੂੰ ਮੈਂ ਜਦੋਂ ਡਾਇਰੈਕਟਰ ਆਪ ਲੱਗ ਗਿਆ ਤਾਂ ਮੈਂ 25 ਤੋਂ 26 ਮਿੰਟ ਨਹੀਂ ਕਰ ਸਕਿਆ। ਉਹਦਾ ਕਾਰਨ ਹੈ ਕਿ ਇਹ ਜਿਹੜਾ ਸਿਸਟਮ ਹੈ ਇਹ ਕੇਵਲ ਜੀ ਉੱਪਰੋਂ ਚੱਲਦਾ, ਬਿਲਕੁਲ ਨੈਸ਼ਨਲ ਤੋਂ, ਨੈਸ਼ਨਲ, ਨਾਰਥ ਜ਼ੋਨ, ਸਟੇਟ, ਜੋ ਨੈਸ਼ਨਲ ਦੇ ਰੂਲ ਹੈ ਉਹ ਕਰਨੇ ਪੈਣੇ ਆ। ਨੈਸ਼ਨਲ ਦੇ ਵਿੱਚ ਡਰਾਮੇ ਦੀ ਜਿਹੜੀ ਹੈਗੀ ਆ ਡਿਊਰੇਸ਼ਨ ਉਹ 25 ਮਿੰਟ ਹੈ, 25 ਤੋਂ 30 ਮਿੰਟ ਹੈ। 25-30 ਮਿੰਟ ਦੇ ਵਿੱਚ ਕੇਵਲ ਧਾਲੀਵਾਲ ਸਾਹਿਬ ਨੂੰ ਕਹੀਏ 25 ਤੋਂ 30 ਮਿੰਟ ਦੇ ਵਿੱਚ ਜਿਹੜੇ ਵੱਡੇ ਨਾਟਕ ਕਰਨ ਵਾਲੇ ਬੰਦੇ ਉਹ ਨਾਟਕ ਨਹੀਂ ਹੋ ਸਕਦਾ। ਇਹਦਾ ਜਿਹੜਾ ਗੰਭੀਰ ਨਤੀਜਾ ਨਿਕਲਿਆ ਉਹ ਇਹ ਨਿਕਲਿਆ ਕਿ ਯੂਥ ਫੈਸਟੀਵਲਾਂ ਦੇ ਨਾਟਕਾਂ ਦੇ ਵਿੱਚੋਂ ਸਕ੍ਰਿਪਟ ਹੈ ਜਿਹੜੀ ਉਹ ਗਾਇਬ ਹੋ ਗਈ, ਉਹ ਡਾਇਰੈਕਟਰ ਦਾ ਨਾਟਕ ਰਹਿ ਗਿਆ। 25 ਮਿੰਟ ਦੇ ਵਿੱਚ ਉਹਨੇ ਥ੍ਰਿਲ ਕਰਨਾ, 25 ਮਿੰਟ ਦੇ ਵਿੱਚ ਉਹਨੇ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਆਡੀਅנס ਆ ਉਹਨੂੰ ਪਕੜ ਕੇ ਰੱਖੇ। ਬਿਲਕੁਲ, ਯਾਨੀ ਉਹਦੇ ਚ ਜੇ ਤੁਸੀਂ ਕਹੋ ਕਿ ਕੇਵਲ ਧਾਲੀਵਾਲ ਦਾ ਜਾਂ ਪਾਲੀ ਭੁਪਿੰਦਰ ਦਾ ਜਾਂ ਆਤਮਜੀਤ ਦਾ ਅਜਮੇਰ ਔਰਤ ਦਾ ਨਾਟਕ ਯੂਥ ਫੈਸਟੀਵਲ 'ਚ ਹੋ ਰਿਹਾ ਔਰ ਨੈਸ਼ਨਲ 'ਚ ਹੋ ਰਿਹਾ ਹਿੰਦੀ ਅਨੁਵਾਦ ਕਰਕੇ, ਤਾਂ ਤੁਸੀਂ ਸਾਹਮਣੇ ਬੈਠ ਕੇ ਦੇਖੋ, ਤੁਸੀਂ ਲੱਭਦੇ ਰਹਿ ਜਾਓਗੇ ਕਿ ਇਹ ਮੈਂ ਲਿਖਿਆ, ਇਹਦੇ ਵਿੱਚ ਮੈਂ ਕੀ ਲਿਖਿਆ। ਜਿਹੜਾ 10% ਸਕ੍ਰਿਪਟ ਆ, ਬਾਕੀ ਸਾਰਾ ਕੁਛ ਐਡੀ ਥ੍ਰਿਲ ਮਤਲਬ। ਲੇਕਿਨ ਉਹ ਅਪੀਲ ਕਰਦੀ ਆ ਉਸ ਵੇਲੇ ਜੇ ਹਾਲ ਭਰਿਆ, ਉਹ ਡਾਇਰੈਕਟਰ ਇੰਨੇ ਕਮਾਲ ਦਾ ਕੰਮ ਕਰ ਰਹੇ ਆ ਇਸ ਵੇਲੇ, ਮਤਲਬ ਉਹਦੀ ਬਲੌਕ ਪਤਾ ਨਹੀਂ ਉਹਨੂੰ ਹੁਣ ਅਸੀਂ ਸਾਰੇ ਥੀਏਟਰ ਵਾਲੇ ਕਿਵੇਂ ਲੈਂਦੇ ਆ। ਮੈਂ ਜਾ ਕੇ ਦੇਖਿਆ ਨੈਸ਼ਨਲ ਲੈਵਲ ਤੱਕ ਕਿ ਉਹ 25 ਮਿੰਟ ਤੁਸੀਂ ਅੱਖ ਹੀ ਨਹੀਂ ਝਪਕ ਸਕਦੇ, ਮਤਲਬ ਇਸ ਤਰ੍ਹਾਂ ਦਾ ਕੰਮ ਜਿਹੜਾ ਉਹਦੇ 'ਚ ਕਰ ਰਿਹਾ। ਲੇਕਿਨ ਦੁੱਖ ਵਾਲੀ ਗੱਲ ਇਹ ਵੀ ਆ, ਨਾਟਕ ਵਾਲੀ ਜਿਹੜੀ ਗੱਲ ਖਤਰੇ ਲਈ ਆ ਉਹ ਇਹ ਆ ਕਿ ਉਹਦੇ ਵਿੱਚ ਸਕ੍ਰਿਪਟ ਵਾਲਾ ਪਾਰਟ ਹੈ ਜਿਹੜਾ, ਜਾਂ ਰਾਈਟਰ ਦਾ ਜਿਹੜਾ ਥਾਟ ਹੈ ਉਹ ਬੈਕ ਤੇ ਜਾ ਵੜਿਆ। ਉੱਥੇ ਜਿਹੜੀ ਡਾਇਰੈਕਸ਼ਨ ਹੈ ਉਹ ਭਾਰੂ ਹੋ ਗਈ ਆ, ਔਰ ਡਾਇਰੈਕਸ਼ਨ ਦੇ ਬੇਸ ਤੇ ਨਾਟਕ ਹੈ ਜਿਹੜੇ ਉਹ ਅੱਗੇ ਜਿਹੜੇ ਬਹੁਤ ਸਾਰੇ ਆ ਰਹੇ ਆ। ਔਰ ਪੰਜਾਬ ਯੂਨੀਵਰਸਿਟੀ ਨੇ ਵੀ, ਮੇਰੀ ਟਨਿਓਰ ਦੇ ਵਿੱਚ ਵੀ ਅਸੀਂ 3 ਵਾਰ ਨੈਸ਼ਨਲ 'ਚ ਜਿੱਤਿਆ, ਤਾਂ ਉਹ ਨਾਟਕ ਦੇ ਵਿੱਚ ਡਾਇਰੈਕਸ਼ਨ ਦੀ ਵੀ ਕਮਾਲ ਸੀ। ਬਿਲਕੁਲ ਬਿਲकुल, ਮੈਂ ਇਸੇ ਨਵੇਂ ਟ੍ਰੈਂਡ ਦੀ ਹੀ ਗੱਲ ਸੁਣਨੀ ਚਾਹੁੰਦਾ ਸੀ ਤੁਹਾਡੇ ਕੋਲ ਕਿ ਨੋ ਡਾਊਟ ਕਿ ਸਮੇਂ ਨਾਲ ਚੀਜ਼ਾਂ ਬਦਲਦੀਆਂ ਨੇ, ਬਦਲਣੀਆਂ ਵੀ ਚਾਹੀਦੀਆਂ ਨੇ, ਕਿਸੇ ਇੱਕ ਜਗ੍ਹਾ ਤੇ ਜੜ ਨਹੀਂ ਹੋਣਾ ਚਾਹੀਦਾ। ਇਹੀ ਮੇਰਾ ਖਿਆਲ ਸਾਡੀ ਕ੍ਰੀਏਟੀਵਿਟੀ ਦੀ ਇਹੀ ਇੱਕ ਪਹਿਚਾਣ ਹੈ ਕਿ ਅਸੀਂ ਸਮੇਂ ਦੇ ਨਾਲ ਨਾਲ ਆਪਣੇ ਆਪ ਨੂੰ ਵੀ ਬਦਲਦੇ ਹਾਂ, ਆਪਣੇ ਕੰਮ ਨੂੰ ਹੋਰ ਪੋਲਿਸ਼ ਕਰਦੇ ਹਾਂ, ਅਸੀਂ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਹਾਂ। ਔਰ ਵੈਸੇ ਸਾਡੀ ਕ੍ਰੀਏਟੀਵਿਟੀ ਵਾਲੇ ਲੋਕਾਂ ਦੀ ਜ਼ਿਆਦਾ ਆਦਤ ਹੁੰਦੀ ਹੈ ਕਿ ਅਸੀਂ ਜਲਦੀ ਨਵੀਆਂ ਚੀਜ਼ਾਂ ਨੂੰ ਅਪਣਾਉਂਦੇ ਹਾਂ, ਬਹੁਤ ਜਲਦੀ ਅਸੀਂ ਉਹਨਾਂ ਨੂੰ ਆਪਣੇ ਇੱਕ ਗੱਲ ਜਿਹੜੀ ਚੰਗੀ ਆ ਕਿ ਇਹਨਾਂ ਨੂੰ ਇੱਕ ਗੱਲ ਦਾ ਸਿਹਰਾ ਜਾਂਦਾ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਬਾਕੀ ਯੂਨੀਵਰਸਿਟੀ, ਕਿ ਇਹਨਾਂ ਨੇ ਥੀਏਟਰ ਨੂੰ ਪ੍ਰਮੋਟ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਇਆ। ਔਰ ਇੱਕ ਸਿਹਰਾ ਜਾਂਦਾ ਹੈ ਉਹਨਾਂ ਅਦਾਰਿਆਂ ਨੂੰ ਜਿਹਦੇ 'ਚ ਪੰਜਾਬ ਆਰਟ ਕੌਂਸਲ ਹੈ, ਜਿਹਦੇ 'ਚ ਪੰਜਾਬ ਸੰਗੀਤ ਨਾਟਕ ਅਕੈਡਮੀ ਹੈ, ਜਿਹਦੇ 'ਚ ਯੂਥ ਵੈਲਫੇਅਰ ਡਿਪਾਰਟਮੈਂਟ ਹੈ, ਪੰਜਾਬ ਸਰਕਾਰ ਦਾ ਯੂਥ ਸਰਵਿਸ ਡਿਪਾਰਟਮੈਂਟ ਹੈ। ਇਹ ਸਮੇਂ-ਸਮੇਂ ਇੰਟਰਯੂਨੀਵਰਸਿਟੀ ਕੰਪੀਟੀਸ਼ਨ ਕਰਵਾਉਂਦੇ ਰਹਿੰਦੇ ਆ। ਇਹਨਾਂ ਕੰਪੀਟੀਸ਼ਨਾਂ ਦੇ ਵਿੱਚ ਚੰਗੀ ਸਕ੍ਰਿਪਟ ਵਾਲੇ
ਨਾਟਕ ਹੈ ਜਿਹੜੇ ਉਹ ਆਉਂਦੇ ਆ, ਕਿਉਂਕਿ ਇੱਥੇ ਦਾ ਫਰਕ ਹੈ, ਆਰਗੇਨਾਈਜੇਸ਼ਨ ਦਾ ਫਰਕ ਹੈ। ਤੁਸੀਂ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਜਾਂ ਪੰਜਾਬ ਆਰਟ ਕੌਂਸਲ ਵੱਲੋਂ ਕਦੇ ਜਿਹੜੇ ਇੰਟਰ ਯੂਨੀਵਰਸਿਟੀ ਪਲੇ ਕਰਵਾਏ ਆ, ਉਹ ਸਕ੍ਰਿਪਟ ਉਹਨਾਂ ਦੇ ਵਿੱਚ ਹਮੇਸ਼ਾ ਭਰੂ ਰਹੀ ਆ, ਉਹ ਚੰਗੇ ਪਲੇ ਰਹੇ ਆ, ਪੰਜਾਬ ਦੇ ਬੇਸ ਪਲੇ ਹੁੰਦੇ ਆ, ਇਹ ਵੀ ਯੂਨੀਵਰਸਿਟੀਆਂ ਖਿਆਲ ਰੱਖਦੀਆਂ। ਇਹ ਅਸੀਂ ਜਦੋਂ ਮਾਂ ਬੋਲੀ ਪੰਜਾਬੀ ਮਾਂ ਬੋਲੀ ਵਾਲਾ ਪਟਿਆਲੇ ਕਰਵਾਇਆ ਸੀ 18 ਫਰਵਰੀ ਨੂੰ, ਤੇ ਉਦੋਂ ਤੁਸੀਂ ਮੋਗੇ ਤੋਂ ਇੱਕ ਟੀਮ ਭੇਜੀ ਸੀ ਮੇਰੇ ਖਿਆਲ ਉਧਰੋਂ, ਤੇ ਉਹ ਤੁਹਾਡੇ ਯੂਨੀਵਰਸਿਟੀ ਦੀ ਸੀ ਉਧਰਲੇ ਪਾਸਿਓਂ। ਹਾਂਜੀ, ਬਹੁਤ ਅੱਛਾ ਨਾਟਕ ਸੀ ਉਹਨਾਂ ਨੇ ਕੀਤਾ, ਬਹੁਤ ਕਮਾਲ ਦਾ ਪਲੇ ਸੀ ਉਧਰੋਂ। ਤੇ ਮੇਰੇ ਖਿਆਲ ਹੈ ਹੁਣ ਇਹ ਸ਼ਾਇਦ ਬਾਬਾ ਕੁੰਦਰ ਸਿੰਘ ਕਾਲਜ ਮਹਾਰ ਪੰਜਾਬੀ ਨਾਟਕ ਕੀਤਾ ਸਰਦਾਰ ਗੁਰਸ਼ਰਨ ਸਿੰਘ ਦਾ। ਹਾਂ, ਜਦੋਂ ਰੋਸ਼ਨੀ ਹੁੰਦੀ ਕੀਤਾ ਉਹਨਾਂ ਨੇ, ਔਰ ਬਹੁਤ ਸੋਹਣਾ ਪਲੇ ਕੀਤਾ ਸੀ ਉਹਨਾਂ ਨੇ। ਮੇਰੇ ਖਿਆਲ ਹੈ ਕਿ ਹੌਲੀ ਹੌਲੀ ਇੱਕ ਜਿਹੜਾ ਯੂਥ ਵੈਲਫੇਅਰ ਦਾ ਜਿਹੜਾ ਇਹ ਥੀਏਟਰ ਹੈ, ਜਿਹੜਾ ਇਹ ਯੁਵਾ ਥੀਏਟਰ ਜਿਹੜਾ, ਇਸ ਦੇ ਵਿੱਚ ਕਾਫੀ ਮੈਂ ਸਮਝਦਾ ਸੁਧਾਰ ਕਿ ਬਹੁਤ ਕ੍ਰੀਏਟੀਵਿਟੀ ਦੇ ਵਿੱਚ ਗਰੋਥ ਬੜੀ ਹੋਈ ਹੈ ਇਸ ਥੀਏਟਰ ਦੇ ਵਿੱਚ। ਕ੍ਰੀਏਟੀਵਿਟੀ ਤਾਂ ਬਹੁਤ ਆਈ ਹੈ, ਕ੍ਰੀਏਟੀਵਿਟੀ ਪੰਜਾਬ ਦਾ ਜਿਹੜਾ ਨੈਸ਼ਨਲ ਲੈਵਲ ਦੇ ਉੱਤੇ ਯੁਵਾ ਥੀਏਟਰ ਦਾ ਨਾਮ ਵੀ ਜਿਹੜਾ ਵਾ ਇਹਨਾਂ ਯੂਨੀਵਰਸਿਟੀਆਂ ਨੇ ਇੱਕ ਚੰਗਾ ਸਟੈਬਲਿਸ਼ ਕੀਤਾ। ਔਰ ਇਹਦੇ ਨਾਲ ਸਾਡੇ ਕੁਝ ਨਵੇਂ ਡਾਇਰੈਕਟਰ ਜਿਹੜੇ ਨੇ ਉਹ ਵੀ ਇਹਦੇ ਵਿੱਚ ਸਾਹਮਣੇ ਆਏ ਨੇ। ਤੇ ਇਹਦੇ ਨਾਲ ਨਿਰਮਲ ਮੈਂ ਤੁਹਾਡੇ ਕੋਲੋਂ ਸੁਣਨਾ ਚਾਹੁੰਦਾ ਕਿ ਜਿਹੜੇ ਨਵੇਂ ਡਾਇਰੈਕਟਰ ਨੇ ਜਿਹੜੇ ਨਹੀਂ ਇਹਦੇ ਚ ਇੱਕ ਜੀ ਤੁਹਾਡੀ ਆਵਾਜ਼ ਕੱਟੀ ਜਾ ਰਹੀ ਹੈ ਮੇਰੇ ਕੋਲ। ਤੁਹਾਡੀ ਵੀ ਕੱਟੀ ਜਾ ਰਹੀ ਸੀਗੀ ਹੁਣੇ, ਹੁਣ ਕੱਟੀ ਜਾ ਰਹੀ, ਹੁਣ ਬੋਲੋ ਜਰਾ ਤੁਸੀਂ। ਅੱਛਾ, ਮੈਂ ਜਿਹੜੀ ਗੱਲ ਤੁਹਾਡਾ ਮੈਂ ਸਵਾਲ ਦਾ ਜਵਾਬ ਦੇ ਰਿਹਾ, ਲੇਕਿਨ ਉਸ ਤੋਂ ਪਹਿਲਾਂ ਮੈਂ ਹੋਰ ਵੀ ਕਹਿਣਾ ਚਾਹੁੰਦਾ, ਜੇ ਮੈਂ ਇਕੱਲੇ ਥੀਏਟਰ ਦੀ ਗੱਲ ਕਰਾਂ ਤਾਂ ਪੰਜਾਬ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਇਹਨਾਂ ਦੇ ਯੂਥ ਫੈਸਟੀਵਲਾਂ ਨੇ ਸਾਡੇ ਥੀਏਟਰ ਵਾਲਿਆਂ ਨੂੰ ਬਹੁਤ ਰੁਜ਼ਗਾਰ ਦਿੱਤਾ। ਸੈੱਟ ਲਾਉਣ ਵਾਲੇ ਮੁੰਡੇ, ਮੇਕਅਪ ਲਾਉਣ ਵਾਲੇ ਕਰਨ ਵਾਲੇ ਮੁੰਡੇ ਜਿਹੜੇ ਹੈਗੇ ਆ, ਸੰਗੀਤ ਵਾਲੇ ਮੁੰਡੇ, ਇਹਨਾਂ ਨੂੰ ਰੁਜ਼ਗਾਰ, ਕਿਉਂਕਿ ਜਿਹੜਾ ਥੀਏਟਰ ਦਾ ਡਾਇਰੈਕਟਰ ਹੈ ਉਹ ਐਸੋਸੀਏਟ ਇਹਨਾਂ ਨੂੰ ਕਰ ਲੈਂਦਾ ਆਪਣੇ ਦੇ ਨਾਲ, ਸਾਰਿਆਂ ਨਾਲ। ਉਹਨੇ ਜਾ ਕੇ ਕਾਲਜ ਦੇ ਵਿੱਚ ਤਿਆਰ ਕਰਵਾਉਣਾ ਹੁੰਦਾ, ਤਿਆਰ ਕਰਵਾਉਣ ਤੋਂ ਬਾਅਦ ਉਹਦੀ ਡਿਊਟੀ ਹੁੰਦੀ ਹੈ ਕਿ ਉਹਨੇ ਮੇਕਅਪ ਵਾਲੇ ਮੁੰਡੇ ਨੂੰ ਵੀ ਬੁਲਾਉਣਾ, ਉਹਨੇ ਸਾਊਂਡ ਵਾਲੇ ਨੂੰ ਵੀ ਬੁਲਾਉਣਾ, ਉਹਨੇ ਜਿਹੜਾ ਹੈਗਾ ਕੰਪੋਜੀਸ਼ਨ ਹੈ ਸੰਗੀਤ ਦੀ ਕਰਨੀ ਉਹਨੂੰ ਵੀ ਬੁਲਾਉਣਾ। ਯਾਨੀ ਐਕਟ ਜਦੋਂ ਮਤਲਬ ਆਹ ਕਰੋਨਾ ਵਾਇਰਸ ਕਰਕੇ ਸਾਡੇ ਯੂਥ ਫੈਸਟੀਵਲ ਨਹੀਂ ਹੋਏ ਤਾਂ ਮੈਨੂੰ ਨਾ ਜਿਹੜੇ ਮੁੰਡੇ ਸਾਡੇ ਥੀਏਟਰ ਵਾਲੇ ਬੜਾ ਦੁੱਖ ਹੋਇਆ ਕਿ ਯਾਰ ਉਹ ਸਾਡੇ ਫੈਸਟੀਵਲ ਨਹੀਂ ਹੋਣੇ। ਉਹ ਆਪ ਮੈਨੂੰ ਆ ਕੇ ਦੱਸਦੇ ਆ ਕਿ ਸਾਨੂੰ ਇਹਨਾਂ ਫੈਸਟੀਵਲਾਂ ਤੋਂ ਰੁਜ਼ਗਾਰ ਆ ਜਿਹੜਾ ਇੱਕ ਕਿਸਮ ਦਾ ਮਿਲਿਆ, ਰੁਜ਼ਗਾਰ ਵੀ ਮਿਲਿਆ ਔਰ ਉਹਨਾਂ ਨੂੰ ਇੱਕ ਕ੍ਰੀਏਟੀਵਿਟੀ ਦਿਖਾਉਣ ਦਾ ਮੌਕਾ ਵੀ ਮਿਲਿਆ। ਔਰ ਨੌਜਵਾਨ ਮੁੰਡਿਆਂ ਨੇ ਜਿਹੜੇ ਕਿ ਹੁਣ ਵੱਖ-ਵੱਖ ਯੂਨੀਵਰਸਿਟੀਆਂ ਦੇ ਥੀਏਟਰ ਡਿਪਾਰਟਮੈਂਟਾਂ 'ਚੋਂ ਪੜ੍ਹੇ ਆ, ਉਹਨਾਂ ਨੇ ਬਹੁਤ ਮਾਰਕੇ ਦਾ ਕੰਮ ਕੀਤਾ ਹੈਗਾ ਯੂਨੀਵਰਸਿਟੀਆਂ ਦੇ ਵਿੱਚ। ਔਰ ਹੁਣ ਸਾਡੀ ਬਹੁਤ ਕੋਸ਼ਿਸ਼ ਹੈ, ਮੇਰੀ ਤਾਂ ਖਾਸ ਤੌਰ ਤੇ, ਕਿ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਕਾਲਜ ਹੈ ਉਹਨਾਂ ਦੇ ਵਿੱਚ ਥੀਏਟਰ ਦਾ ਜਿਹੜਾ ਸਬਜੈਕਟ ਆ ਉਹ ਕਿਸੇ ਤਰੀਕੇ ਨਾਲ ਇੰਟਰੋਡਿਊਸ ਹੋ ਜੇ ਤਾਂ ਸਾਡੇ ਲਈ ਹੋਰ ਵੀ ਫਾਇਦਾ ਹੋਵੇ ਕਿ ਸਾਡੇ ਉੱਥੇ ਥੀਏਟਰ ਵਾਲੇ ਜਿਹੜੇ ਪੜ੍ਹੇ ਲਿਖੇ ਜਾਂ ਕੁਆਲੀਫਾਈਡ ਆ ਉਹ ਟੀਚਰ ਦੇ ਤੌਰ ਤੇ ਕੰਮ ਕਰਨ। ਹਾਂ, ਮੈਂ ਇਹਦੇ ਬਾਰੇ ਨਿਰਮਲ ਮੈਂ ਹੋਰ ਜ਼ਿਆਦਾ ਜ਼ਰਾ ਡਿਟੇਲ ਵਿੱਚ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਕਿ ਤੁਸੀਂ ਜਿੱਥੇ ਇੰਨਾ ਕੰਮ ਕੀਤਾ ਬਤੌਰ ਡਾਇਰੈਕਟਰ, ਵੀ ਤੁਸੀਂ ਕਈ ਨਵੀਆਂ ਚੀਜ਼ਾਂ ਇੰਟਰੋਡਿਊਸ ਕਰਦੇ ਪਏ ਹੋ, ਇਹ ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ ਕਿ ਕਾਲਜਾਂ ਦੇ ਵਿੱਚ ਸਬਜੈਕਟ ਇੰਟਰੋਡਿਊਸ ਹੋ ਜਾਵੇ, ਤੇ ਇਹ ਕੋਈ ਇੱਕ ਸਬਜੈਕਟ ਇਦਾਂ ਦਾ ਲਾਜ਼ਮੀ ਹੋ ਸਕਦਾ ਹੈ ਕਿ ਥੀਏਟਰ ਦਾ ਇੱਕ ਸਬਜੈਕਟ, ਜਿਵੇਂ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਸੰਗੀਤ ਵਿਭਾਗ ਹੁੰਦਾ ਵਾ, ਉਹਨਾਂ ਦੇ ਵਿੱਚ ਨ੍ਰਿਤ ਵਾਲਾ ਵੀ ਵਿਭਾਗ ਹੁੰਦਾ ਵਾ, ਹੈ ਨਾ, ਕੋਈ ਇਦਾਂ ਦਾ ਥੀਏਟਰ ਦਾ ਵਿਭਾਗ ਵੀ ਬਣ ਜਾਏ ਤਾਂ ਕਿ ਸਾਡੇ ਜਿਹੜੇ ਯੂਨੀਵਰਸਿਟੀਆਂ ਤੋਂ ਪਾਸ ਹੁੰਦੇ ਨੇ ਸਟੂਡੈਂਟ, ਉਹਨਾਂ ਨੂੰ ਵੀ ਰੁਜ਼ਗਾਰ ਉਹਦੇ ਵਿੱਚ ਮਿਲੇ ਔਰ ਸਾਡਾ ਥੀਏਟਰ ਹੋਰ ਡਿਵੈਲਪ ਹੋਏਗਾ। ਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ। ਅਸੀਂ ਇਸ ਵੇਲੇ ਪੰਜਾਬ ਦੇ ਕਾਲਜਾਂ ਵਿੱਚ ਇੱਕ ਗੱਲ ਕਰਨ ਦੇ ਵਿੱਚ ਥੋੜਾ ਜਿਹਾ ਸਾਨੂੰ ਖੁਸ਼ੀ ਹੋਈ ਹੈ ਕਿ ਪੰਜਾਬ ਦੇ ਬਹੁਤ ਸਾਰੇ ਕਾਲਜਾਂ 'ਚ ਪਰਫਾਰਮਿੰਗ ਆਰਟਸ ਦਾ ਇੱਕ ਸਬਜੈਕਟ ਹੈ ਜਿਹੜਾ ਉਹ ਸ਼ੁਰੂ ਹੋ ਗਿਆ। ਮੈਂ ਇੱਕ ਮਿੰਟ, ਤੇ ਉਹ ਪਰਫਾਰਮਿੰਗ ਜਿਹੜਾ ਆਰਟ ਦਾ ਸਬਜੈਕਟ ਆ ਉਹਦੇ ਵਿੱਚ ਉਹਨਾਂ ਨੇ ਜਿਹੜੀ ਕੁਆਲੀਫਿਕੇਸ਼ਨ ਹੈ ਜਾਂ ਜਦੋਂ ਟੀਚਰ ਰੱਖਣਾ ਉਹਦੇ ਵਿੱਚ ਉਹਨਾਂ ਨੇ ਜਿਹੜਾ ਥੀਏਟਰ ਦੀ MA ਵਾਲੇ ਜਾਂ ਪੋਸਟ ਗ੍ਰੈਜੂਏਟ ਜਿਨ੍ਹਾਂ ਨੇ ਨੈਟ ਕਲੀਅਰ ਕੀਤਾ ਉਹ ਵੀ ਰੱਖੇ ਹੋਏ। ਔਰ ਬਹੁਤ ਸਾਰੇ ਥੀਏਟਰ ਵਾਲੇ ਜਿਹੜੇ ਸਾਡੇ ਮੁੰਡੇ ਖਾਸ ਤੌਰ ਤੇ ਜਿਹੜੇ ਇਸ ਗੱਲ 'ਚ ਅੱਗੇ ਆਏ ਆ, ਉਹ ਕਈ ਕਾਲਜਾਂ ਦੇ ਵਿੱਚ ਪਰਫਾਰਮਿੰਗ ਆਰਟਸ ਆ ਜਿਹੜਾ ਉਹ ਪੜ੍ਹਾ ਰਹੇ ਆ। ਲੇਕਿਨ ਅਜੇ ਇਕੱਲਾ ਥੀਏਟਰ ਦਾ ਸਬਜੈਕਟ ਆ ਜਿਹੜਾ ਉਹ ਨਹੀਂ ਹੋਇਆ, ਜਿਹਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਤਮੰਨਾ ਵੀ ਆ ਔਰ ਉਮੀਦ ਵੀ ਆ, ਆਸ ਵੀ ਆ ਤੇ ਅਰਦਾਸ ਵੀ ਆ ਕਿ ਉਹ ਜਿਹੜਾ ਥੀਏਟਰ ਦਾ ਸਬਜੈਕਟ ਆ ਉਹ ਕਾਲਜਾਂ ਦੇ ਵਿੱਚ ਇੱਕ ਸਬਜੈਕਟ ਦੇ ਤੌਰ ਤੇ, ਇਕੱਲਾ ਵੋਕੇਸ਼ਨਲ ਸਬਜੈਕਟ ਨਹੀਂ, ਇੱਕ ਕੰਪਲਸਰੀ ਸਬਜੈਕਟ ਦੇ ਤੌਰ ਤੇ ਲਾਗੂ। ਹਾਂ, ਇਦਾਂ ਵੀ ਜਿਵੇਂ ਇੱਥੇ ਹੁਣ ਅੰਮ੍ਰਿਤਸਰ 'ਚ ਖਾਲਸਾ ਕਾਲਜ ਵਾਲਿਆਂ ਨੇ ਇਦਾਂ ਦਾ ਕੀਤਾ ਹੈ ਕਿ ਉਹਨਾਂ ਕੋਲ ਕਿ ਤੁਸੀਂ ਥੀਏਟਰ ਸਬਜੈਕਟ ਜਿਹੜਾ ਵਾ, ਥੀਏਟਰ ਦਾ ਇੱਕ ਸਬਜੈਕਟ ਜਿਹੜਾ ਜਿਵੇਂ 94 ਸਬਜੈਕਟ ਅਸੀਂ ਲੈਂਦੇ ਆ ਕਿ ਇੰਗਲਿਸ਼, ਪੰਜਾਬੀ, ਪੋਲੀਟੀਕਲ ਸਾਇੰਸ ਤੇ ਥੀਏਟਰ,
ਵੀ ਇਹਦੇ ਨਾਲ ਕੋਈ ਕੰਬੀਨੇਸ਼ਨ ਹੋਵੇ ਨਾ ਹੋਵੇ ਉਹਦਾ ਕੋਈ ਜ਼ਰੂਰੀ ਨਹੀਂ ਹੈ, ਪਰ ਥੀਏਟਰ ਸਬਜੈਕਟ ਤੁਹਾਡਾ ਇੱਕ ਹੋ ਸਕਦਾ ਉਹਦੇ ਵਿੱਚ। ਉਹ ਕੀ ਜਿਹੜੀ ਸਾਡੀ ਇੰਟੈਗ੍ਰੇਟਡ ਹੈਗੀ ਨਾ BA B.Ed BSc B.Ed, ਉਹਦੇ ਚ ਤਾਂ ਜਿਹੜੀ ਐਜੂਕੇਸ਼ਨ ਪਾਲਿਸੀ ਦੇ ਵਿੱਚ ਹੀ ਹੈ ਕਿ ਇੱਕ ਪਰਫਾਰਮਿੰਗ ਆਰਟ ਦਾ ਸਬਜੈਕਟ ਉਹਨਾਂ ਨੇ ਕਰਤਾ ਪੱਕਾ। ਵੈਰੀ ਗੁੱਡ। ਔਰ ਮੈਨੂੰ ਲੱਗਦਾ ਕਿ ਜੇਕਰ ਇਹਨੂੰ ਨਿਰਮਲ ਤੁਹਾਡੇ ਸਮਿਆਂ ਦੇ ਵਿੱਚ ਇਹ ਕੰਮ ਹੋ ਜਾਏ, ਤੁਸੀਂ ਆਪਣੀ ਯੂਨੀਵਰਸਿਟੀ ਨੂੰ ਇਦਾਂ ਦੀ ਪ੍ਰਪੋਜ਼ਲ ਦਿਓ ਕਿ ਉਹਨੂੰ ਪਰਟੀਕੂਲਰ ਉਸ ਸਬਜੈਕਟ ਦਾ ਨਾਮ ਥੀਏਟਰ ਹੀ ਰੱਖਿਆ ਜਾਏ, ਕਿ ਰੰਗਮੰਚ ਸਬਜੈਕਟ ਇੱਕ ਚੋਣਵਾ ਵਿਸ਼ੇ ਵਜੋਂ ਹੋ ਜਾਏ, ਤੇ ਫਿਰ ਮੇਰੇ ਖਿਆਲ ਹੋਰ ਆਸਾਨੀ ਹੋ ਜਾਏਗੀ। ਯੂਥ ਵੈਲਫੇਅਰ ਦੇ ਨਾਲੋਂ ਜਿਹੜਾ ਜੀ ਬਿਲਕੁਲ ਠੀਕ ਹੈ, ਪਰ ਇਹਦੇ ਵਿੱਚ ਜ਼ਿਆਦਾ ਜਿਹੜਾ ਐਫਰਟ ਕਰਨ ਦੀ ਲੋੜ ਹੈ ਜਿਹੜੇ ਸਾਡੇ ਪੰਜਾਬ ਯੂਨੀਵਰਸਿਟੀਆਂ ਦੇ ਵਿੱਚ ਥੀਏਟਰ ਡਿਪਾਰਟਮੈਂਟ ਹੈ, ਕਿਉਂਕਿ ਥੀਏਟਰ ਡਿਪਾਰਟਮੈਂਟ ਦੇ ਗੱਲ ਕਰਨ ਦਾ ਅਸਰ ਜ਼ਿਆਦਾ ਹੋਊ। ਅਸੀਂ ਉਹਨਾਂ ਨੂੰ ਵੀ ਕੋਆਰਡੀਨੇਟ ਕਰ ਰਹੇ ਹਾਂ, ਤੁਸੀਂ ਵੀ ਥੀਏਟਰ ਡਿਪਾਰਟਮੈਂਟਾਂ ਦੇ ਨਾਲ ਜੁੜੇ ਆ ਯੂਨੀਵਰਸਿਟੀ, ਉਹਨਾਂ ਤੱਕ ਜ਼ਰੂਰ ਆਪਾਂ ਤੁਸੀਂ ਵੀ ਕਹੋ ਉਹਨਾਂ ਨੂੰ ਕਿ ਜਦੋਂ ਉਹ ਕਰਨਗੇ ਕੋਈ ਉਹਨਾਂ ਦੇ ਗ੍ਰੈਜੂਏਟ ਉੱਥੇ ਜਾ ਕੇ ਪੜਾਉਣਗੇ ਬਾਅਦ ਦੇ ਵਿੱਚ। ਬਿਲਕੁਲ। ਇਹ ਮੈਂ ਇੱਕ ਹੋਰ ਮੈਂ ਚਾਹਾਂਗਾ ਤੁਸੀਂ, ਕਿਉਂਕਿ ਇਹ ਜਿਹੜੀ ਗੱਲ ਨੌਜਵਾਨ ਸਾਡੇ ਆਰਟਿਸਟ ਤੁਹਾਡੀ ਬਾਅਦ ਵਿੱਚ ਫੇਸਬੁੱਕ ਤੇ ਵੀ ਸੁਣਨਗੇ ਸਾਰੀ ਗੱਲਬਾਤ, ਉਹਨਾਂ ਨੂੰ ਉਤਸ਼ਾਹ ਵੀ ਮਿਲੇਗਾ ਇਸ ਗੱਲ ਤੋਂ, ਕਿਉਂਕਿ ਤੁਸੀਂ ਬਹੁਤ ਪੋਜ਼ਿਟਿਵ ਗੱਲਾਂ ਕਰਦੇ ਪਏ ਹੋ ਯੂਥ ਫੈਸਟੀਵਲ ਦੀਆਂ ਜਿਹੜੀਆਂ, ਔਰ ਇਹਦੇ ਵਿੱਚ ਚੰਗੇ ਰਿਜ਼ਲਟ ਜਿਹੜੇ ਨੇ ਉਹ ਨੌਜਵਾਨ ਜਿਹੜੇ ਹਮੇਸ਼ਾ ਉਮੀਦ ਕਰਦੇ ਆ, ਤੇ ਹੋਰ ਲੋਕ ਵੀ ਨਾਲ ਜੁੜਨਗੇ ਕਿ ਇਹ ਜਿਹੜਾ ਯੂਥ ਫੈਸਟੀਵਲ ਦਾ ਜਿਹੜਾ ਥੀਏਟਰ ਹੈ, ਇਹਦੇ ਵਿੱਚੋਂ ਜਦੋਂ ਐਕਟਰ ਐਕਟਰੈਸ ਉਹ ਨਿਕਲਦੇ ਆ, ਉਹਨਾਂ ਨੂੰ ਬਾਹਰ ਥੀਏਟਰ 'ਚ ਕੰਮ ਮਿਲਦਾ ਜਾਂ ਉਹਨਾਂ ਨੂੰ ਫਿਲਮਾਂ 'ਚ ਕੰਮ ਮਿਲਦਾ, TV 'ਚ ਕੰਮ ਮਿਲਦਾ, ਮੈਂ ਚਾਹੁੰਦਾ ਉਹਦੇ ਬਾਰੇ ਥੋੜਾ ਜਿਹਾ ਹੋਰ ਤੁਸੀਂ ਡਿਟੇਲ ਵਿੱਚ ਗੱਲ ਕਰੋ ਕਿ ਸਾਡੀ ਯੂਨੀਵਰਸਿਟੀ ਨੇ ਏਦਾਂ ਦਾ ਕੰਮ ਕੀਤਾ ਜਾਂ ਇਹਦਾ ਇਹ ਫਾਇਦਾ ਹੈਗਾ। ਦੇਖੋ, ਜਿਹੜੇ ਸਾਡੇ ਥੀਏਟਰ ਦੇ ਸਟੂਡੈਂਟ ਹੈ, ਥੀਏਟਰ 'ਚ ਪਾਰਟਿਸਿਪੇਟ ਕਰਦੇ ਆ, ਉਹਨਾਂ ਨੂੰ ਐਕਸਪੋਜ਼ਰ ਮਿਲਦਾ ਹੀ ਮਿਲਦਾ, ਕਿਉਂਕਿ ਇਸ ਵੇਲੇ ਪੰਜਾਬੀ ਫਿਲਮਾਂ ਦਾ ਰੁਝਾਨ ਬਹੁਤ ਜ਼ਿਆਦਾ ਹੈ, ਔਰ ਪੰਜਾਬੀ ਫਿਲਮਾਂ ਦਾ ਰੁਝਾਨ ਹੁਣ ਫਿਰ ਇੱਕ ਵਾਰੀ ਪਹਿਲਾਂ ਬਦਲਿਆ ਸੀਗਾ, ਉਸ ਤੋਂ ਬਾਅਦ ਫਿਰ ਹੁਣ ਤਬਦੀਲੀ ਆਈ ਹੈ ਕਿ ਫਿਲਮਾਂ ਦੇ ਵਿੱਚ ਥੀਏਟਰ ਵਾਲੇ ਆਰਟਿਸਟਾਂ ਨੂੰ ਪਹਿਲ ਦਿੱਤੀ ਜਾਣ ਲੱਗੀ ਆ। ਮੈਂ ਪਿਛਲੇ 2-3 ਸਾਲਾਂ ਦਾ ਜਿਹੜਾ ਪੈਟਰਨ ਉਹਨਾਂ ਦਾ ਨੋਟ ਕੀਤਾ, ਜਾਂ ਉਹ ਫੋਨ ਕਰਦੇ ਰਹਿੰਦੇ ਆ, ਉਹ ਉਹਨਾਂ ਨੂੰ ਜਿਹੜੀ ਪਹਿਲ ਮਿਲਦੀ ਆ। ਲੇਕਿਨ ਉਹਦੀ ਪ੍ਰੋਬਲਮ ਸਾਨੂੰ ਇੱਕ ਹੋਰ ਆ ਰਹੀ ਹੈ ਕੇਵਲ ਜੀ, ਸਭ ਤੋਂ ਵੱਡੀ, ਕਿ ਉਹ ਹੈ ਤਾਂ ਚੰਗੀ ਖੁਸ਼ੀ ਵਾਲੀ ਨਿਸ਼ਾਨੀ ਆ, ਲੇਕਿਨ ਫਿਲਮ ਵਾਲੀ ਲਾਈਨ ਦੇ ਵਿੱਚ ਜਾ ਕੇ ਉਹ ਮੁੜ ਕੇ ਥੀਏਟਰ ਵੱਲ ਕਿੰਨਾ ਦੇਖਦੇ ਆ, ਇਹ ਗੱਲ ਥੋੜੀ ਜਿਹੀ ਸਾਡੇ ਲਈ ਫਿਕਰ ਵਾਲੀ ਹੈ ਕਿ ਉਹ ਬਾਅਦ ਚ ਥੀਏਟਰ ਵਾਲੀ ਫਿਰ ਝਾਕਦੇ, ਕਿਉਂਕਿ ਫਿਲਮ ਦੇ ਵਿੱਚ ਐਕਸਪੋਜ਼ਰ ਵੀ ਆ, ਉੱਥੇ ਪੈਸਾ ਵੀ ਇੱਥੋਂ ਨਾਲੋਂ ਵੱਧ ਹੈ, ਤੇ ਉੱਥੇ ਜਿਹੜਾ ਸੰਘਰਸ਼ ਹੈ ਜਾਂ ਮਿਹਨਤ ਹੈ ਉਹ ਘੱਟ ਕਰਨੀ ਪੈਂਦੀ ਆ। ਮਤਲਬ ਫਿਲਮ ਦੇ ਵਿੱਚ ਜੇ 10 ਡਾਇਲਾਗ ਬੋਲ ਰਿਹਾ ਤਾਂ ਉਹ 10 ਵਾਰੀਆਂ 'ਚ ਬੁਲਾ ਦੇਣੇ ਆ, ਤੇ ਜੇ ਥੀਏਟਰ ਦੇ ਵਿੱਚ ਤੁਸੀਂ 10 ਡਾਇਲਾਗ ਬੋਲ ਰਹੇ ਤਾਂ ਉਹਦੇ ਲਈ 10 ਦਿਨ ਦੀ ਰਿਹਰਸਲ ਕਰਨੀ ਜ਼ਰੂਰੀ ਆ। ਇਹ ਜਿਹੜਾ ਸੁਖਾਲਾਪਣ ਹੈ, ਇਹ ਸਾਡੇ ਥੋੜੇ ਜਿਹਾ ਅਫਸੋਸ ਵਾਲੀ ਵੀ ਗੱਲ ਹੈ ਕਿ ਇਹ ਸਾਡੇ ਆਰਟਿਸਟਾਂ ਨੂੰ ਜਦੋਂ ਫਿਲਮ ਵਾਲੇ ਪਾਸੇ ਜਾ ਵੜਦੇ ਤਾਂ ਥੀਏਟਰ ਵੱਲ ਮੁੜਨ ਨਹੀਂ ਦਿੰਦਾ, ਬਹੁਤ ਘੱਟ ਥੀਏਟਰ ਵੱਲ ਮੁੜਦੇ ਆ, ਉਸ ਤੋਂ ਬਾਅਦ ਇਕੱਲੇ ਐਕਸਪੋਜ਼ਰ ਵੱਲ ਰਹਿ ਜਾਂਦੇ ਆ। ਲੇਕਿਨ ਇਹਦੇ ਬਾਵਜੂਦ ਵੀ ਇਹ ਚੰਗੀ ਨਿਸ਼ਾਨੀ ਹੈ ਕਿ ਸਾਡੇ ਯੂਥ ਫੈਸਟੀਵਲਾਂ ਦੇ ਵਿੱਚੋਂ ਪੰਜਾਬੀ ਫਿਲਮਾਂ ਦੇ ਵਿੱਚ, ਭਾਵੇਂ ਉਹ ਐਕਟਿੰਗ ਦੇ ਵਿੱਚ ਹੋਣ, ਭਾਵੇਂ ਡਾਂਸ ਦੇ ਵਿੱਚ ਹੋਣ, ਭਾਵੇਂ ਉਹ ਕਿਸੇ ਹੋਰ ਹੁਨਰ ਨਾਲ ਸੰਬੰਧ ਰੱਖਦੇ ਆ, ਉਹਨਾਂ ਨੂੰ ਇੱਕ ਮੌਕਾ ਮਿਲ ਰਿਹਾ। ਬਿਲਕੁਲ ਬਿਲਕੁਲ, ਇਹ ਬਹੁਤ ਸਹੀ ਗੱਲ ਤੁਸੀਂ ਕਹੀ ਹੈ ਕਿ ਇੱਥੋਂ ਥੀਏਟਰ 'ਚੋਂ ਜਾ ਕੇ ਫਿਲਮੀ ਦੁਨੀਆ 'ਚ ਤੇ ਫਿਰ ਉਹਨਾਂ ਦਾ ਵਾਪਸ ਨਾ ਆਉਣਾ। ਕਈ ਵਾਰੀ ਮੈਂ ਉਹ ਇਹੋ ਜਿਹੀ ਗੱਲ ਕਰਦੇ ਆ, ਉਹ ਮੇਰੇ ਕੋਲ ਵੀ ਆਉਂਦੇ ਆ, ਕਹਿੰਦੇ ਆ ਕਿ ਭਾਜੀ ਅੱਜ ਕੱਲ੍ਹ ਸਾਡੀ ਸ਼ੂਟਿੰਗ ਨਹੀਂ ਹੈਗੀ, ਸਾਨੂੰ ਕੋਈ ਨਾਟਕ ਕਰਾ ਲਓ, ਹੁਣ ਅਸੀਂ ਵਿਹਲੇ ਆ। ਉਦੋਂ ਫਿਰ ਮੈਂ ਕਹਿੰਦਾ ਨਹੀਂ, ਮੈਂ ਵਿਹਲੇ ਲੋਕਾਂ ਨੂੰ ਨਾਟਕ ਨਹੀਂ ਕਰਾਉਂਦਾ, ਮੈਂ ਬਿਲਕੁਲ ਵਿਹਲੇ ਲੋਕਾਂ ਨੂੰ, ਵੀ ਥੀਏਟਰ ਵਿਹਲੇ ਲੋਕਾਂ ਦਾ ਕੰਮ ਨਹੀਂ ਹੈ, ਥੀਏਟਰ ਵੀ ਇੱਕ ਪ੍ਰੋਫੈਸ਼ਨ ਹੈ, ਇਹਨੂੰ ਵੀ ਉਨੀ ਇੱਜ਼ਤ ਨਾਲ ਦੇਖੋ, ਉਨੀ ਇੱਜ਼ਤ ਦਿਓ, ਉਨਾ ਪਿਆਰ ਦਿਓ ਕਿ ਯਾਨੀ ਬੜੀ ਮੁਸ਼ਕਲ ਦੇ ਨਾਲ ਮੈਂ ਕਿਹਾ ਮੇਰੇ ਵਰਗੇ ਲੋਕਾਂ ਨੇ ਤੇ ਇੰਨੀ ਮਿਹਨਤ ਕੀਤੀ ਹੈ ਕਿ ਅਸੀਂ ਕਿਹਾ ਕਿ ਥੀਏਟਰ ਇੱਕ ਇੱਜ਼ਤ ਵਾਲਾ ਪੇਸ਼ਾ ਹੈ, ਇੱਜ਼ਤ ਦਿਓ, ਇੱਜ਼ਤ ਦਿਓ, ਬਹੁਤ ਇੱਜ਼ਤ ਦਿਓ, ਹੈ ਨਾ, ਕਿ ਆਪਣੇ ਪ੍ਰੋਫੈਸ਼ਨ ਤੇ ਮਾਣ ਕਰਨਾ ਅਸੀਂ ਸਿੱਖਿਆ, ਮਾਣ ਕਰਨਾ ਚਾਹੀਦਾ, ਮਾਣ ਹੋਵੇ ਸਾਨੂੰ ਆਪਣੇ ਪ੍ਰੋਫੈਸ਼ਨ ਤੇ। ਤੇ ਇੰਨੇ ਵਰ੍ਹਿਆਂ 'ਚ ਅਸੀਂ ਇਸ ਮੁਕਾਮ ਤੱਕ ਪਹੁੰਚੇ ਆ, ਤੇ ਹੁਣ ਸਾਨੂੰ ਇਹ ਨਾ ਕਹੋ ਕਿ ਅਸੀਂ ਵਿਹਲੇ ਆ ਤੇ ਇਸ ਕਰਕੇ ਸਾਨੂੰ ਨਾਟਕ ਕਰਵਾ ਲਓ, ਤੇ ਵਿਹਲਿਆਂ ਨੂੰ ਮੈਂ ਕਿਹਾ ਮੈਂ ਨਹੀਂ ਕਰਵਾਉਂਦਾ। ਨਿਰਮਲ, ਬੜੀਆਂ ਖੂਬਸੂਰਤ ਤੁਸੀਂ ਗੱਲਾਂ ਕਰ ਰਹੇ ਹੋ। ਮੈਂ ਚਾਹੁੰਦਾ ਕਿ ਯੂਥ ਫੈਸਟੀਵਲਾਂ ਦੇ ਰੁਝਾਨ ਦੇ ਮੁਤਾਬਕ ਕੁਝ ਗੱਲਾਂ ਹੋਰ ਜਿਹੜੀਆਂ, ਕਿਉਂਕਿ ਰੰਗਮੰਚ ਇੱਕ ਇਹੋ ਜਿਹੀ ਚੀਜ਼ ਹੈ ਕਿ ਜਿਹ 'ਚ ਨ੍ਰਿਤ ਵੀ ਆ, ਸੰਗੀਤ ਵੀ ਆ, ਸਾਰੀਆਂ ਚੀਜ਼ਾਂ ਆਉਂਦੀਆਂ, ਤੇ ਤੁਹਾਡੇ ਡਿਪਾਰਟਮੈਂਟ ਦੇ ਅੰਡਰ ਇਹ ਸਾਰਾ ਕੁਝ ਹੀ ਆਉਂਦਾ ਉਹਦੇ ਵਿੱਚ, ਹੈ ਨਾ। ਤੇ ਕੁਝ ਸੰਗੀਤ ਤੇ ਨ੍ਰਿਤ ਦੇ ਬਾਰੇ ਵੀ ਮੈਂ ਚਾਹੁੰਦਾ ਕਿ ਉਹਦੇ ਬਾਰੇ ਕੁਝ ਇੱਕ ਗੱਲਾਂ, ਤਾਂ ਕਿ ਜਿੱਥੇ ਥੀਏਟਰ ਦੀਆਂ ਹੋ ਰਹੀਆਂ ਜਿਹੜੇ ਨ੍ਰਿਤ ਸੰਗੀਤ ਦੀ ਗੱਲ ਵੀ ਸੁਣਨਗੇ, ਤੁਹਾਡਾ ਆਵਾਜ਼ ਸਾਰਿਆਂ ਨਾਲ ਹੀ ਪੈਣਾ ਵਾ,
है ना, तुहाडे सारे स्टूडेंट ने, ते उन्हां बारे ते दूजी इहदे नाल जुड़वी गल विचे तुसीं मैनूं जवाब दे सकदे हो कि मैं एक वारी वेख्या सीगा कि तुसीं कोशिश करदे हो कि नौजवानां लई वर्कशॉपां ऑर्गेनाइज करो, उन्हां नूं ट्रेनिंग दिओ, ਉਹ ਤੁਸੀਂ ਸਾਰਾ ਕੁਝ ਕਿੱਦਾਂ ਕਰ ਰਹੇ ਹੋ? ਇਹ ਪਹਿਲਾਂ ਬਹੁਤੇ ਜਿਹੜੇ ਯੂਥ ਫੈਸਟੀਵਲ ਦੇ ਡਾਇਰੈਕਟਰ ਸੀ ਉਹ ਇਹ ਕੰਮ ਨਹੀਂ ਸੀ ਕਰਦੇ, ਉਹ ਉਦਾਂ ਹੀ ਤੋਰੀ ਜਾਂਦੇ ਸੀਗੇ ਵੀ ਆਪੇ ਕਰ ਲਓ ਜਿੱਦਾਂ ਹੁੰਦਾ ਹੈ, ਪਰ ਤੁਸੀਂ ਇਹ ਵਾਲਾ ਰੁਝਾਨ ਲੈ ਕੇ ਆਏ, ਇਹਦੇ ਬਾਰੇ ਵੀ ਕੁਝ ਹੋਰ ਗੱਲਾਂ ਕਰੋ ਜੀ। ਦੇਖੋ ਪਹਿਲਾਂ ਤਾਂ ਜਿਹੜਾ ਯੂਥ ਫੈਸਟੀਵਲ ਨੂੰ ਜਦੋਂ ਅਸੀਂ ਦੇਖਦੇ ਹਾਂ ਮਤਲਬ ਇੱਕ ਵੱਡੀ ਪ੍ਰਸਪੈਕਟਿਵ ਦੇ ਵਿੱਚ, ਤਾਂ ਇਹਦੇ ਵਿੱਚ ਥੀਏਟਰ ਤੇ ਆਪਾਂ ਬਹੁਤ ਸਾਰੀਆਂ ਗੱਲਾਂ ਕਰ ਲਈਆਂ, ਇਹਦੇ ਵਿੱਚ ਡਾਂਸ, ਇਹਦੇ ਵਿੱਚ ਸੰਗੀਤ ਤੇ ਇਹਦੇ ਵਿੱਚ ਜਿਹੜੀਆਂ ਕੋਮਲ ਕਲਾਵਾਂ ਉਹ ਵੀ ਇੱਕ ਹਿੱਸਾ, ਤੇ ਨਾਲ ਇੱਕ ਬਹੁਤ ਇੰਪੋਰਟੈਂਟ ਹਿੱਸਾ ਇਹਦਾ ਹੈਗਾ ਉਹ ਹੈਗਾ ਵਿਰਾਸਤੀ ਕਲਾਵਾਂ। ਜੇ ਪੰਜਾਬ ਦੀਆਂ ਯੂਨੀਵਰਸਿਟੀਆਂ ਤਾਂ ਉਹ ਜਿਹੜੀਆਂ ਵਿਰਾਸਤੀ ਕਲਾਵਾਂ ਜਿਹੜੀਆਂ ਪੰਜਾਬ ਦੇ ਵਿੱਚੋਂ ਹੌਲੀ ਹੌਲੀ ਲੋਪ ਹੋ ਰਹੀਆਂ, ਮਤਲਬ ਉਹਨਾਂ ਨੂੰ ਵੀ ਅਸੀਂ ਨਾਲ ਦੀ ਨਾਲ ਕੰਪੀਟੀਸ਼ਨ ਉਹਨਾਂ ਦੇ ਕਰਵਾਉਣੇ ਆ। ਡਾਂਸ ਦੇ ਜਿਹੜੇ ਕੰਪੀਟੀਸ਼ਨ ਆ, ਦੇਖੋ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਗੱਲ, ਜੇ ਸਾਡੇ ਥੀਏਟਰ ਦੇ ਵਿੱਚ, ਸਾਡਾ ਸ਼ਬਦ ਮੈਂ ਇਸ ਕਰਕੇ ਵਰਤ ਰਿਹਾ ਕਿ ਜੇ ਸਾਡੇ, ਮੈਂ ਥੀਏਟਰ ਵਾਲਾ ਕਰਕੇ, ਜੇ ਸਾਡੇ ਥੀਏਟਰ ਦੇ ਵਿੱਚ ਡਾਂਸ ਨੇ ਤੇ ਸੰਗੀਤ ਨੇ ਬਹੁਤ ਸਾਰੀ ਜਗ੍ਹਾ ਆ ਕੇ ਬਣਾ ਲਈ ਆ ਕੰਪੀਟੀਸ਼ਨ ਦੇ ਮਾਮਲੇ 'ਚ, ਕਿ ਹੁਣ ਥੀਏਟਰ ਦੇ ਵਿੱਚ ਮਤਲਬ 50% ਤੋਂ ਉੱਪਰ ਸੰਗੀਤ ਤੇ ਡਾਂਸ ਫਿੱਟ ਕਰਕੇ ਭੇਜਿਆ ਜਾਂਦਾ। ਤਾਂ ਇੱਕ ਗੱਲ ਹੋਰ ਵੀ ਆ ਕਿ ਡਾਂਸ ਦੇ ਵਿੱਚ ਵੀ ਥੀਏਟਰ ਜਾ ਵੜਿਆ। ਤੁਸੀਂ ਜਦੋਂ ਨੈਸ਼ਨਲ ਲੈਵਲ ਤੇ ਡਾਂਸ ਦੇਖਦੇ ਆ ਤਾਂ ਉਹ ਡਾਂਸ ਦੇ ਵਿੱਚ ਸੈੱਟ ਲਾਉਣ ਲੱਗ ਗਿਆ। ਹੁਣ ਜਿਵੇਂ ਸਾਡਾ ਡਰਾਮੇ ਦਾ ਪਹਿਲਾਂ ਸੈੱਟ ਲੱਗਦਾ, ਅਸੀਂ ਜਿਹੜਾ ਮੈਚ ਪਿਛਲੇ ਸਾਲ ਅਸੀਂ ਡਾਂਸ ਲੈ ਕੇ ਗਏ, ਉਹ ਰਾਜਸਥਾਨੀ ਡਾਂਸ ਸੀਗਾ, ਇੱਕ ਕਾਲਜ ਨੇ ਕੀਤਾ, ਉਹਨੂੰ ਅਸੀਂ ਇੰਟਰਵਰਸਿਟੀ ਲੈਵਲ ਤੇ ਜਾ ਕੇ ਮਤਲਬ ਪੇਸ਼ ਕੀਤਾ। ਤਾਂ ਉਹਦੇ ਚ ਪਹਿਲਾਂ ਸੈੱਟ ਲੱਗਿਆ, ਇੱਕ ਰਾਜਸਥਾਨੀ ਘਰ ਦਾ ਸੈੱਟ ਲੱਗਿਆ, ਉਹਦੇ ਇੱਕ ਪਾਸੇ ਇੱਕ ਰਾਜਸਥਾਨੀ ਖੇਤ ਦਾ ਸੀਨ ਦਿਖਾਇਆ, ਉਹ ਕੁੜੀਆਂ ਉਸ ਘਰ ਦੇ ਵਿੱਚੋਂ ਨਿਕਲਦੀਆਂ, ਉਸ ਖੇਤ ਦੇ ਵਿੱਚ ਜਾ ਕੇ ਵੜਦੀਆਂ, ਖੇਤ ਚੋਂ ਨਿਕਲਦੀਆਂ ਘਰ ਦੇ ਵਿੱਚ, ਮਤਲਬ ਉਹ ਇਸ ਤਰ੍ਹਾਂ ਥ੍ਰਿਲ ਕਰ ਗਿਆ ਕਿ ਜੱਜਾਂ ਨੇ ਉਹਨੂੰ ਬਹੁਤ ਜ਼ਿਆਦਾ ਮਤਲਬ ਉਹਦੀ ਐਪਰੀਸ਼ੀਏਟ ਕੀਤਾ ਉਹਨੂੰ, ਕਿ ਤੁਸੀਂ ਥੀਏਟਰੀਕਲ ਤਰੀਕੇ ਨਾਲ ਬਹੁਤ ਵਧੀਆ ਡਾਂਸ ਕੀਤਾ। ਹਾਲਾਂਕਿ ਇੱਕ ਦੋ ਡਾਂਸ ਵਾਲੇ ਬੰਦੇ ਮੈਨੂੰ ਕਹਿੰਦੇ ਯਾਰ ਕਿਆ ਆਪ ਡਾਂਸ ਵਿਗਾੜ ਰਹੇ ਹੋ ਥੀਏਟਰ ਵਿੱਚ, ਲੇਕਿਨ ਮੈਂ ਕਿਹਾ ਤੁਸੀਂ ਸਾਡੇ ਥੀਏਟਰ ਨੂੰ ਵੀ ਤਾਂ ਵਿਗਾੜ ਰਹੇ ਆ। ਲੇਕਿਨ ਅਸੀਂ ਦੋਨਾਂ ਨੇ ਫਿਰ ਸਮਝੌਤਾ ਇਹ ਕੀਤਾ ਕਿ ਇਹ ਆਪਾਂ ਵਿਗਾੜ ਨਾ ਤੁਸੀਂ ਰਹੇ ਆ ਨਾ ਅਸੀਂ ਰਹੇ ਆ, ਇਹ ਇੱਕ ਦੂਜੇ ਨਾਲ ਮਿਲ ਕੇ ਜਿਹੜੀ ਪਾਵਰ ਹੈ ਉਹ ਸਟਰੋਂਗ ਉਹਨੂੰ ਕਰ ਰਹੇ ਆ। ਮਤਲਬ ਇਸੇ ਤਰ੍ਹਾਂ ਹੀ ਸੰਗੀਤ ਦੇ ਵਿੱਚ ਵੀ ਮੈਂ ਇਹ ਨੋਟ ਕੀਤਾ ਕਿ ਜਦੋਂ ਸਾਡੇ ਬੱਚੇ ਮੰਨ ਲਓ ਕਿ ਫੋਕ ਸੌਂਗ ਗਾਉਂਦੇ ਆ ਜਾਂ ਉਹ ਗਰੁੱਪ ਸੌਂਗ ਗਾਉਂਦੇ ਆ, ਤਾਂ ਇਹਨੂੰ ਸਮਝੀਏ ਚਾਹੇ ਨਾ ਸਮਝੀਏ, ਜਿਹੜਾ ਉਹ ਉਸ ਵੇਲੇ ਪਹਿਰਾਵਾ ਪਾਉਂਦੇ ਆ ਵੀ, ਜੇ ਉਹਨਾਂ ਨੇ ਮਤਲਬ ਕਿ ਕੋਈ ਸੁੱਚੇ ਸੂਰਮੇ ਦਾ ਗੀਤ ਗਾਉਣਾ ਤਾਂ ਗਾਉਣ ਵਾਲਾ ਮੁੰਡਾ ਸੱਚੀ ਸੁੱਚਾ ਸੂਰਮਾ ਬਣ ਜਾਂਦਾ, ਮਤਲਬ ਕਾਲੀ ਪੱਗ ਬੰਨ੍ਹ ਕੇ ਤੇ ਹੱਥ ਦੇ ਵਿੱਚ ਲੈ ਕੇ ਉਸ ਤਰ੍ਹਾਂ ਦੀ ਡਾਂਗ ਤੇ ਟਿੱਕਾ ਲਾ ਕੇ, ਤਾਂ ਉਹ ਥੀਏਟਰੀਕਲ ਪਾਰਟ ਦੇ ਵਿੱਚ। ਤਾਂ ਇਹ ਜਿਹੜਾ ਸਾਰਾ ਕੁਝ ਇੱਕ ਤਰ੍ਹਾਂ ਦਾ ਮਤਲਬ ਮਿਕਸ ਹੋ ਗਿਆ। ਇਹਨੇ ਯੂਥ ਫੈਸਟੀਵਲਾਂ ਨੂੰ ਇੱਕ ਰੌਣਕ ਵੀ ਬਖਸ਼ੀ ਆ, ਇਹਨੇ ਯੂਥ ਫੈਸਟੀਵਲਾਂ ਨੂੰ ਇੱਕ ਅਮੀਰਪਣ ਵੀ ਬਖਸ਼ਿਆ। ਮੈਂ ਕਹਿੰਦਾ ਕਿ ਕਲਾਵਾਂ ਇਕੱਠੀਆਂ ਕਰ ਲਈਆਂ, ਇੱਕ ਸਾਡਾ ਪਾਰਟ ਹੈਗਾ ਵਿਰਾਸਤੀ ਕਲਾਵਾਂ ਦਾ। ਇਹ ਤੁਹਾਡੀ ਗੱਲ ਵਿੱਚ ਮੈਂ ਇਹਦੇ ਹੱਕ 'ਚ ਨਿਰਮਲ ਜੀ, ਤੁਹਾਡੀ ਗੱਲ 'ਚ ਮੈਂ ਵਾਅਦਾ ਕਰ ਰਿਹਾ ਵਾਂ ਕਿ ਇਹ ਜਿਹੜਾ ਤੁਸੀਂ ਕਹੀ ਨਾ ਕਿ ਡਾਂਸ ਵਿੱਚ ਕਿੱਦਾਂ ਥੀਏਟਰ ਵੀ ਆ ਗਿਆ, ਇਹਦੀ ਨਾ ਇੱਕ ਐਗਜ਼ਾਮਪਲ ਹੈ ਕਿ ਬਿਰਜੂ ਮਹਾਰਾਜ ਹਿੰਦੁਸਤਾਨ ਦੇ ਕਿ ਦੁਨੀਆ ਦੇ ਵੱਡੇ ਜਿਹੜੇ ਨੇ ਉਸਤਾਦ ਨ੍ਰਿਤਕਾਰ ਨੇ ਕਲਾਸੀਕਲ ਦੇ, ਤੇ ਉਹਨਾਂ ਨੂੰ ਮੈਂ ਦਿੱਲੀ ਵਿੱਚ ਦੇਖਿਆ ਕਿਉਂਕਿ ਉਹਨਾਂ ਦਾ ਬਿਲਕੁਲ ਡਿਪਾਰਟਮੈਂਟ NSD ਦੇ ਨਾਲ ਹੀ ਸੀਗਾ, ਤੇ ਉਹ ਅਸੀਂ ਰੋਜ਼ ਹੀ ਉਹਨਾਂ ਨੂੰ ਮਿਲਦੇ ਸੀਗੇ। ਉਹਨਾਂ ਨੇ ਕਮਾਨੀ ਆਡੀਟੋਰੀਅਮ 'ਚ ਜਦੋਂ ਆਪਣਾ ਕਲਾਸੀਕਲ ਦੀ ਪੇਸ਼ਕਾਰੀ ਕੀਤੀ, ਇੱਕ ਅਜਿਹੀ ਪੇਸ਼ਕਾਰੀ ਕਿ ਉਹਨਾਂ ਨੇ ਬਲੈਕ ਕਰਟਨ ਪੂਰੀ ਸਟੇਜ ਦੇ ਅੱਗੇ ਪਿੱਛੇ ਯੂਜ਼ ਕਰਕੇ, ਔਰ ਲਾਈਟਿੰਗ ਸਿਰਫ ਪੈਰਾਂ ਦੇ ਪੈਰ ਹੀ, ਉੱਪਰਲਾ ਸਾਰਾ ਹਿੱਸਾ ਢੱਕਿਆ ਹੋਇਆ ਇਹ ਡਾਂਸ ਵਾਲੇ ਦਾ, ਫਿਰ ਸਾਰਾ ਥੱਲੜਾ ਹਿੱਸਾ ਢੱਕਿਆ ਹੋਇਆ, ਲਾਈਟ ਸਿਰਫ ਹੱਥਾਂ ਤੇ ਪੈ ਰਹੀ ਹੈ। ਔਰ ਉਹਨਾਂ ਦਾ ਕਹਿਣਾ ਸੀ, ਕਹਿੰਦੇ ਇਹ ਸਾਰਾ ਕੁਝ ਮੈਂ ਥੀਏਟਰ ਤੋਂ ਲੈ ਕੇ ਆਇਆ ਵੀ ਮੈਂ ਸਿਰਫ ਹੱਥਾਂ ਨੂੰ ਹਾਈਲਾਈਟ ਕਰਨਾ ਚਾਹੁੰਦਾ ਸੀ, ਮੈਂ ਪੈਰਾਂ ਨੂੰ ਹਾਈਲਾਈਟ ਕਰਨਾ ਚਾਹੁੰਦਾ ਸੀ, ਤੇ ਉਹ ਸਿਰਫ ਮੈਂ ਲਾਈਟ ਬੁਝਾ ਕੇ ਨਹੀਂ ਸੀ ਕਰ ਸਕਦਾ, ਮੈਂ ਬਲੈਕ ਕਰਟਨ ਯੂਜ਼ ਕੀਤਾ, ਥੀਏਟਰ ਦੀ ਰੰਗ ਪੱਟੀ ਯੂਜ਼ ਕੀਤੀ ਹੈ ਇਹਦੇ ਵਿੱਚ। ਸੋ ਉਹਨਾਂ ਨੇ ਬੜਾ ਖੂਬਸੂਰਤੀ ਦੇ ਨਾਲ ਉਹ ਜਿਹੜਾ ਥੀਏਟਰ ਦਾ ਜਿਹੜਾ ਟੈਕਨੀਕ ਸੀਗੀਆਂ ਉਹਨਾਂ ਨੂੰ ਆਪਣੇ ਕਲਾਸੀਕਲ ਨ੍ਰਿਤ ਦੇ ਵਿੱਚ ਯੂਜ਼ ਕੀਤਾ। ਇਹ ਮੈਨੂੰ ਤੁਹਾਡੀ ਗੱਲ ਤੋਂ ਯਾਦ ਆਈ ਕਿ ਬੜੀ ਖੂਬਸੂਰਤ ਗੱਲ ਹੈ ਕਿ ਇਸ ਤਰ੍ਹਾਂ ਅਗਰ ਕੋਈ ਯੂਜ਼ ਕਰਦਾ ਹੈ ਥੀਏਟਰ ਦੀਆਂ ਟੈਕਨੀਕਸ ਨੂੰ ਆਪਣੇ ਨ੍ਰਿਤ ਦੇ ਵਿੱਚ ਵੀ, ਸੰਗੀਤ ਦੇ ਵਿੱਚ ਵੀ, ਤੇ ਇਹ ਬੜੀ ਬਿਹਤਰ ਗੱਲ ਹੈ। ਜੀ ਤੁਸੀਂ ਕੁਝ ਹੋਰ ਅੱਗੇ ਕਹਿ ਰਹੇ ਕਰਦੇ ਵੀ ਆ। ਔਰ ਜਿਹੜਾ ਸਾਡਾ ਵਿਰਾਸਤੀ ਕਲਾਵਾਂ ਵਾਲਾ ਉਹ ਬਹੁਤ ਇੰਪੋਰਟੈਂਟ ਹੈ ਯੂਥ ਫੈਸਟੀਵਲਾਂ ਦਾ। ਮੈਂ ਇਹ ਮਹਿਸੂਸ ਕੀਤਾ ਕਿ ਉਹਦੇ ਵਿੱਚੋਂ ਸਾਡਾ ਜਿਹੜਾ ਵਿਰਸਾ ਸਾਡੇ ਕੋਲੋਂ ਮੈਂ ਉੱਥੇ ਕੰਪੀਟੀਸ਼ਨ ਸ਼ੁਰੂ ਕਰਾਇਆ ਪੀੜੀ ਬੁਣਨ ਦਾ।
ਮੈਂ ਉੱਥੇ ਕੰਪੀਟੀਸ਼ਨ ਸ਼ੁਰੂ ਕਰਾਇਆ ਰੱਸਾ ਵੱਟਣ ਦਾ। ਤਾਂ ਮੈਨੂੰ ਇੱਕ ਇੰਟੈਲੈਕਚੁਅਲ ਮੇਰੇ ਇੱਕ ਦੋਸਤ ਨੇ, ਮੇਰਾ ਦੋਸਤ ਹੈ, ਉਹਨੇ ਮੀਟਿੰਗ ਦੇ ਵਿੱਚ ਸਵਾਲ ਕੀਤਾ ਕਿ ਤੁਸੀਂ ਸ਼ੁਰੂ ਕਰ ਰਹੇ ਆ ਤਾਂ ਅੱਜ ਦੇ ਯੁੱਗ ਦੇ ਵਿੱਚ ਕੁੜੀਆਂ ਕੰਪਿਊਟਰ ਵਰਤਣ, ਮਤਲਬ ਵੈਬਸਾਈਟ ਬਣਾਉਣ, ਤੁਸੀਂ ਯਾਰ ਪੀੜੀ ਬੁਣਨ ਵਾਲੇ ਪਾਸੇ ਲਈ ਜਾਂਦੇ, ਰੱਸਾ ਵੱਟਣ ਵਾਲੇ ਪਾਸੇ ਲਈ ਜਾਂਦੇ, ਇਹ ਕਿਹੜੇ ਪਾਸੇ ਆ? ਤਾਂ ਮੈਂ ਉਹਨੂੰ ਇੱਕ ਗੱਲ ਦੀ ਤਰਕ ਦਿੱਤੀ ਕਿ ਅਸੀਂ ਜਿਹੜੇ ਸਾਡੇ ਬਜ਼ੁਰਗਾਂ ਨੇ ਪੀੜੀ ਬੰਨ ਕੁੜੀਆਂ ਨੂੰ ਲਾਇਆ ਸੀ ਜਾਂ ਰੱਸਾ ਵੱਟਣ ਲਾਇਆ ਸੀ ਮੁੰਡਿਆਂ ਨੂੰ, ਉਹਦਾ ਮਤਲਬ ਇਹ ਵੀ ਸੀਗਾ ਕਿ ਉਹਨਾਂ ਨੂੰ ਜ਼ਿੰਦਗੀ ਦੀ ਇੱਕ ਪੜ੍ਹਾਈ, ਜ਼ਿੰਦਗੀ ਦੀ ਇੱਕ ਸਿੱਖਿਆ ਦਿੱਤੀ ਜਾਵੇ। ਜਿਹੜੀ ਕੁੜੀ ਪੀੜੀ ਦੀ ਬੁਣਤੀ ਬਹੁਤ ਚੰਗੀ ਤਰ੍ਹਾਂ ਬੁਣ ਲੂਗੀ, ਉਹ ਜ਼ਿੰਦਗੀ ਦੀ ਬੁਣਤੀ ਵੀ ਬੁਣ ਲੂਗੀ। ਉਹਨੂੰ ਪਤਾ ਹੈ ਕਿ ਜਿਹੜੇ ਇੱਕ ਦੂਜੇ ਨਾਲ ਕਿਵੇਂ ਲੜੀਆਂ ਜਿਹੜੀਆਂ ਪਰੋਣੀਆਂ, ਇੱਕ ਦੂਜੇ ਨਾਲ ਕਿਵੇਂ ਬਣਾ ਕੇ ਰੱਖਣੀਆਂ। ਜਿਹੜਾ ਮੁੰਡਾ ਰੱਸੇ ਦੀਆਂ ਲੜੀਆਂ ਵੱਟਦਾ, ਉਹਨੂੰ ਜ਼ਿੰਦਗੀ 'ਚ ਅਹਿਸਾਸ ਹੋ ਜਾਂਦਾ ਹੈ ਕਿ ਇੱਕ ਰੱਸੀ ਕਮਜ਼ੋਰ ਹੁੰਦੀ ਆ, ਜਦੋਂ ਦੋ ਲੜੀਆਂ ਜੋੜ ਜਾਣ ਉਹ ਮਜ਼ਬੂਤ ਹੋ ਜਾਂਦੀਆਂ, ਜਦੋਂ ਤਿੰਨ ਜੁੜ ਜਾਣ ਉਹ ਹੋਰ ਮਜ਼ਬੂਤ ਹੋ ਜਾਂਦੀਆਂ। ਮਤਲਬ ਜਿਹੜੀ ਸੰਗਲ ਦੀ ਮਤਲਬ ਸੀ ਨਾ, ਟੈਕਨੋਲੋਜੀ ਬਾਅਦ 'ਚ ਆਈ ਆ ਰੱਸੇ ਤੋਂ। ਰੱਸੇ ਦਾ ਇਹ ਸੀ ਕਿ ਬੱਚਿਆਂ ਨੂੰ ਦੱਸਣ ਲਈ ਕਿ ਇਹ ਮਜ਼ਬੂਤੀ ਆ। ਮੰਨ ਲਓ ਸਾਡੀਆਂ ਕੁੜੀਆਂ ਪਹਿਲਾਂ ਰੋੜੇ ਖੇਡਦੀਆਂ ਸੀ, ਹੁਣ ਕੋਈ ਕੁੜੀ ਰੋੜੇ ਨਹੀਂ ਖੇਡਦੀ। ਮਤਲਬ ਰੋੜੇ 5 ਰੋੜੇ ਹੱਥਾਂ ਦੇ ਵਿੱਚ ਫੜੇ ਆ ਤੇ ਉਹ ਰੋੜੇ ਆਏ ਪੁੱਛ ਰਹੀਆਂ। ਤਾਂ ਜੇ ਅਸੀਂ ਉਹਨੇ ਕੰਪੀਟੀਸ਼ਨ ਸ਼ੁਰੂ ਕਰਾਉਣੇ ਆ ਤਾਂ ਇਹ ਰੋੜੇ ਸਾਡੇ ਬਜ਼ੁਰਗਾਂ ਨੇ ਸਾਡੀਆਂ ਕੁੜੀਆਂ ਨੂੰ ਖੇਡਣ ਲਾਇਆ ਸੀ। ਇਸ ਕਰਕੇ ਨਹੀਂ ਸੀ ਲਾਇਆ ਕਿ ਸਾਡੇ ਬਜ਼ੁਰਗਾਂ ਨੂੰ ਪਤਾ ਸੀ ਜਾਂ ਕੁੜੀਆਂ ਵਿਹਲੀਆਂ ਸੀ। ਸਿਰਫ ਉਦੋਂ ਇੱਕ ਸਕੂਲੀ ਸਿੱਖਿਆ ਨਹੀਂ ਸੀ, ਉਹਨਾਂ ਨੂੰ ਸਿੱਖਿਆ ਦੇਣ ਦੇ ਲਈ ਕਿ ਇਹ ਜਿਹੜੇ ਰੋੜੇ ਆ ਇਹ ਜ਼ਿੰਦਗੀ ਦੇ ਰਿਸ਼ਤੇ ਆ, ਇਹਨਾਂ ਨੂੰ ਕਿਵੇਂ ਬੈਲੈਂਸ ਰੱਖਣਾ। ਇਹ ਹਵਾ ਦੇ ਵਿੱਚ ਲੜਕਦੇ ਰਹਿੰਦੇ ਆ। ਤੂੰ ਸਹੁਰੇ ਜਾਏਗੀ, ਇੱਕ ਜੇਠ ਹੋਊਗਾ, ਇੱਕ ਦਿਓਰ ਹੋਊਗਾ, ਇੱਕ ਸੱਸ ਹੋਊਗੀ, ਇੱਕ ਨਨਾਣ ਹੋਊਗੀ, ਸਹੁਰਾ ਹੋਊਗਾ। ਇਹ ਸਾਰੇ ਰਿਸ਼ਤਿਆਂ ਨੂੰ ਕਿਵੇਂ ਬੋਝ ਕੇ ਰੱਖਣਾ ਹੈ, ਇਹ ਰੋੜਿਆਂ ਵਾਲੀ ਖੇਡ ਤੋਂ ਸਿਖਾਇਆ ਗਿਆ ਸੀ। ਉਹਦੇ ਚ ਕੋਈ ਤਾਂ ਜਾਊਗਾ, ਕੋਈ ਥਾਂ ਜਾਊਗਾ, ਲੇਕਿਨ ਤੂੰ ਕਿਸੇ ਰਿਸ਼ਤੇ ਨੂੰ ਡਿੱਗਣ ਨਹੀਂ ਦੇਣਾ। ਜਿਹੜੀ ਕੁੜੀ ਰੋੜੇ ਚੰਗੀ ਤਰ੍ਹਾਂ ਖੇਡ ਲੈਂਦੀ ਆ, ਹਵਾ 'ਚ 5 ਰੋੜੇ ਜਿਹਨੇ ਡਿੱਗਣ ਨਹੀਂ ਦਿੱਤੇ, ਉਹ ਕਿਸੇ ਰਿਸ਼ਤੇ ਨੂੰ ਟੁੱਟਣ ਨਹੀਂ ਦਿੰਦੀ ਜ਼ਿੰਦਗੀ ਦੇ ਵਿੱਚ। ਉਹਦੇ ਸਾਈਕੋਲੋਜੀਕਲੀ ਇਸ ਤਰ੍ਹਾਂ ਦਾ ਆ ਜਾਂਦਾ। ਅੱਗੇ ਸਾਡੀਆਂ ਕੁੜੀਆਂ ਡੀਟੀ ਪੈਰ ਖੇਡਦੀਆਂ ਸੀ, ਉਹਨੂੰ ਪਿਛਲੇ ਪਾਸੇ ਡੱਬੇ ਬਣੇ ਸੀ ਤੇ ਮੂੰਹ ਦੂਜੇ ਪਾਸੇ ਕਰਕੇ ਉਹ ਡੀਟੀ ਪਿੱਛੇ ਸਿੱਟਦੀ ਸੀ। ਜਿਹੜੇ ਖਾਨੇ ਦੇ ਵਿੱਚ ਉਹ ਡੀਟੀ ਜਾ ਕੇ ਡਿੱਗ ਪਈ, ਉਹਦੇ ਚ ਉਹ ਇੱਕ ਲੱਤ ਤੇ ਜਾ ਕੇ ਉਹਦੇ ਵਿੱਚ ਖੜਦੀ ਸੀ। ਉਹ ਸਿਰਫ ਇਹ ਦੱਸਣ ਦਾ ਮਤਲਬ ਸੀ ਕਿ ਤੇਰਾ ਜਿਹੜਾ ਰਿਸ਼ਤਾ ਸਹੁਰੇ ਕਰਦਾ, ਉਹ ਤੇਰੀ ਗੈਰ ਹਾਜ਼ਰੀ ਚੁਣਿਆ ਜਾਣਾ, ਤੈਨੂੰ ਨਹੀਂ ਪਤਾ ਲੱਗਣਾ। ਤੇ ਜਿਹੜਾ ਵੀ ਚੁਣਿਆ ਗਿਆ, ਜਿੱਥੇ ਡੀਟੀ ਤੇਰੀ ਜ਼ਿੰਦਗੀ ਦੀ ਡਿੱਗ ਪਈ, ਤੂੰ ਦੁੱਖ ਸੁੱਖ ਦੇ ਇੱਕ ਲੱਤ ਤੇ ਖੜਾਉਣ ਦਾ ਮਤਲਬ ਸੀ ਕਿ ਤੂੰ ਦੁੱਖ ਸੁੱਖ ਦੇ ਵਿੱਚ ਵੀ ਉਸੇ ਘਰੇ ਜਾ ਕੇ ਖਲੋਣਾ। ਉਹ ਜਦੋਂ ਇਹ ਗੇਮਾਂ ਨੇ ਕੁੜੀਆਂ ਨੂੰ, ਸਾਡੀਆਂ ਨੂੰ ਕਬੀਲਦਾਰੀ ਦੇ ਵਿੱਚ ਬਹੁਤ ਪਰਪੱਕ ਕੀਤਾ ਸੀਗਾ। ਤੇ ਹੁਣ ਉਹ ਗੇਮਾਂ ਸਾਡੇ ਕੋਲ ਗਈਆਂ, ਕੰਪਿਊਟਰ ਦੀਆਂ ਗੇਮਾਂ ਆ ਗਈਆਂ ਤੇ ਸਾਡੀ ਨੌਜਵਾਨ ਪੀੜ੍ਹੀ ਫਰਸਟ੍ਰੇਟ ਹੋ ਗਈ ਆ। ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ। ਇੱਕ ਦੇ ਡਾਟਾ ਸੋਸ਼ੀਓਲੋਜੀ ਵਾਲਿਆਂ ਤੋਂ ਅਸੀਂ ਲੈ ਕੇ ਦੇਖੀਏ, ਇਹ ਇੰਪੋਰਟੈਂਟ ਪਾਰਟ ਹੈ ਯੂਥ ਫੈਸਟੀਵਲ ਦਾ। ਅਗਲਾ ਤੁਹਾਡਾ ਸਵਾਲ ਸੀਗਾ ਵਰਕਸ਼ਾਪਸ ਬਾਰੇ। ਕੇਵਲ ਜੀ ਵਰਕਸ਼ਾਪਸ ਤੋਂ ਬਿਨਾਂ ਸਾਡੇ ਜਿਹੜੇ ਯੂਥਾਂ ਦੀ ਟ੍ਰੇਨਿੰਗ ਹੈ ਨਾ, ਯੂਥ ਦੀ ਜਿਹੜੀ ਟ੍ਰੇਨਿੰਗ ਹੈ, ਉਹ ਬਿਲਕੁਲ ਅਧੂਰੀ ਹੈ। ਜਿੰਨਾ ਚਿਰ ਅਸੀਂ ਉੱਥੇ ਐਕਸਪਰਟ ਨੂੰ ਬੁਲਾ ਕੇ ਉਹਨਾਂ ਨਾਲ ਰੂਬਰੂ ਨਹੀਂ ਕਰਾਉਂਦੇ। ਪ੍ਰੋਬਲਮ ਸਾਡੀ ਸਾਰੀਆਂ ਯੂਨੀਵਰਸਿਟੀਆਂ ਦੀ ਇੱਕ ਬਜਟ ਦੀ ਜ਼ਰੂਰ ਹੈ ਕਿ ਅਸੀਂ ਮੰਨ ਲਓ ਪੰਜਾਬ ਯੂਨੀਵਰਸਿਟੀ ਦੀ ਮੈਂ ਗੱਲ ਕਰਾਂ ਤਾਂ 250 ਦੇ ਲਗਭਗ ਜਾਂ 206 ਸਾਡੇ ਕੋਲੇ ਕਾਲਜ ਨੇ। ਹੋਰ ਫਾਜ਼ਿਲਕਾ, ਹੁਸ਼ਿਆਰਪੁਰ, ਮੁਕਤਸਰ, ਚੰਡੀਗੜ੍ਹ, ਇਹ ਕਾਲਜਾਂ ਦੀ ਰੇਂਜ ਹੈ। ਅਸੀਂ ਉੱਥੋਂ ਬੱਚਿਆਂ ਨੂੰ ਬੁਲਾ ਕੇ, ਸਾਡੇ ਲਈ ਥੋੜਾ ਜਿਹਾ ਮੁਸ਼ਕਿਲ ਹੈ, ਲੇਕਿਨ ਇਹਦੇ ਬਾਵਜੂਦ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਬੁਲਾਈਏ, ਕਿਸੇ ਐਕਸਪਰਟ ਨੂੰ ਬੁਲਾਈਏ ਜਿਹਦੇ ਨਾਲ ਉਹ ਆਪਦੇ ਦਿਲ ਦੀਆਂ ਗੱਲਾਂ ਜਿਹੜੀਆਂ ਉਹ ਕਰ ਲੈਣ। ਸੋ ਮੈਂ ਇਹ ਚਾਹਾਂਗਾ ਕਿ ਤੁਸੀਂ ਵੀ ਮੈਨੂੰ ਖੁਦ ਕਹੀ ਇਹ ਗੱਲ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਕਿ ਤੂੰ ਵਰਕਸ਼ਾਪ ਲਾ, ਅਸੀਂ ਕਰਦੇ ਹਾਂ। ਤੇ ਆਪਾਂ ਪਲਾਨ ਵੀ ਕੀਤੀ ਸੀ, ਲੇਕਿਨ ਉਸ ਤੋਂ ਬਾਅਦ ਇਹ ਲੋਕਡਾਊਨ ਹੋ ਗਿਆ। ਅਸੀਂ ਤੁਹਾਡੇ ਵਰਗੀਆਂ ਸੰਸਥਾਵਾਂ ਦਾ ਸਹਿਯੋਗ ਲੈ ਕੇ ਅਸੀਂ ਇਹੋ ਜਿਹੀਆਂ ਵਰਕਸ਼ਾਪਾਂ ਆਉਣ ਵਾਲੇ ਸਮੇਂ ਦੇ ਵਿੱਚ ਲਾਵਾਂਗੇ। ਇਹ ਲਾਉਣ ਨਾਲ ਸਾਡੀ ਬਹੁਤ ਸਾਰੀ ਸਮੱਸਿਆ ਜਿਹੜੀ ਉਹ ਹੱਲ ਹੋ ਜਾਂਦੀ ਹੈ। ਬਿਲਕੁਲ ਬਿਲਕੁਲ। ਔਰ ਇਸ ਤੋਂ ਪਹਿਲੇ ਕਿ ਆਪਾਂ ਦੂਜੇ ਦੋਸਤਾਂ ਕੋਲੋਂ ਇੱਕ ਦੋ ਸਵਾਲ ਲਈਏ, ਮੈਂ ਇੱਕ ਬਸ ਹੋਰ ਮੇਰਾ ਲਾਸਟ ਸਵਾਲ ਹੈ, ਕਿਉਂਕਿ ਤੁਸੀਂ ਬਹੁਤ ਚੀਜ਼ਾਂ ਕਲੈਰਿਟੀ ਦੇ ਨਾਲ ਬਹੁਤ ਸੋਹਣੀਆਂ ਡਿਸਕ੍ਰਾਈਬ ਕੀਤੀਆਂ। ਮੈਂ ਇੱਕ ਇਹ ਚਾਹਾਂਗਾ ਕਿ ਹੁਣ ਯੂਥ ਫੈਸਟੀਵਲਾਂ 'ਚ ਪਹਿਲੇ ਵੀ ਇਹੋ ਹੀ ਆਉਂਦਾ ਸੀ ਕਿ ਇੱਕੋ ਨਾਟਕ ਲੈ ਕੇ ਕਈ ਟੀਮਾਂ ਆ ਜਾਂਦੀਆਂ। ਹਾਲਾਂਕਿ ਉਸ ਨਾਟਕ ਦੀ ਮੈਂ ਪ੍ਰਾਪਤੀ ਗਿਣਦਾ ਹੁੰਦਾ ਕਿ ਉਹ ਨਾਟਕ ਇੰਨਾ ਵਧੀਆ ਲਿਖਿਆ ਗਿਆ ਕਿ ਉਹਨੂੰ ਬਹੁਤ ਸਾਰੀਆਂ ਟੀਮਾਂ ਕਰ ਰਹੀਆਂ, ਕੋਈ ਦਿੱਕਤ ਨਹੀਂ ਹੈ। ਪਰ ਕੁਝ ਨਵੀਆਂ ਸਕ੍ਰਿਪਟਾਂ ਅਸੀਂ ਵੀ ਉਹਨਾਂ ਨੂੰ ਕਿੱਦਾਂ ਪ੍ਰੈਫਰ ਕਰੀਏ ਵੀ ਇਹ ਜਿਹੜੇ ਨੌਜਵਾਨ ਨਿਰਦੇਸ਼ਕ ਨੇ ਉਹ ਕਾਲਜਾਂ ਦੇ ਵਿੱਚ ਕਿੱਦਾਂ ਪ੍ਰੈਫਰ ਕਰਨ ਉਹਨਾਂ ਨੂੰ। ਔਰ ਦੂਜਾ ਇਹਦੇ ਨਾਲ ਦਾ ਹੀ ਸਵਾਲ ਹੈ ਕਿ ਜਿਹੜੇ ਜੱਜਮੈਂਟ ਵਾਲੇ ਦੋਸਤ ਹੁੰਦੇ ਆ ਵੀ ਉਹ ਕਈ ਵਾਰੀ ਜਦੋਂ ਪਹਿਲੇ ਵਰਕਸ਼ਾਪਾਂ ਹੁੰਦੀਆਂ ਕਿ ਉਹ ਜੱਜ ਜਿਹੜੇ ਜਿਨ੍ਹਾਂ ਨਾਲ ਗੱਲਬਾਤ ਕਰਾਈ ਜਾਂਦੀ ਹੈ, ਉਹ ਜੱਜਮੈਂਟ ਦੇ ਆਪਣੇ ਰੂਲ ਕੁਝ ਹੋਰ ਦੱਸ ਕੇ ਜਾਂਦੇ ਆ। ਬਾਅਦ ਵਿੱਚ ਜਦੋਂ ਜੱਜਮੈਂਟ ਲਈ ਆਉਂਦੇ ਆ ਉਹ ਜੱਜ ਹੋਰ ਹੁੰਦੇ ਆ, ਉਹ ਆਪਣੇ ਰੂਲ ਕੁਝ ਹੋਰ ਸ਼ਾਇਦ ਕਿਸੇ ਹੋਰ ਨਜ਼ਰੀਏ ਤੋਂ ਦੇਖਦੇ ਆ। ਖਾਸ ਤੌਰ ਤੇ ਮਾਈਮ ਮੂਵਮੈਂਟ, ਉਹਦੇ ਵਿੱਚ ਕਈ ਲੋਕਾਂ ਨੂੰ ਦਿੱਕਤ ਆਉਂਦੀ। ਇਹ ਮੇਰਾ ਖਿਆਲ ਤੁਸੀਂ ਇਹਦੇ ਬਾਰੇ ਥੋੜੀ ਜਿਹੀ ਕਲੈਰਿਟੀ ਦਿਓ ਨੌਜਵਾਨਾਂ ਨੂੰ। ਬਿਲਕੁਲ। ਪਹਿਲਾਂ ਤਾਂ ਜਿਹੜੀ ਗੱਲ ਹੈਗੀ ਆ ਕਿ ਇੱਕ ਯੂਥ ਫੈਸਟੀਵਲ ਦੇ ਵਿੱਚ ਕਈ ਨਾਟਕ ਇੱਕੋ ਸਕ੍ਰਿਪਟ ਖੇਡੀ ਜਾਂਦੀ ਆ,
ਉਹਦੇ 'ਚ ਯੂਨੀਵਰਸਿਟੀ ਵੀ ਕੁਛ ਨਹੀਂ ਕਰ ਸਕਦੀ ਤੇ ਅਸੀਂ ਸਾਰੇ, ਕਿਉਂਕਿ ਇਹ ਇੱਕ ਕੰਪੀਟੀਸ਼ਨ ਹੈ। ਕੰਪੀਟੀਸ਼ਨ ਦੇ ਵਿੱਚ ਅਸੀਂ ਉਹਨਾਂ ਤੋਂ ਪਹਿਲਾਂ ਬਿਲਕੁਲ ਨਹੀਂ ਪੁੱਛ ਸਕਦੇ ਕਿ ਤੁਸੀਂ ਕੀ ਖੇਡਣਾ। ਇਹ ਉਹਨਾਂ ਦੀ ਮਤਲਬ ਇੱਕ ਤਰ੍ਹਾਂ ਦਾ ਰੱਖਿਆ ਹੁੰਦਾ ਵੀ ਪਤਾ ਨਾ ਲੱਗੇ। ਬਹੁਤ ਸਾਰੇ ਤਾਂ ਦੱਸਦੇ ਨਹੀਂ ਕਾਲਜ ਵਾਲੇ ਕੀ ਕੀਤਾ ਹੈਗਾ ਇਹਦੇ ਵਿੱਚ। ਲੇਕਿਨ ਇੱਕ ਅਸੀਂ ਜ਼ਰੂਰ ਕਰਦੇ ਹਾਂ ਆਪਾਂ ਗੱਲ ਕਿ ਇੱਕ ਤਾਂ ਜਿਹੜੇ ਰਾਈਟਰ ਦਾ ਪਲੇ ਲਿਖਿਆ ਹੋਵੇ ਉਹਦੀ ਪਰਮਿਸ਼ਨ ਹੁਣ ਕੀਤੀ ਹੈ ਕਿ ਉਹਦੀ ਪਰਮਿਸ਼ਨ ਅਸੀਂ ਕਿਸੇ ਵੇਲੇ ਵੀ ਮੰਗ ਸਕਦੇ ਹਾਂ ਕਿ ਕੀ ਤੁਸੀਂ ਉਹ ਤੋਂ ਪਰਮਿਸ਼ਨ ਲਈ ਆ। ਤਾਂ ਰਾਈਟਰ ਤੋਂ ਜੇ ਇੱਕੋ ਜ਼ੋਨ ਦੇ ਵਿੱਚ 2 ਕਾਲਜ ਪਰਮਿਸ਼ਨ ਮੰਗਦੇ ਆ ਤਾਂ ਉਹ ਨਾ ਦੇਵੇ। ਇਹ ਉਹਦੇ ਜਿਹੜੀ ਸਮੱਸਿਆ ਹੱਲ ਹੋ ਸਕਦੀ ਹੈ ਰਾਈਟਰ ਤੋਂ। ਬਿਲਕੁਲ ਕਿ ਰਾਈਟਰ ਤੋਂ ਪਰਮਿਸ਼ਨ ਲੈਣ ਜਾਂਦੇ ਆ ਤਾਂ ਉਹ ਪੁੱਛ ਲੈ ਵੀ ਤੁਸੀਂ ਉਸ ਜ਼ੋਨ 'ਚ ਕਰ ਰਹੇ ਆ ਤਾਂ ਨਾ ਕਰੋ, ਦੂਜਾ ਕਾਲਜ ਕਰ ਰਿਹਾ। ਜਿਹੜੀ ਅਗਲੀ ਗੱਲ ਹੈ ਇਸ ਤੋਂ ਕਿ ਜਦੋਂ ਅਸੀਂ ਜੱਜਮੈਂਟ ਦੇ ਉੱਪਰ ਬੁਲਾਉਣੇ ਆ ਸਾਡੇ ਦੋਸਤਾਂ ਨੂੰ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੈਂ ਤਾਂ ਪਿਛਲੇ 5-7 ਸਾਲਾਂ ਦਾ ਇਸ ਗੱਲੋਂ ਗਵਾਹ ਕਿ ਕੋਈ ਵੱਡੀ ਇਹੋ ਜਿਹੀ ਸਮੱਸਿਆ ਨਹੀਂ ਆਈ। ਪਰ ਇਹ ਸਮੱਸਿਆ ਜਿਹੜੀ ਕਿ ਜੱਜਮੈਂਟ ਦੇ ਭਾਵੇਂ ਭੰਗੜਾ ਹੋਵੇ ਭਾਵੇਂ ਗਿੱਧਾ ਹੋਵੇ, ਕਈ ਵਾਰੀ ਗਿੱਧੇ ਦੇ ਵਿੱਚ ਇੱਕ ਜੱਜ ਜਾ ਕੇ 1 ਸਾਲ ਕਹਿ ਆਉਂਦਾ ਕਿ ਇਹ ਬੱਸੋਂ ਬਾਹਰ ਹੋ ਗਿਆ, ਦੂਜੀ ਵਾਰੀ ਦੂਜਾ ਜੱਜ ਜਾਂਦਾ ਉਹ ਕਹਿੰਦਾ ਇਹਨਾਂ ਨੇ ਕਾਲੇ ਘੱਗਰੇ ਪਾਏ ਸੀ ਇਸ ਕਰਕੇ ਮਤਲਬ ਇਹਨਾਂ ਨੂੰ ਬਾਹਰ ਕਰਤਾ। ਮਤਲਬ ਉਹ ਜਿਹੜੀ ਕੋਈ ਸਪੈਸੀਫਿਕ ਨਹੀਂ ਗੀ। ਲੇਕਿਨ ਥੀਏਟਰ ਦੇ ਵਿੱਚ ਬਹੁਤ ਗੱਲਾਂ ਜਿਹੜੀਆਂ ਉਹ ਸਪੈਸੀਫਿਕ ਹੈ ਕਿ ਬਲੌਕਿੰਗ ਕਿਵੇਂ ਹੋਣੀ ਆ, ਸੰਗੀਤ ਕਿੰਨੀ ਮਾਤਰਾ ਦੇ ਵਿੱਚ ਦੇਣਾ ਹੈ। ਇਸ ਕਰਕੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿੰਨੇ ਥੀਏਟਰ ਵਾਲੇ ਜੱਜ ਜਾਂਦੇ ਆ ਉਹ ਬਾਅਦ ਭਾਵੇਂ ਲੇਟ ਹੀ ਹੁੰਦੇ ਹੁਣ, ਉਹ ਬਾਅਦ ਦੇ ਵਿੱਚ ਅੱਧਾ ਪੌਣਾ ਘੰਟਾ ਲਾ ਕੇ ਉਹਨਾਂ ਨੂੰ ਸਿਰ ਸਫਾਈ ਕਰਵਾ ਕੇ ਆਉਂਦੇ ਆ। ਉਹਨਾਂ ਦੀਆਂ ਆਪਸ ਵਿੱਚ ਬਾਅਦ ਦੇ ਵਿੱਚ ਨੁਕਤਾਚੀਨੀ ਹੁੰਦੀ ਰਹਿੰਦੀ ਹੈ, ਲੜਾਈ ਝਗੜਾ ਜਿਹੜਾ ਵਿਚਾਰਾਂ ਦਾ ਉਹ ਹੁੰਦਾ ਰਹਿੰਦਾ, ਉਹ ਤਾਂ ਯੂਨੀਵਰਸਿਟੀ ਦਾ ਬਾਹਰ ਹੁੰਦੀ ਆ। ਲੇਕਿਨ ਉਹ ਉਸ ਵੇਲੇ ਸਿਰ ਸਫਾਈ ਕਰਕੇ ਆਉਂਦੇ ਆ। ਇਸ ਗੱਲ ਦੀ ਮੈਨੂੰ ਜਿਹੜੀ ਖੁਸ਼ੀ ਆ। ਇੱਕ ਗੱਲ ਦਾ ਮੈਂ ਤੁਹਾਡੇ ਇਸ ਪਲੇਟਫਾਰਮ ਤੋਂ ਉਹਨਾਂ ਵੱਡੇ ਲੋਕਾਂ ਨੂੰ ਉਲਾਂਭਾ ਵੀ ਦੇਣਾ ਚਾਹੁੰਦਾ ਜਿਹਦੇ 'ਚ ਕੇਵਲ ਧਾਲੀਵਾਲ ਵੀ ਸ਼ਾਮਲ ਹੈ ਕਿ ਤੁਹਾਡਾ ਜੱਜਮੈਂਟ ਤੇ ਨਾ ਜਾਣਾ ਵੀ ਸਾਡੇ ਲਈ ਨੁਕਸਾਨ ਹੈ। ਕੇਵਲ ਧਾਲੀਵਾਲ ਜੱਜਮੈਂਟ ਤੇ ਬੈਠਾ ਹੋਊਗਾ, ਕਿਸੇ ਦੀ ਜ਼ਰੂਰਤ ਨਹੀਂ ਕਿ ਉੱਥੇ ਬੋਲ ਕੇ। ਲੇਕਿਨ ਜਦੋਂ ਤੁਸੀਂ ਜਵਾਬ ਦੇ ਦਿੰਦੇ ਕਿ ਅਸੀਂ ਜੱਜਮੈਂਟ ਨਹੀਂ ਕਰਨੀ ਤਾਂ ਫਿਰ ਜਿਹੜੇ ਡਾਇਰੈਕਟਰ ਆ ਉਹ ਕਿੱਧਰ ਜਾਣ, ਕਿਹਨੂੰ ਮਤਲਬ ਹੀਰਾ ਸਿੰਘ ਰੰਧਾਵਾ ਨੂੰ ਅਸੀਂ ਕੈਨੇਡਾ ਤੋਂ ਨਹੀਂ ਬੁਲਾ ਸਕਦੇ, ਫਿਰ ਸਾਡੇ ਕੋਲ ਰਹਿ ਜਾਂਦੇ ਲੈ ਦੇ ਕੇ। ਮਤਲਬ ਕਿ ਬਹੁਤ ਥੋੜੇ ਬੰਦੇ ਆ ਜਿਹੜੇ ਸਾਨੂੰ ਬਹੁਤ ਵਧੀਆ ਹੰਗਾਰਾ ਦਿੰਦੇ ਆ, ਜਿਨ੍ਹਾਂ ਦਾ ਧੰਨਵਾਦੀ ਵੀ ਆ। ਇਸ ਪਲੇਟਫਾਰਮ ਤੋਂ ਮੈਂ ਉਹਨਾਂ ਦੋਸਤਾਂ ਦਾ ਧੰਨਵਾਦੀ ਆ। ਵੱਡੇ ਨਾਟਕਕਾਰ ਆ, ਮੂਵੀਜ਼ ਬਣਾਉਂਦੇ ਆ, ਸਾਹਮਣੇ ਬੈਠੇ ਆ, ਉਹ ਫਿਰ ਵੀ ਯਾਰ ਉਹਨਾਂ ਨੂੰ ਕਹੀਏ ਤਾਂ ਟਾਈਮ ਕੱਢ ਲੈਂਦੇ ਆ। ਉਹਨਾਂ ਦੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਔਰ ਉਹਨਾਂ ਕਰਕੇ ਲੜਾਈਆਂ ਵੀ ਕੱਢ ਗਈਆਂ ਜੀ। ਮੈਨੂੰ ਪਤਾ ਹੈ ਨਿਰਮਲ ਦਾ ਇਹ ਲਾਂਭਾ ਸਿੱਧਾ ਮੈਨੂੰ ਹੈ ਨਾ। ਮੈਂ ਵਾਕਈ ਨਹੀਂ ਆਉਂਦਾ। ਪਰ ਨਿਰਮਲ ਇੱਕ ਚੀਜ਼ ਬਤੌਰ ਥੀਏਟਰ ਡਾਇਰੈਕਟਰ ਮੈਨੂੰ ਤੁਹਾਡੀਆਂ ਗੱਲਾਂ ਦੇ ਵਿੱਚੋਂ ਇੱਕ ਚੀਜ਼ ਤੁਸੀਂ ਕਿਹਾ ਕਿ ਅਸੀਂ ਥੀਏਟਰ ਦੇ ਰੂਲ 'ਚ ਸਾਨੂੰ ਇੰਨੀ ਮੁਸ਼ਕਲ ਨਹੀਂ ਆਉਂਦੀ। ਅਸੀਂ ਲਿਖਿਆ ਹੁੰਦਾ ਕਿ ਇੰਨੀ ਮਾਤਰਾ 'ਚ ਮਿਊਜ਼ਿਕ ਹੋਵੇ, ਇੰਨੀ ਮਾਤਰਾ 'ਚ ਇਹ ਹੋਵੇ, ਇੰਨੀ ਮਾਤਰਾ 'ਚ ਹੋਵੇ। ਇਹ ਕਦੇ ਮਾਤਰਾਵਾਂ ਥੀਏਟਰ 'ਚ ਮਿਥੀਆਂ ਜਾ ਸਕਦੀਆਂ? ਨਾਟਕ 'ਚ ਇੰਨਾ ਕਿ ਮਿਊਜ਼ਿਕ ਜੇ ਕੋਈ ਮੰਨ ਲਓ ਲੋੜ ਹੈ ਤੇ ਉਹ ਕੀ ਕਰੇ? ਮੰਨ ਲਓ ਮੈਂ ਤੁਹਾਨੂੰ ਦੱਸਦਾ ਕੀ ਆ। ਮੰਨ ਲਓ ਕਿ ਥੀਏਟਰ ਦਾ ਸਾਡਾ ਇੱਕ ਰੂਲ ਹੈ, ਡਾਕਟਰ ਸਾਹਿਬ ਸਿੰਘ ਬੈਠਿਆ, ਉਹ ਕਹਿੰਦੇ ਕਿ ਥੀਏਟਰ ਦੇ ਵਿੱਚ 20% ਤੋਂ ਜ਼ਿਆਦਾ ਮਤਲਬ ਜਿਹੜਾ ਹੈਗਾ ਉਹ ਸੰਗੀਤ ਨਹੀਂ ਹੋਣਾ ਚਾਹੀਦਾ। ਤਾਂ ਇਹ ਇੱਕ ਜਨਰਲ ਗੱਲ ਹੈ ਵੀ ਜਦੋਂ ਥੀਏਟਰ ਦੇ ਜੱਜਮੈਂਟ ਦੇਖਦਾ ਜੇ ਉਹਦੇ 'ਚ ਮਤਲਬ ਸਾਰਾ ਹੀ ਉਹਨਾਂ ਨੇ ਗਾ ਕੇ ਕਰਤਾ ਉਹਨੂੰ ਤਾਂ ਫਿਰ ਤਾਂ ਉਹ ਸਮਝ ਹੀ ਲੈਣਗੇ। ਇਹ 20% ਦਾ ਮਤਲਬ ਇਹ ਨਹੀਂ ਕਿ ਜੇ ਉਹਨਾਂ ਨੇ 25% ਕਰਤਾ ਤਾਂ ਉਹਨੂੰ ਇਹ ਡਿਸਕੁਆਲੀਫਾਈ ਕਰ ਦੇਣਗੇ। ਇਹ ਸਿਰਫ ਉਹਨਾਂ ਤੇ ਇੱਕ ਬੰਦਿਸ਼ ਲਾਉਣ ਦੇ ਲਈ ਜਾਂ ਥੀਏਟਰ ਵਾਲੇ ਪਾਰਟ ਨੂੰ ਹਾਈਲਾਈਟ ਕਰਨ ਦੇ ਲਈ ਕੀਤਾ ਗਿਆ। ਕਿਸੇ ਚੀਜ਼ ਤੇ ਕੋਈ ਬੰਦਿਸ਼ ਨਹੀਂ ਲੱਗ, ਇਕੱਲੇ ਥੀਏਟਰ ਤੇ ਨਹੀਂ, ਆਰਟ ਦੀ ਕਿਸੇ ਫਾਰਮ ਦੇ ਉੱਪਰ ਵੀ ਪਰਸੈਂਟੇਜ ਨਾਲ ਕੋਈ ਬੰਦਿਸ਼ ਨਹੀਂ ਲੱਗ ਸਕਦੀ, ਕਿਸੇ ਵੀ ਮਾਤਰਾ ਦੀ ਨਹੀਂ ਲੱਗ ਸਕਦੀ। ਪਰ ਉਹਨਾਂ ਨੂੰ ਦੇਖੋ, ਹੁਣ ਮੰਨ ਲਓ ਕਿ ਅਸੀਂ ਕਹਿੰਦੇ ਆ ਕਿ ਜਿਹੜਾ ਤੁਸੀਂ ਲੋਕ ਗੀਤ ਹੈ ਉਹ 5 ਮਿੰਟ ਦੇ ਵਿੱਚ ਤੁਸੀਂ ਮਤਲਬ ਕਿ ਪੂਰਾ ਕਰਨਾ ਹੈ ਜਾਂ 3 ਤੋਂ 5 ਮਿੰਟ ਕਰਨਾ ਹੈ। ਇਹ ਟਾਈਮ ਫਰੇਮ ਦਾ ਇੱਕ ਮਤਲਬ ਹੋਰ ਵੀ ਆ ਜਿਹਨੂੰ ਮੈਂ ਟੇਢੇ ਤਰੀਕੇ ਨਾਲ ਦੱਸਦਾ ਕਿ ਟੇਢੇ ਤਰੀਕੇ ਨਾਲ ਇਹ ਅਸਰ ਕਿਵੇਂ ਪਾਉਂਦਾ। ਜਿਹੜਾ ਸਟੂਡੈਂਟ ਯੂਥ ਫੈਸਟੀਵਲਾਂ ਦੇ ਵਿੱਚੋਂ ਸਿੰਗਰ ਬਣਿਆ, ਅੱਜ 50 ਸਿੰਗਰ ਤੁਹਾਡੇ ਸਾਹਮਣੇ ਆ, ਉਹਦੇ ਮਨ ਦੇ ਵਿੱਚ ਇੱਕ ਕਨਸੈਪਟ ਬੈਠਾ ਹੈ ਕਿ ਕਿਵੇਂ ਫਰੇਮਵਰਕ ਦੇ ਵਿੱਚ ਰਹਿਣਾ। ਉਹਨੂੰ ਕਿਹਾ ਜਾਂਦਾ ਕਿ ਤੂੰ ਸਟੇਜ ਦੇ ਉੱਪਰ ਜ਼ਿਆਦਾ ਨਹੀਂ ਬੋਲਣਾ, ਸਿਰਫ ਗਾਉਣਾ। ਉਹ ਜਦੋਂ ਪ੍ਰੋਫੈਸ਼ਨਲ ਸਿੰਗਰ ਬਣ ਜਾਂਦਾ, ਜਿਹੜੇ ਅਨਪੜ੍ਹ ਸਿੰਗਰ ਜਾ ਕੇ ਉੱਥੇ ਬਹੁਤ ਤਰ੍ਹਾਂ ਦੇ ਸ਼ਬਦ ਬੋਲ ਕੇ ਪੰਗਾ ਖੜਾ ਕਰ ਲੈਂਦੇ ਆ। ਯੂਥ ਫੈਸਟੀਵਲਾਂ ਚੋਂ ਗਿਆ ਸਿੰਗਰ ਕਦੇ ਇਸ ਤਰ੍ਹਾਂ ਨਹੀਂ ਕਰੂਗਾ ਕੋਈ ਫਰੇਮ ਚੋਂ ਲੰਘਿਆ। ਉਹ ਹਮੇਸ਼ਾ ਜਿਹੜੀ ਉਹ ਘੰਟੀ ਮਾਰਦਾ ਨਾ, ਮੂਹਰੇ ਬੈਲ ਮਾਰਦਾ, ਮਤਲਬ ਬਈ 3 ਮਿੰਟ ਤੇ ਬੈਲ ਵੱਜ ਗਈ ਜਾਂ 5 ਮਿੰਟ ਤੇ ਬੈਲ ਵੱਜ ਗਈ। ਉਸ ਤੋਂ ਬਾਅਦ ਉਹ ਪ੍ਰੋਫੈਸ਼ਨਲ ਤੌਰ ਤੇ ਗਾਉਂਦਾ। ਅੱਜ ਯੂਥ ਫੈਸਟੀਵਲਾਂ ਚੋਂ ਜਿਹੜੇ ਨਿਕਲਿਆ ਗਾਉਣ ਵਾਲੇ, ਉਹ ਦੇਖ ਲਿਓ, ਉਹ ਮੂਹਰੇ ਬੈਠੇ ਆਡੀਅנס ਦਾ ਖਿਆਲ ਰੱਖਦੇ ਆ ਕਿ ਮੈਨੂੰ ਇੱਥੇ ਹੁਣ ਬੰਦ ਕਰ ਦੇਣਾ ਚਾਹੀਦਾ, ਕੁਝ ਨਹੀਂ ਚਾਹੀਦਾ। ਇਹ ਕੁਆਲਿਟੀ ਉਹਨਾਂ ਦੇ ਵਿੱਚ ਜਾਂਦੀ ਹੈ। ਮੈਂ ਸਮਝਦਾ ਇਹ ਵੀ ਇੱਕ ਯੂਥ ਫੈਸਟੀਵਲ ਦੀ ਪ੍ਰਾਪਤੀ ਹੈ ਕਿ ਤੁਸੀਂ ਇੱਕ ਡਿਸਿਪਲਿਨ ਸਿਖਾਉਂਦੇ ਹੋ।
ਪਹਿਲਾਂ ਹੀ ਇਹ ਡਿਸਪਲਿਨ ਸਿਖਾਉਂਦੇ ਔਰ ਇਹ ਉਹਨਾਂ ਦੇ ਕੰਮ ਆਉਂਦਾ ਹੈ ਜ਼ਿੰਦਗੀ ਦੇ ਵਿੱਚ। ਇਹ ਇਸ ਮਾਮਲੇ 'ਚ ਬਹੁਤ ਐਕਚੁਅਲੀ ਮੇਰੀ ਜਗਿਆਸਾ ਦੂਜੀ ਤਰ੍ਹਾਂ ਦੀ ਸੀਗੀ, ਕਿਉਂਕਿ ਸਾਹਿਬ ਸਿੰਘ ਵੀ ਬੈਠਾ ਹੋਇਆ ਨਾਲ ਸੁਣਦਾ ਪਿਆ ਵਾ, ਸਰੀਨ ਸਾਹਿਬ ਵੀ ਇੱਧਰ ਬੈਠੇ ਹੋਏ ਨੇ, ਬੜੇ ਸਾਰੇ ਦੋਸਤ ਨੇ। ਉਹ ਮੈਨੂੰ ਬਸ ਉਸ ਗੱਲ ਤੋਂ ਹੀ ਥੋੜਾ ਮੈਂ ਕਿਹਾ ਜੇਕਰ ਕੋਈ ਯੂਥ ਫੈਸਟੀਵਲ ਦੇ ਵਿੱਚ ਓਪੇਰਾ ਕਰਨਾ ਚਾਹੁੰਦਾ ਹੋਵੇ ਉਹ ਸਾਰਾ ਮਿਊਜ਼ਿਕ ਦੇ ਨਾਲ ਹੋਏਗਾ, ਉਹ ਪ੍ਰਭਾਵਸ਼ਾਲੀ ਹੁੰਦਾ ਹੈ, ਉਨੇ ਹੀ ਉਸੇ ਤਰੀਕੇ ਦਾ ਪ੍ਰਭਾਵ ਪਾਉਂਦਾ ਹੈ, ਤੇ ਉਹਦੇ ਵਿੱਚ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਕੇਵਲ ਜੀ ਪਾਉਂਦਾ ਨਹੀਂ, ਪਰ ਕੇਵਲ ਜੀ ਓਪੇਰਾ ਅਲਾਉਡ ਹੀ ਨਹੀਂਗਾ, ਉਹਦੇ 'ਚ ਇੱਕ ਲਾਈਨ ਹੀ ਵੱਖਰੀ ਲਿਖੀ ਹੁੰਦੀ ਹੈ ਸਾਰੇ ਯੂਥ ਵਿੱਚ ਕਿ ਓਪੇਰਾ ਇਜ਼ ਨਾਟ ਅਲਾਉਡ ਇਨ ਦੀ ਥੀਏਟਰ ਕੰਪੀਟੀਸ਼ਨ। ਓਪੇਰੇ ਨੂੰ ਵੱਖਰੀ ਫਾਰਮ ਜਿਹੜੀ ਆ ਉਹ ਮੰਨਦੇ ਆ। ਔਰ ਦੂਜੀ ਗੱਲ ਹੈ ਕਿ ਯੂਥ ਫੈਸਟੀਵਲਾਂ 'ਚ ਫਰੇਮ ਹੋਣਾ ਬਹੁਤ ਜ਼ਰੂਰੀ ਆ, ਨਹੀਂ ਤਾਂ 25 ਤੋਂ 30 ਮਿੰਟ ਕਰਨ ਦਾ ਵੀ ਇਹੀ ਮਤਲਬ ਹੈ। ਕੁਐਸਚਨ ਤਾਂ ਤੁਹਾਡਾ ਇਹ ਵੀ ਹੋ ਸਕਦਾ ਕਿ ਯਾਰ 25 ਮਿੰਟ 'ਚ ਕੀ ਡਰਾਮਾ ਕਰੋਗੇ ਤੁਸੀਂ, ਵੱਡੀ ਕਿਸੇ ਥੀਮ ਨੂੰ ਖੇਡਣਾ ਹੋਵੇ 25 ਮਿੰਟ 'ਚ ਕੀ ਹੋਊਗਾ, ਲੇਕਿਨ ਉਹ ਯੂਥ ਫੈਸਟੀਵਲ ਦੇ ਦਾਇਰੇ 'ਚ ਰਹਿ ਕੇ ਉਹਨਾਂ ਨੂੰ ਕਰਨਾ ਪਊਗਾ। ਹਾਂ ਨਹੀਂ, ਇਹ ਤਾਂ ਇੱਕ ਸਮੇਂ ਦੀ ਪਾਬੰਦੀ ਆ, ਉਹ ਤੇ ਪਤਾ ਵੀ ਬਹੁਤ ਟੀਮਾਂ ਹੋਣੀਆਂ, ਉਹਨਾਂ ਦਾ ਆਰਟ ਅਸੀਂ ਇੰਨੇ ਟਾਈਮ 'ਚ ਦੇਖਣਾ, ਪਰ ਉਸ ਆਰਟ ਦੇ ਅੰਦਰ ਜਿਹੜਾ ਵੀ ਉਹ ਕਿਸ ਗੁਣ ਨੂੰ ਲੈ ਕੇ ਆਉਂਦੇ ਆ ਇਹ ਦੂਜੀ ਗੱਲ ਹੈ। ਚਲੋ ਖੈਰ, ਮੈਂ ਹੁਣ ਚਾਹਾਂਗਾ ਕਿ ਜਿਹੜੇ ਦੋਸਤ ਸੁਣਦੇ ਪਏ ਆ, ਹੀਰਾ ਰੰਧਾਵਾ ਤੇ ਸਾਹਿਬ ਸਿੰਘ ਕੁਝ ਕਹਿਣਾ ਚਾਹੁੰਦੇ ਆ। ਹੀਰਾ ਤੇ ਫਿਰ ਸਾਹਿਬ ਸਿੰਘ। ਹੀਰਾ ਜੀ। ਨਿਰਮਲ ਜੌੜਾ ਨਾਲ ਮੇਰੀ ਸਾਂਝ ਕੋਈ 33 ਸਾਲ ਪੁਰਾਣੀ ਆ, ਉਦੋਂ ਦੀਆਂ ਦੋਸਤੀਆਂ ਸਾਡੀਆਂ ਹੁਣ ਤੱਕ ਕਾਇਮ ਨੇ। ਕੈਨੇਡਾ ਵੀ ਭਾਵੇਂ ਆ ਗਏ ਆ, ਔਰ ਇਹਦੀ ਮਾਂ ਨੇ ਨਾਂ ਰੱਖਿਆ ਸੀ ਨਿਰਮਲ, ਔਰ ਆਪਣੇ ਨਾਂ ਨੂੰ ਸਾਰਥਕ ਸਿੱਧ ਕਰਨ ਲਈ ਅੱਜ ਤੱਕ ਵੀ ਇਹ ਯਤਨਸ਼ੀਲ ਆ, ਔਰ ਚੰਗੀ ਗੱਲ ਆ ਤੇ ਨਿਭਿਆ ਵੀ ਹੈ। ਔਰ ਜਿੱਦਾਂ ਆਪਣੀ ਟੂਟੀ ਵਾਲੀ ਪੱਗ ਮੈਚਿੰਗ ਕਰਕੇ ਬੜੀ ਸਕੱਤ ਜੀ ਵਧੀਆ ਦਿੱਖ ਬਣਾ ਕੇ ਜਾਂਦਾ ਆ, ਇਹ ਅੰਦਰੋਂ ਵੀ ਓਨਾ ਹੀ ਸੋਹਣਾ ਆ, ਬਹੁਤ ਵਧੀਆ ਗੱਲ ਆ। ਔਰ ਇਹਦੇ ਨਾਲ ਬਹੁਤ ਸਾਰੇ ਨਾਟਕ ਅਸੀਂ ਇਕੱਠਿਆਂ ਕੀਤੇ ਨੇ ਬਹੁਤ, ਔਰ ਇਹਨੇ ਬੜਾ ਕਮਾਲ ਦੇ ਨਾਟਕਾਂ ਦੇ ਵਿੱਚ ਰੋਲ ਕੀਤਾ ਸੀਗਾ। ਇਹਨਾਂ ਦੀ ਆਵਾਜ਼ ਦੇ ਵਿੱਚ ਜਦੋਂ ਰੋਸ਼ਨੀ ਹੁੰਦੀ ਹੈ, ਤੇ ਤੁਹਾਡਾ ਕੀ ਖਿਆਲ ਹੈ, ਜਿਹਨੇ ਬਹੁਤ ਟੁੰਬਿਆ ਸੀ ਇਹਦਾ ਰੋਲ, ਤੁਹਾਡਾ ਕੀ ਖਿਆਲ ਦੇ ਵਿੱਚ? ਔਰ ਬਾਅਦ ਵਿੱਚ ਜਦ ਇਹ ਦੂਰਦਰਸ਼ਨ ਚਲੇ ਗਏ, ਉੱਥੇ ਵੀ ਇਹਨਾਂ ਨੇ ਨਵੀਆਂ ਪੈੜਾਂ ਪਾਈਆਂ। ਔਰ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ, ਇੱਕ ਚੇਤਾ ਭੁੱਲ ਗਿਆ ਹੋਊਗਾ ਨਾ, ਹਾਕੀ ਵਾਲਾ ਸਰਦਾਰ ਵਿੱਚ ਬੜਾ ਕਮਾਲ ਦਾ ਰੋਲ ਕੀਤਾ ਸੀ, ਇੱਕ ਟੀਵੀ ਦਾ ਡਰਾਮਾ ਸੀ ਉਹਦੇ ਵਿੱਚ। ਔਰ ਇੱਕ ਸਮਾਂ ਆਇਆ ਸੀਗਾ, ਕਿਉਂਕਿ ਥੀਏਟਰ ਨਾਲੋਂ ਇਹ ਬੜੀ ਚੰਗੀ ਗੱਲ ਹੈ, ਇਹਨੇ ਮੰਨ ਲਿਆ ਕਿ ਮੈਂ ਜਿਹੜਾ ਵਾ ਵੀ ਉਹ ਥੀਏਟਰ ਵਿੱਚ ਜ਼ਿਆਦਾ ਨਹੀਂ ਨਿਭ ਸਕਿਆ, ਕਿ ਮੈਨੂੰ ਸਟੇਜ ਖਾ ਗਈ ਜਾਂ ਦੂਰਦਰਸ਼ਨ ਖਾ ਗਿਆ। ਔਰ ਇੱਕ ਸਮਾਂ ਸੀ ਜਦੋਂ ਨਿਰਮਲ ਜੌੜਾ ਤੋਂ ਬਿਨਾਂ ਕੋਈ ਗਾਇਕ ਜਾਂਦਾ ਨਹੀਂ ਸੁਣਦਾ ਨਾ, ਉਹਨੂੰ ਲਿਆਓ ਸਟੇਜ ਕੰਪੀਟ ਕਰਨ ਵਾਸਤੇ। ਦੂਜੀ ਚਾਇਸ ਉਹਨਾਂ ਦੀ ਆਸ਼ਾ ਸ਼ਰਮਾ ਹੁੰਦੀ ਸੀ। ਇਹ ਭਾਵੇਂ ਅਮਰੀਕਾ, ਕੈਨੇਡਾ, ਇੰਗਲੈਂਡ ਜਿੱਥੇ ਵੀ ਜਾਣਾ ਹੋਵੇ, ਪਹਿਲੀ ਚਾਇਸ ਨਿਰਮਲ ਜੌੜਾ ਹੁੰਦੀ ਸੀ। ਉਹ ਇਹਦਾ ਹਾਸਲ ਮੁਕਾਮ ਹੈ। ਤੇ ਅੱਜ ਜਿਹੜੇ ਮੁਕਾਮ ਤੇ ਪਹੁੰਚਾ ਹੋਇਆ ਹੈ ਪੰਜਾਬ ਯੂਨੀਵਰਸਿਟੀ ਵਿੱਚ, ਇੱਕ ਵਾਰੀ ਦੀ ਗੱਲ ਮੈਨੂੰ ਚੇਤੇ ਆ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਪੜ੍ਹਦਾ ਹੁੰਦਾ ਸੀਗਾ, ਤੇ ਪਾਲੀ ਭੁਪਿੰਦਰ ਕਹਿੰਦਾ ਯਾਰ ਇਹਨੇ ਨਹੀਂ ਇੱਥੋਂ ਨਿਕਲਣਾ, ਇਹਨੇ VC ਬਣ ਕੇ ਨਿਕਲਣਾ ਇੱਥੋਂ, ਕਿਉਂਕਿ ਉੱਥੇ ਇਹਦੀ ਪੜ੍ਹਾਈ ਹੋਈ ਸੀ, ਉੱਥੇ ਇਹਦੀ ਜੌਬ ਚੱਲ ਗਈ। ਔਰ ਉਸ ਤੋਂ ਗਾਂ ਇਹਨਾਂ ਨੇ ਪਲਾਨ ਪੁੱਟਦੇ ਹੋਇਆ ਇੱਕ ਨਵੇਂ ਦੇਸ਼ ਦੇ ਜਿਹੜੇ ਸਾਡੇ ਸਿਰਜਰੇ ਨੇ, ਸਲਾਮ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਥੈਂਕ ਯੂ। ਇਹ ਰੰਧਾਵਾ VC ਵਾਲਾ ਜਿਹੜਾ ਸੁਪਨਾ ਹੈ ਅਸੀਂ ਅਜੇ ਛੱਡਿਆ ਨਹੀਂ ਹੈ, ਸਾਨੂੰ ਅਜੇ ਵੀ ਉਮੀਦ ਹੈ ਕਿ ਨਿਰਮਲ ਜੌੜਾ ਜੇ ਹੁਣ ਡਾਇਰੈਕਟਰ ਹੈ ਤੇ ਇਸ ਤੋਂ ਅਗਲਾ ਸਟੈਪ VC ਵਾਲਾ ਹੀ ਆ। ਅਸੀਂ ਬੜਿਆ ਵੇਖਣਾ ਚਾਹੁੰਦੇ ਹਾਂ, ਸਾਡੀਆਂ ਦੁਆਵਾਂ ਨਿਰਮਲ ਦੇ ਨਾਲ ਜੀ। ਅਜੇ ਰਿਟਾਇਰਮੈਂਟ ਚ ਕਾਫੀ ਸਾਲ ਪਏ ਨੇ ਇਹਦੇ, ਰਿਟਾਇਰ ਹੋ ਵੀ ਜਾਏ ਅਸੀਂ ਤਾਂ ਵੀ VC ਬਣਾ ਦੇਣਾ ਯਾਰ, ਖੋਲ ਦਾਂਗੇ। ਸਾਹਿਬ ਕੁਝ ਕਹਿਣਾ ਚਾਹੁੰਦਾ? ਹਾਂ ਜੀ 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 ਮੈਂ ਜੌੜਾ ਸਾਹਿਬ, ਮੈਂ ਮਤਲਬ ਅਕਸਰ ਇਹ ਮਹਿਸੂਸ ਕਰਦਾ ਹੁੰਦਾ ਕਿ ਜਿਵੇਂ ਇੱਕ ਮਲਟੀ ਟੈਲੈਂਟਡ ਪਰਸਨੈਲਿਟੀਜ਼ ਹੁੰਦੀਆਂ, ਯੂ ਆਰ ਵਨ ਆਫ ਦੈਮ, ਕਿ ਤੁਸੀਂ ਪ੍ਰਸ਼ਾਸਨਿਕ ਏਡਾ ਵੱਡਾ ਕੰਮ ਵੀ ਸੰਭਾਲ ਰਹੇ ਹੋ, ਪੂਰੀ ਯੂਨੀਵਰਸਿਟੀ ਜਿਹਦੇ ਅੰਡਰ ਇੰਨੇ ਸਾਰੇ ਕਾਲਜਿਸ ਨੇ, ਤੇ ਨਾਲ ਨਾਲ ਨਾਟਕ ਵੀ ਲਗਾਤਾਰ ਲਿਖ ਰਹੇ ਹੋ। ਲੇਟੈਸਟ ਵੀ ਤੁਸੀਂ ਨਾਟਕ ਲਿਖਿਆ, ਹੁਣ ਕੀਰਤੀ ਕਿਰਪਾਲ ਹੋਰਾਂ ਨੇ ਡਾਇਰੈਕਟ ਕੀਤਾ, ਤੇ ਤੁਸੀਂ ਕੈਨੇਡਾ ਜਾ ਕੇ ਮਾਤਾ ਗੁਜਰੀ ਦੇ ਉੱਤੇ ਨਾਟਕ ਲਿਖ ਕੇ ਆਏ, ਉੱਥੇ ਖਿਡਾਇਆ ਵੀ, ਸਾਰਾ ਕੁਝ ਕੀਤਾ। ਹੁਣ ਵੀ ਤੁਸੀਂ ਪਿਛਲੇ ਸਾਲ ਫਿਰ ਜਾ ਕੇ ਆਏ। ਇੱਕ ਤਾਂ ਇੰਨੇ ਸਾਰੇ ਕੰਮ ਇਕੱਠੇ ਕਰਨ ਦੀ ਜਿਹੜੀ ਸ਼ਕਤੀ ਹੈ ਤੁਹਾਡੇ ਅੰਦਰ ਤੇ ਕਾਬਲੀਅਤ ਵੀ ਹੈ, ਸੋ ਉਹਨੂੰ ਤਾਂ ਇੱਕ ਤਰ੍ਹਾਂ ਨਾਲ ਸਲਾਮ ਹੈ। ਤੇ ਦੂਸਰੀ ਗੱਲ ਨਾ, ਮੈਂ ਇੱਕ ਸਵਾਲ ਤੁਹਾਨੂੰ ਜ਼ਰੂਰ ਕਰਨਾ, ਲੇਕਿਨ ਸਵਾਲ ਤੋਂ ਪਹਿਲਾਂ ਮੈਂ ਕਹਿਣਾ ਚਾਹਨਾ ਵੀ ਜੌੜਾ ਸਾਹਿਬ, ਜਿਹੜੀ ਤੁਸੀਂ ਟਰਾਂਸਪੇਰੈਂਸੀ ਕ੍ਰੀਏਟ ਕੀਤੀ ਹੈ ਨਾ ਜਜਮੈਂਟ ਦੇ ਵਿੱਚ, ਕਿ ਵੀ 10 ਨਾਟਕ ਹੈ ਉੱਥੇ, ਚਾਹੇ 6 ਨਾਟਕ ਹੈ, ਜਿਹੜਾ ਜਜਮੈਂਟ ਤੇ ਬੈਠਾ ਹੈ ਉਹ ਖਤਮ ਹੋਣ ਤੋਂ ਬਾਅਦ ਜਜਮੈਂਟ ਖੁਦ ਸਟੇਜ ਤੇ ਪੇਸ਼ ਕਰੇਗਾ ਔਰ ਦੱਸੇਗਾ ਵੀ, ਨਾਲ ਥੋੜਾ ਡਿਸਕ੍ਰਾਈਬ ਵੀ ਕਰੇਗਾ ਕਿ ਜੇ ਇਦਾਂ ਹੈ ਤਾਂ ਇਦਾਂ ਕਿਉਂ ਹੈ। ਉਹਦੇ ਨਾਲ ਨਾ ਅਕਾਊਂਟੇਬਿਲਿਟੀ ਬਹੁਤ ਜ਼ਿਆਦਾ ਬਣਦੀ ਹੈ, ਜੱਜ ਦੀ ਰਿਸਪੌਂਸਿਬਿਲਿਟੀ ਬਣਦੀ ਹੈ, ਤੇ ਰਿਸਪੌਂਸਿਬਿਲਿਟੀ ਬਣਦੀ ਹੈ ਤਾਂ ਦੈਟ ਮੀਨਸ ਕਮਜ਼ੋਰ ਜੱਜ ਉੱਤੇ ਬੈਠ ਨਹੀਂ ਸਕਦਾ, ਉਹੀ ਬੈਠੇਗਾ ਜਿਹਨੂੰ ਆਪਣੇ ਆਪ ਤੇ ਯਕੀਨ ਹੈ। ਤੇ ਜਿਹੜੀ ਗੱਲ ਅੱਜ ਦੀ ਡਿਸਕਸ਼ਨ ਵਿੱਚ ਬਹੁਤ ਵੱਡੀ ਉੱਭਰ ਕੇ ਆਈ ਹੈ ਨਾ, ਉਹ ਇਹ ਹੈ ਵੀ ਟੈਕਨੀਕੈਲਿਟੀਜ਼ ਆਰ देयर,
ਡਿਸਪਲਿਨ ਇਜ਼ देयर, ਹੋਣਾ ਵੀ ਚਾਹੀਦਾ, ਇੰਨਾ ਹੈ ਤਾਂ ਇੰਨਾ ਵੀ ਹੈ, ਪਰ ਸਾਡੇ ਉੱਤੇ ਕਦੇ ਇਸ ਤਰ੍ਹਾਂ ਦਾ ਕੋਈ ਡੰਡਾ ਨਹੀਂ ਹੁੰਦਾ ਕਿ ਬਿਲਕੁਲ ਹੀ ਐਸੇ ਪੈਰਾਮੀਟਰ ਦੇ ਵਿੱਚ ਰਹਿਣਾ ਤੁਸੀਂ। ਜੇ ਤੁਹਾਨੂੰ ਕੋਈ ਐਕਸਟਰਾ ਆਰਡੀਨਰੀ ਪਰਫਾਰਮੈਂਸ ਨਜ਼ਰ ਆਉਂਦੀ ਤਾਂ ਅਸੀਂ ਉਹਨੂੰ ਵੀ ਜੱਜਮੈਂਟ ਦੇ ਵਿੱਚ ਫਸਟ ਸੈਕਿੰਡ ਕੱਢਦੇ ਆ, ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਇੱਕ ਸਵਾਲ ਹੈ ਤੁਹਾਨੂੰ ਕਿ ਅਕਸਰ ਨਾ ਮੈਂ ਦੇਖਦਾ ਕਿ ਖਾਸ ਤੌਰ ਤੇ ਨ੍ਰਿਤ ਦੇ ਵਿੱਚ ਜਿਹੜੇ ਸਾਡੇ ਟ੍ਰੈਡੀਸ਼ਨਲ ਕਿਸਮ ਦੇ ਜੱਜਮੈਂਟ ਨੇ ਤੇ ਜਾਂਦੇ ਆ, ਜਾਂ ਜਿਹੜੇ ਟ੍ਰੈਡੀਸ਼ਨਲ ਨੇ ਬਹੁਤ ਜਿਨ੍ਹਾਂ ਨੇ ਟੈਕਨੀਕਲੀ ਰਿਚ ਕੀਤਾ ਹੋਇਆ, ਉਹ ਬਹੁਤ ਕਈ ਵਾਰੀ ਇਹਨਾਂ ਗੱਲਾਂ ਤੋਂ ਚਿੜਦੇ ਆ। ਜਿਵੇਂ ਤੁਸੀਂ ਕਿਹਾ ਵੀ ਕਿਸੇ ਨੇ ਨ੍ਰਿਤ ਪੇਸ਼ ਕੀਤਾ ਇਹੋ ਜਿਹਾ, ਉੱਥੇ ਸੈੱਟ ਲਗਾ ਲਿਆ ਪਿੱਛੇ, ਇਹ ਆਪਣੇ ਆਪ 'ਚ ਬੜੀ ਖੂਬਸੂਰਤ ਗੱਲ ਹੈ, ਚੀਜ਼ਾਂ ਇਵੋਲਵ ਹੋ ਰਹੀਆਂ, ਪਰ ਉਹ ਇਸ ਚੀਜ਼ ਦੀ ਮੁਖਾਲਫਤ ਬਹੁਤ ਜ਼ਿਆਦਾ ਕਰਦੇ ਆ ਕਿ ਜੀ ਭੰਗੜਾ ਤਾਂ ਇਦਾਂ ਹੀ ਹੁੰਦਾ ਸੀ, ਮਲਵਈ ਗਿੱਧਾ ਤਾਂ ਇਦਾਂ ਹੀ ਹੁੰਦਾ ਸੀ, ਇਹ ਥੀਏਟਰ ਕਿਉਂ ਵਿੱਚ ਵਾੜ ਦਿੱਤਾ ਤੁਸੀਂ? ਮੇਰਾ ਸਵਾਲ ਇਹ ਹੈ ਕਿ ਜੇ ਥੀਏਟਰ ਵੜਨ ਨਾਲੋਂ ਖੂਬਸੂਰਤ ਹੋ ਗਿਆ ਤੇ ਸਾਨੂੰ ਐਡਾ ਇਤਰਾਜ਼ ਕਿਉਂ ਹੈ? ਅਸੀਂ ਵੀ ਤਾਂ ਆਪਾਂ ਪਹਿਰਾਵੇ ਬਦਲੇ ਨੇ ਨਾ, ਅਸੀਂ ਕੁੜਤੇ ਪਜਾਮੇ 'ਚ ਤਾਂ ਨਹੀਂ ਰਹੇ, ਅਸੀਂ ਜੀਨਾਂ ਵੀ ਪਾਉਂਦੇ, ਨਿੱਕਰਾਂ ਵੀ ਪਾਈ ਫਿਰਦੇ ਆ, ਬੂਟ ਵੀ ਪਾਈ ਫਿਰਦੇ ਆ, ਤੇ ਆਰਟ ਵੀ ਤਾਂ ਜ਼ਿੰਦਗੀ 'ਚੋਂ ਆਉਂਦਾ। ਸੋ ਇਸ ਤਰ੍ਹਾਂ ਦਾ ਕੀ ਤੁਸੀਂ ਕੁਝ ਕਰੋਗੇ ਆਉਣ ਵਾਲੇ ਸਮਿਆਂ ਦੇ ਵਿੱਚ ਕਿ ਰੂਲਸ ਨੂੰ ਥੋੜਾ ਇੰਨਾ ਕੁ ਅਮੈਂਡ ਕੀਤਾ ਜਾਵੇ ਤੇ ਅਸੀਂ ਵੀ ਅੜੇ ਨਾ ਰਹੀਏ ਉਹਨਾਂ ਚੀਜ਼ਾਂ ਦੇ ਉੱਤੇ? ਇਹ ਨਾ ਮੈਂ ਸਾਹਿਬ ਸਿੰਘ ਦੀ ਗੱਲ 'ਚ ਵਾਧਾ ਕਰ ਦੇਣਾ ਸਾਹਿਬ, ਮੈਂ ਵੀ ਨਾ ਇਹ ਜਿਹੜੀ ਜੱਜਮੈਂਟ ਵਾਲੀ ਗੱਲ ਹੈ ਕਿ ਜਿਹੜੀ ਇਹਨਾਂ ਨੇ ਪਾਰਦਰਸ਼ਤਾ ਨਿਰਮਲ ਹੁਰੀ ਲੈ ਕੇ ਆਏ ਆ ਇਹਦੇ ਵਿੱਚ, ਇਹ ਬਹੁਤ ਬਹੁਤ ਸਹੀ ਗੱਲ ਹੈ। ਯਾਨੀ ਮੈਂ ਕਿਸੇ ਵੇਲੇ ਇਸ ਤਰ੍ਹਾਂ ਵੀ ਖਿੱਚਦਾ ਸੀਗਾ ਜੱਜਮੈਂਟ ਦੇ ਵਿੱਚ, ਸਾਨੂੰ ਕਹਿੰਦੇ ਕਿ ਤੁਸੀਂ 3 ਜੱਜ ਹੋ, 3 ਤੁਸੀਂ ਦੂਰ ਦੂਰ ਬੈਠੋ। ਮੈਂ ਕਿਹਾ ਮੈਂ ਤੇ ਨਹੀਂ ਦੂਰ ਦੂਰ ਬਹਿਣਾ, ਹੈ ਨਾ। ਮੈਂ ਕਿਹਾ ਅਸੀਂ ਤਾਂ ਤਿੰਨੇ ਇਕੱਠੇ ਬੈਠਾਂਗੇ। ਵੀ ਕੋਈ ਪੁਆਇੰਟ ਇਹੋ ਜਿਹਾ ਵੀ ਹੁੰਦਾ ਜੱਜਾਂ ਨੇ ਡਿਸਕਸ ਵੀ ਕਰਨਾ ਹੁੰਦਾ ਵੀ ਤੁਹਾਨੂੰ ਜੇ ਸਾਨੂੰ ਜੱਜ ਹੀ ਕਿਉਂ ਬਣਾਇਆ ਜੇ ਸਾਡੇ ਤੇ ਇਤਬਾਰ ਨਹੀਂ ਹੈ ਤੇ, ਹੈ ਨਾ। ਫਿਰ ਕਹਿੰਦੇ ਜੇ ਤੁਸੀਂ ਆਪਣੇ ਨੰਬਰ ਲਾ ਕੇ ਸਾਨੂੰ ਦੇ ਦਿਓ, ਅਸੀਂ ਆਪੇ ਕੱਲ ਸੁਣਾਵਾਂਗੇ ਰਿਜ਼ਲਟ। ਮੈਂ ਕਿਹਾ ਜੀ ਮੈਂ ਤਾਂ ਨਹੀਂ ਆਪਣੇ ਨੰਬਰ ਦੇਣੇ, ਮੈਂ ਲੈ ਚੱਲਿਆ ਨਾਲ। ਮੈਂ ਕਿਹਾ ਮੈਂ ਕੱਲ ਆ ਕੇ ਦਊਂਗਾ ਜਦੋਂ ਤੁਸੀਂ ਰਿਜ਼ਲਟ ਸੁਣਾਉਣਾ ਹੋਏਗਾ। ਮੈਂ ਯਾਨੀ ਕਿ ਮੈਂ ਲੜ ਪਿਆ ਉਹਨਾਂ ਨਾਲ। ਮੈਂ ਕਿਹਾ ਵੀ ਜੇ ਅਸੀਂ ਜੱਜ ਤੇ ਅਸੀਂ ਦੱਸਾਂਗੇ ਫਸਟ ਸੈਕਿੰਡ ਥਰਡ ਕੌਣ ਹੈ। ਤੇ ਸ਼ਾਇਦ ਨਿਰਮਲ ਇਹੋ ਜਿਹੇ ਕਾਰਨ ਸੀਗੇ ਕਿ ਜਿਹੜੀ ਮੈਂ ਜੱਜਮੈਂਟ ਕਰਨੀ ਛੱਡੀ ਤੇ ਮੈਂ ਉਹਨਾਂ ਤੋਂ ਬਹੁਤ ਦੁਖੀ ਹੋ ਗਿਆ ਸੀਗਾ। ਮੈਂ ਕਿਹਾ ਦਿੰਦੇ ਲੈਂਦੇ ਤੇ ਕੱਖ ਹੈ ਨਹੀਂ, 12 ਘੰਟੇ ਬਿਠਾਉਂਦੇ ਹੋ ਤੇ 500 ਰੁਪਈਆ ਦਿੰਦੇ ਹੋ ਸਾਰਾ, ਤੁਸੀਂ ਕੋਈ ਰਿਸਪੈਕਟੇਬਲ ਅਮਾਉਂਟ ਨਹੀਂ ਦਿੰਦੇ, ਹੈ ਨਾ। ਹੁਣ ਮੈਂ ਵੀ ਆਪਣੇ ਦਿਲ ਦੀ ਗੱਲ ਕਹਿ ਹੀ ਦਿੱਤੀ ਹੈ ਨਾ। ਬਿਲਕੁਲ ਕੋਈ ਰਿਸਪੈਕਟੇਬਲ ਅਮਾਉਂਟ ਨਹੀਂ ਹੈ। 500 ਰੁਪਈਆ ਦੇ ਕੇ ਤੇ ਕਿਰਾਇਆ ਦੇ ਕੇ ਤੇ ਤੁਸੀਂ ਸਾਨੂੰ ਬਾਅਦ ਚ ਕਈ ਟੀਮਾਂ ਵਾਲੇ ਬਾਅਦ ਚ ਫੋਨ ਕਰਕੇ ਗਾਲਾਂ ਵੀ ਕੱਢਦੇ ਆ ਵੀ ਤੁਸੀਂ ਆਹ ਕੀ ਕਰ ਦਿੱਤਾ, ਮਾਂ ਦੀਆਂ ਭੈਣ ਦੀਆਂ ਇੱਕ ਕਰ ਦਿੰਦੇ ਆ, ਹੈ ਨਾ। ਕਿਉਂਕਿ ਉਹਨਾਂ ਨੂੰ ਕੋਈ ਤਮੀਜ਼ ਵੀ ਨਹੀਂ। ਉਹਦਾ ਹੁਣ ਡਾਇਰੈਕਟਰ ਦਾ ਤਾਂ ਕਸੂਰ ਨਹੀਂ ਹੈ, ਉਹ ਕੋਈ ਨਾ ਕੋਈ ਕਰ ਦਿੰਦਾ ਫੋਨ ਉਸ ਤਰ੍ਹਾਂ ਦਾ। ਪਰ ਤੁਸੀਂ ਜਿੰਨਾ ਮਰਜ਼ੀ ਇਨਸਾਫ ਕਰ ਲਓ, ਫਿਰ ਵੀ ਉਸਦੇ ਬਾਅਦ ਇਸ ਕਰਕੇ ਮੈਂ ਉਹ ਸਾਰਾ ਛੱਡਿਆ ਸੀ, ਉਹ ਸਾਰਾ ਕਹਿਣਾ। ਪਰ ਜਿਹੜੀ ਗੱਲ ਸਾਹਿਬ ਹੁਣ ਕਹਿ ਰਿਹਾ ਵਾ, ਮੇਰਾ ਖਿਆਲ ਇਹ ਬੜੀ ਇੰਪੋਰਟੈਂਟ ਹੈ। ਨਿਰਮਲ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਬਿਲਕੁਲ, ਦੇਖੋ ਗੱਲ ਭਾਵੇਂ ਥੀਏਟਰ ਦੀ ਹੋਵੇ, ਡਾਂਸ ਦੀ ਹੋਵੇ ਜਾਂ ਸੰਗੀਤ ਦੀ ਹੋਵੇ, ਇਹਦੇ ਜਿਹੜਾ ਪੀੜ੍ਹੀ ਪਾੜਾ ਹੈਗਾ ਉਹ ਹੈਗਾ। ਅਸੀਂ ਥੀਏਟਰ ਵਾਲੇ ਵੀ ਜਿਹੜੇ ਸਾਡੇ ਬਹੁਤ ਸੀਨੀਅਰ ਆ, ਉਹ ਥੀਏਟਰ ਨੂੰ ਹੋਰ ਤਰੀਕੇ ਨਾਲ ਦੇਖਣਗੇ। ਅੱਜ ਦੀ ਪੀੜ੍ਹੀ ਜਿਹੜੀ ਹੁਣ ਤੁਸੀਂ ਆ, ਹੋਰ ਤਰੀਕੇ ਨਾਲ ਦੇਖੋਗੇ। ਜਿਹੜੇ ਸਾਥੋਂ ਅੱਗੇ 10 ਸਾਲਾਂ ਬਾਅਦ ਆਉਣੇ ਉਹਨਾਂ ਨੇ ਹੋਰ ਤਰੀਕੇ ਨਾਲ ਦੇਖਣਾ। ਤੇ ਅਸੀਂ ਕੋਈ ਇਸ ਤਰ੍ਹਾਂ ਦੇ ਮਾਪਦੰਡ ਵੀ ਨਹੀਂ ਬਣਾ ਸਕਦੇ, ਫਰੇਮ ਨਹੀਂ ਕੀਤਾ। ਜਿਵੇਂ ਪਹਿਲਾਂ ਹੀ ਗੱਲ ਕਰਕੇ ਧਾਲੀਵਾਲ ਸਾਹਿਬ ਵੱਡਿਆ ਕਿ ਇਹਨੂੰ ਕੋਈ ਫਰੇਮ ਨਹੀਂ ਕੀਤਾ ਜਾ ਸਕਦਾ। ਇਹਦਾ ਇੱਕ ਹੱਲ ਡਾਕਟਰ ਸਾਹਿਬ ਸਿੰਘ ਅਸੀਂ ਹੌਲੀ ਕਿਤੇ ਨੇ ਲੱਭਿਆ ਵਾ ਕਿ ਜਿਹੜਾ ਜੱਜਮੈਂਟ ਦਾ ਪੈਨਲ ਹੈ ਉਹਦਾ ਮਿਸ਼ਰਣ ਇਸ ਤਰ੍ਹਾਂ ਹੋਵੇ ਕਿ ਉਹਦੇ ਵਿੱਚ ਇੱਕ ਬਹੁਤ ਸੀਨੀਅਰ ਬੰਦਾ ਹੋਵੇ, ਇੱਕ ਉਹਦੇ ਵਿੱਚ ਬਿਲਕੁਲ ਪ੍ਰੈਜ਼ੈਂਟ ਟਾਈਮ ਦਾ ਯੰਗ ਏਜ ਦਾ ਵਿੱਚ ਜਿਹੜਾ ਹੋਵੇ, ਤਾਂ ਕਿ ਉਹ ਦੋਨਾਂ ਦੇ ਵਿਚਾਰ ਹੈ ਜਿਹੜੇ ਉਹ ਆਪਸ ਵਿੱਚ ਵਿਚਾਰ ਵਟਾਂਦਰਾ ਕਰਕੇ ਹੌਲੀ ਹੌਲੀ ਇਸ ਗੱਲ ਨੂੰ ਲੀਹ ਦੇ ਉੱਪਰ ਲੈ ਆਉਣ। ਜਿਹਦੇ ਤਰਕ ਭਾਰੂ ਹੋਊਗੀ ਉਹ ਕਰ ਲੇਗਾ। ਅਸੀਂ ਕਦੇ ਵੀ, ਮੈਂ ਆਪਦੀ ਗੱਲ ਵੀ ਨਹੀਂ ਕਰਦਾ, ਕੋਈ ਵੀ ਕਿਸੇ ਵੀ ਯੂਨੀਵਰਸਿਟੀ ਦਾ ਡਾਇਰੈਕਟਰ ਕਦੇ ਇੰਟਰਫੀਅਰ ਨਹੀਂ ਕਰਦਾ ਜੱਜਮੈਂਟ ਦੇ ਵਿੱਚ ਵੀ ਜੱਜਾਂ ਦੇ ਕੋਲੇ ਜਾ ਕੇ ਬਹਿ ਜੇ। ਉਹ ਆਪਦੀ ਇਨਸਲਟ ਸਮਝਦਾ। ਮੰਨ ਲਓ ਤੁਸੀਂ ਜੱਜ ਬੈਠੇ ਆ ਤੇ ਮੈਂ ਤੁਹਾਡੇ ਕੋਲੇ ਜਾ ਕੇ ਕੋਈ ਰਾਇ ਕਰਨ ਲੱਗ ਜਾ, ਮੈਂ ਲੱਖ ਵਾਲਾ ਹੋਵਾਂ, ਇਹ ਮੇਰੀ ਇਨਸਲਟ ਹੈ ਕਿ ਮੈਂ ਤੁਹਾਡੇ ਕੋਲੇ ਜਾ ਕੇ ਤੇ ਮੈਂ ਤੁਹਾਡੀ ਕਰ ਰਿਹਾ ਜਾਂ ਮੈਂ ਇਹ ਮਹਿਸੂਸ ਕਰਦਾ। ਇਸ ਕਰਕੇ ਜਿਹੜੀ ਤੁਹਾਡੀ ਤਿੰਨਾਂ ਦਾ ਬਣਾਉਣ ਦਾ ਹੀ ਮਤਲਬ ਹੁੰਦਾ ਸੀਗਾ ਕਿ ਤੁਸੀਂ ਆਪਸ ਵਿੱਚ ਰਾਇ ਕਰਕੇ, ਫਿਰ ਕੀ ਹੋਏਗਾ ਕਿ ਜਦੋਂ 2-4 ਸਾਲ ਆਏ ਹੋ ਜਾਏਗਾ ਕਿ ਇੱਕ ਸੀਨੀਅਰ ਜੱਜ ਬੈਠਾ, ਉਹਦੇ ਨਾਲ ਇੱਕ ਤੁਹਾਡੀ ਏਜ ਦਾ ਯੰਗ ਬੰਦਾ ਬੈਠਾ ਜਿਹੜਾ ਤਰਕ ਕਰ ਰਿਹਾ, ਜਿਹੜਾ ਕੰਟਰਾਡਿਕਟ ਕਰ ਰਿਹਾ ਕਿ ਨਹੀਂ ਜੇ ਥੀਏਟਰ ਦੇ ਵਿੱਚ ਡਾਂਸ ਆ ਜਾਏਗਾ ਤਾਂ ਇਹ ਗੱਲ ਵਧੇਗੀ, ਜੇ ਡਾਂਸ ਦੇ ਵਿੱਚ ਥੀਏਟਰ ਆ ਜਾਏਗਾ ਤਾਂ ਗੱਲ ਵਧੀਆ ਹੋਏਗੀ। ਤਾਂ ਹੌਲੀ ਹੌਲੀ ਇਸ ਗੱਲ ਦਾ ਮੈਸੇਜ ਜਾਣ ਲੱਗ ਜਾਂਦਾ ਲੋਕਾਂ 'ਚ ਕਿ ਯਾਰ ਜਿਹੜੀ ਜੱਜਮੈਂਟ ਆ ਨਾ ਉਹ ਮਿਸ਼ਰਣ ਬੇਸ ਤੇ ਹੁੰਦੀ ਆ, ਪਰਫਾਰਮੈਂਸ ਬੇਸ ਤੇ ਹੁੰਦੀ ਆ, ਓਵਰਆਲ ਇੰਪੈਕਟ ਬੇਸ ਤੇ ਹੁੰਦੀ ਆ। ਤਾਂ ਦੇਖੋ ਜੇ ਹੁਣ ਡਾਂਸ ਦੇ ਵਿੱਚ ਸੈੱਟ ਲੱਗਣ ਲੱਗੇ ਆ ਤਾਂ ਇਸ ਕਰਕੇ ਹੀ ਲੱਗਣ ਲੱਗਿਆ ਕਿ ਲੋਕ ਟ੍ਰੈਂਡ ਦੇਖਦੇ ਆ। ਜਿਵੇਂ ਗੈਸਟ ਪੇਪਰ ਨਹੀਂ ਆਪਾਂ ਲਾਉਂਦੇ ਹੁੰਦੇ ਕਿ ਪਿਛਲੇ 10 ਸਾਲਾਂ ਦੇ ਪੇਪਰ ਕੱਢ ਕੇ ਪੜ੍ਹ ਲੈਂਦੇ ਆ ਕਿ ਕਿਹੜੇ ਆਏ ਆ, ਲੋਕ ਵੀ ਡਰਾਮਾ ਤਿਆਰ ਕਰਨ ਲੱਗੇ ਪਿਛਲੇ 10 ਸਾਲਾਂ ਦੀ ਜੱਜਮੈਂਟ ਵਾਲੇ ਨਾਟਕ ਦੇਖਦੇ ਆ ਵੀ ਯਾਰ ਫਸਟ ਕਿਹੜਾ ਆਇਆ ਸੀ, ਸੈਕਿੰਡ ਕਿਹੜਾ ਆਇਆ ਸੀ, ਉਹਦੇ 'ਚ ਕੀ ਕੁਆਲਿਟੀ ਸੀ। ਡਾਂਸ ਦੇਖਦੇ ਆ ਜਿਹੜਾ ਫਸਟ ਆਇਆ ਸੀ ਉਹਦੇ 'ਚ ਕੀ ਕੁਆਲਿਟੀ ਸੀ। ਤਾਂ ਹੌਲੀ ਹੌਲੀ ਉਹ ਕੰਮ ਹੈ ਜਿਹੜਾ ਉਹ ਵੱਧ ਰਿਹਾ।
ਤੇ ਉਧਰਲੇ ਪਾਸੇ ਚੰਗੇ ਪਾਸੇ ਤੁਰ ਰਹੇ ਹਾਂ। ਇੰਟਰਵਰਸਿਟੀ ਲੈਵਲ ਤੇ ਵੀ ਅਸਾਰੂ ਪਾਸੇ ਅਸੀਂ ਤੁਰ ਰਹੇ ਹਾਂ। ਡਾਂਸ ਦੇ ਵਿੱਚ ਥੀਏਟਰ ਦੇ ਸੈੱਟ ਲੱਗ ਰਹੇ ਆ, ਔਰ ਸਾਡੇ ਸੰਗੀਤ ਦੇ ਵਿੱਚ ਜਿਹੜਾ ਵੇਸ਼ਭੂਸ਼ਾ ਹੈਗੀ ਆ, ਜਿਹੜੀ ਉਹਦੀ ਪਹਿਰਾਵਾ ਹੈਗਾ, ਉਹਦਾ ਇੰਪੈਕਟ ਬੇਸ਼ੱਕ ਜਿਹੜਾ ਸੰਗੀਤ ਵਾਲਾ ਜੱਜ ਆ ਉਹਨੇ ਉਹਦੇ ਸੁਰ ਤਾਲ ਹੀ ਦੇਖਣੇ ਆ, ਉਹਦੀ ਗਾਇਕੀ ਦੇਖਣੀ ਆ। ਪਰ ਇੱਕ ਜੱਜ ਨੇ ਮੈਨੂੰ ਬਹੁਤ ਵਧੀਆ ਗੱਲ ਕਹੀ, ਉਹ ਕਹਿੰਦਾ ਯਾਰ ਉਹ ਬੰਦੇ ਨੇ ਸੁੱਚਾ ਸੂਰਮਾ ਗਾਇਆ, ਜੱਜਮੈਂਟ ਅਸੀਂ ਉਹਦੀ ਸਿੰਗਿੰਗ ਦੇ ਬੇਸ ਤੇ ਕੀਤੀ ਆ, ਪਰ ਜਦੋਂ ਆ ਕੇ ਖੜੇ ਲੱਗਦਾ ਤਾਂ ਸੀ ਨਾ ਵੀ ਸੁੱਚਾ ਸੂਰਮਾ ਲੱਗਦਾ ਤਾਂ ਨਹੀਂ। ਜੇ ਤੁਸੀਂ ਉਹ ਪਹਿਰਾਵਾ ਹੀ ਨਹੀਂ ਚੱਜਦਾ ਹੋਊਗਾ ਤਾਂ ਫਿਰ ਉਹਦਾ ਗਾਇਕੀ ਦਾ ਇਫੈਕਟ ਵੀ ਮਾੜਾ ਪੈ ਜਾਂਦਾ। ਇਹ ਇਫੈਕਟ ਪੈਣੇ ਬਹੁਤ ਜ਼ਰੂਰੀ ਆ। ਸੋ ਹੌਲੀ ਹੌਲੀ ਸਾਹਿਬ ਸਿੰਘ ਜੀ ਆਪਾਂ ਲਾਈਨ ਤੇ ਆ ਰਹੇ ਹਾਂ ਤੇ ਤੁਹਾਡਾ ਸਾਥ ਇਸੇ ਤਰ੍ਹਾਂ ਹੀ ਰਿਹਾ। ਨਹੀਂ ਬਿਲਕੁਲ ਬਹੁਤ ਵਧੀਆ ਗੱਲ ਹੈ। ਔਰ ਜਿਹੜੀ ਗੱਲ ਮੈਂ ਇੱਕ ਹੋਰ ਇਹ 'ਚ ਜੋੜਨੀ ਚਾਹੁੰਦਾ ਨਿਰਮਲ, ਕਿ ਕੀ ਕੋਈ ਇਹੋ ਜਿਹਾ ਮੌਕਾ ਵੀ ਆ ਸਕਦਾ ਹੈ ਕਿ ਤੁਸੀਂ ਜਿੰਨੇ ਜੱਜ ਬੁਲਾਉਂਦੇ ਹੋ ਉਹਨਾਂ ਨੂੰ ਬਤੌਰ ਜੱਜ ਨਾ ਸਹੀ, ਕਿ ਇੰਨੇ ਤਾਂ ਹੁੰਦੇ ਆ ਸਾਰੀਆਂ ਯੂਨੀਵਰਸਿਟੀਆਂ ਦੇ ਹੀ ਬੁਲਾ ਲਓ, ਭਾਵੇਂ ਵੀ ਇੱਧਰ ਉੱਧਰ ਸਾਰੇ ਜਾਂਦੇ ਆ, ਜਿਹੜਾ ਪੰਜਾਬ ਯੂਨੀਵਰਸਿਟੀ ਜਾਂਦਾ, ਗੁਰੂ ਨਾਨਕ ਵੀ ਜਾਂਦਾ ਜਾਂ ਪੰਜਾਬੀ ਵੀ ਜਾਂਦਾ ਕਈ ਵੱਖ-ਵੱਖ ਸਮਿਆਂ ਤੇ। ਕੋਈ ਇਹੋ ਜਿਹੇ 50-60 ਲੋਕ ਇਕੱਠੇ ਕਰਕੇ ਵੀ ਬੇਸ਼ੱਕ ਉਸ ਸਾਲ ਉਹਨਾਂ ਨੂੰ ਜੱਜ ਬੁਲਾਉਣਾ ਜਾਂ ਨਹੀਂ ਬੁਲਾਉਣਾ, ਪਰ ਇਹੋ ਜਿਹੀਆਂ ਗੱਲਾਂ ਉਹਨਾਂ ਨਾਲ ਕੀਤੀਆਂ ਜਾਣ ਵੀ ਜੱਜਮੈਂਟ ਦੇ ਵਿੱਚ ਵੀ ਜਦੋਂ ਅਸੀਂ ਜੱਜਮੈਂਟ ਕਰਨੀ ਹੈ ਨਾ, ਕੁਝ ਇਹੋ ਜਿਹੀ ਕਾਮਨ ਗੱਲਾਂ ਦੇ ਉਹਨਾਂ ਨਾਲ ਸਾਂਝੀਆਂ ਕੀਤੀਆਂ ਜਾਣ। ਅਸੀਂ ਉਹਨੂੰ ਵਰਕਸ਼ਾਪ ਨਾ ਵੀ ਨਾ ਦਈਏ, ਪਰ ਇੱਕ ਡਿਸਕਸ਼ਨ ਦਾ ਰੂਪ, ਕਿਉਂਕਿ ਬਹੁਤ ਵਾਰੀ ਕਈ ਜੱਜ ਜਿਹੜੇ ਆ ਉਹ ਸਿਰਫ ਸਟਰੀਟ ਥੀਏਟਰ ਕਰਦੇ ਆਏ ਹੁੰਦੇ ਆ, ਉਹ ਉਸ ਵੇਲੇ ਕਹਿ ਦਿੰਦੇ ਲੋ ਸੈੱਟ ਦੀ ਕੀ ਲੋੜ ਸੀਗੀ, ਇਹਨਾਂ ਸੈੱਟ ਹੀ ਬੜਾ ਲਾ ਲਿਆ ਵਾ, ਹੈ ਨਾ। ਜਦੋਂ ਕਿ ਜਿਹੜੀ ਮੇਰੇ ਵਰਗਾ ਕਹੇਗਾ ਵੀ ਯਾਰ ਸੈੱਟ ਦੀ ਵੀ ਓਨੀ ਲੋੜ ਹੈ ਜਿੰਨੀ ਕਿ ਸਾਨੂੰ ਕੋਟ ਪੈਂਟ ਪਾਉਣ ਦੀ ਲੋੜ ਹੈ, ਅਸੀਂ ਸਾਡੇ ਸਰੀਰ ਨੂੰ ਹੈ ਨਾ ਸਾਹ ਲੈਣ ਦੀ ਲੋੜ ਹੈ, ਲਹੂ ਦੀ ਲੋੜ ਹੈ, ਸਰੀਰ ਲਈ ਬਾਹਾਂ ਦੀ ਲੋੜ ਹੈ, ਲੱਤਾਂ ਦੀ ਲੋੜ ਹੈ, ਤਾਂ ਹੀ ਪੂਰਾ ਸਰੀਰ ਬਣਦਾ ਹੈ। ਤੇ ਨਾਟਕ ਵੀ ਉਦੋਂ ਹੀ ਪੂਰਾ ਨਾਟਕ ਬਣਦਾ ਹੈ ਜਦੋਂ ਉਹਦਾ ਸੈੱਟ ਹੋਏਗਾ, ਲਾਈਟ ਹੋਏਗੀ, ਕਾਸਟਿਊਮ ਹੋਣਗੇ, ਹੈ ਨਾ, ਸਾਰਾ ਕੁਝ ਬਣ ਕੇ ਉਹ ਇੱਕ ਨਾਟਕ ਬਣਦਾ ਹੈ। ਮੇਰਾ ਖਿਆਲ ਹੈ ਕਿ ਸ਼ਾਇਦ ਆਉਣ ਵਾਲੇ ਸਮੇਂ 'ਚ ਨਿਰਮਲ, ਮੈਂ ਤੁਹਾਡੀ ਗੱਲ ਦੇ ਵਿੱਚ, ਕਿਉਂਕਿ ਤੁਸੀਂ ਜੋ ਕੁਝ ਕੰਮ ਕੀਤਾ ਬਹੁਤ ਵਿਲੱਖਣ ਹੈ, ਮੈਂ ਬਹੁਤ ਮੰਨਦਾ ਤੁਹਾਡੇ ਇਸ ਕੰਮ ਨੂੰ, ਕਿਉਂਕਿ ਇਹ ਕੰਮ ਪਹਿਲਾਂ ਹੁੰਦੇ ਨਹੀਂ ਸੀ। ਮੈਂ ਤਾਂ ਉਹ ਵੀ ਵੇਖੇ ਹੋਏ ਆ ਕਿ ਉਹ ਜੱਜਮੈਂਟ ਲੈ ਕੇ VC ਦੇ ਕਮਰੇ 'ਚ ਚਲੇ ਜਾਂਦੇ ਸੀ, ਰਿਜ਼ਲਟ ਉੱਥੇ ਤਿਆਰ ਹੁੰਦਾ ਸੀ। ਮੈਂ ਆਈ ਵਿਟਨੈਸ ਹਾਂ, ਮੈਂ ਉਹਨਾਂ ਸਮਿਆਂ ਦਾ, ਕਿ ਉਹ ਕਿਹੜੇ ਕਾਲਜ ਨੂੰ ਪ੍ਰੈਫਰ ਕਰਦੇ ਸੀ, ਉੱਥੇ ਜੱਜਮੈਂਟ ਵੀ ਬਣਦੀ ਰਹੀ। ਇਸ ਤਰ੍ਹਾਂ ਦੇ ਵੀ ਹੋਏ ਕਈ ਵਾਰੀ। ਤੇ ਇਹੋ ਜਿਹੇ VC ਵੀ ਸੀਗੇ ਕਿ ਉਹ ਜੱਜਿਸ ਨੂੰ ਕਹਿੰਦੇ ਸੀ ਆ ਜਾਓ ਮੇਰੇ ਨਾਲ, ਤੇ ਆਪਣੇ ਕਾਗਜ਼ ਜ਼ਰਾ ਮੈਨੂੰ ਦੇ ਦਿਓ, ਉਹ ਜੇਬ 'ਚ ਪਾ ਕੇ ਤੁਰ ਜਾਂਦੇ ਸੀਗੇ। ਇਹ ਹੋਇਆ, ਯਾਨੀ ਮੈਂ ਵਨ ਆਫ ਦੈਮ ਆ ਉਹਨਾਂ 'ਚੋਂ ਕਿ ਜਿਨ੍ਹਾਂ ਕੋਲੋਂ ਕਾਗਜ਼ ਵੀ ਲੈ ਗਏ ਸੀਗੇ। ਯਾਨੀ ਮੈਂ ਮੈਂ ਇੰਨਾ ਪੁਰਾਣਾ ਆ, ਮੈਂ ਬੜਾ ਕੁਝ ਦੇਖਿਆ ਹੋਇਆ ਹੈ ਸਾਰਾ ਕੁਝ। ਸੋ ਇਸ ਲਈ ਮੈਂ ਸ਼ਾਇਦ ਉਹਦੇ ਵਿੱਚੋਂ, ਪਰ ਇਹ ਜਿਹੜੀਆਂ ਤੁਸੀਂ ਹੁਣ ਗੱਲਾਂ ਕਰ ਰਹੇ ਹੋ, ਤੇ ਜਿਹਦੀ ਗੱਲ ਦੀ ਮੈਂ ਹੁਣ ਅਗਲੀ ਕੜੀ ਚਾਹੁੰਦਾ ਵਾਂ ਕਿ ਇਸ ਤਰ੍ਹਾਂ ਦੇ ਲੋਕ ਇਕੱਠੇ ਕਰਕੇ ਸਾਹਿਬ ਸਿੰਘ ਵਰਗੇ ਜਿਹੜੇ ਵੀ ਕੋਈ ਜੱਜਮੈਂਟ ਲਈ ਜਾਂਦੇ ਆ, ਹੋਰ ਵੀ ਬਹੁਤ ਸਾਰੇ, ਉਹਨਾਂ ਨੂੰ 2-3 ਘੰਟੇ ਦੀ ਡਿਸਕਸ਼ਨ ਦੇ ਵਿੱਚੋਂ ਜ਼ਰੂਰ ਕਦੀ ਲਗਾਇਆ ਜਾਏ ਤਾਂ ਹੋਰ ਚੀਜ਼ਾਂ ਦੀ ਕਲੈਰਿਟੀ ਹੋ ਜਾਏ। ਮੈਂ ਇਸ ਗੱਲ ਨਾਲ ਸਹਿਮਤ ਹਾਂ, ਇਹ ਹੋਣਾ ਚਾਹੀਦਾ। ਮੇਰੇ ਮਨ ਦੇ ਵਿੱਚ ਵੀ ਸੀ। ਇਹਦੇ ਲਈ ਸਾਨੂੰ ਥੋੜੀ ਬਹੁਤੀ ਜੇ ਸਹਿਯੋਗ ਲੈਣਾ ਪਿਆ, ਅਸੀਂ ਪੰਜਾਬ ਸੰਗੀਤ ਨਾਟਕ ਅਕੈਡਮੀ ਦਾ ਵੀ ਲਵਾਂਗੇ, ਆਰਟ ਕੌਂਸਲ ਦਾ ਵੀ ਲਵਾਂਗੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੈਨਲ ਹੀ ਇਸ ਤਰ੍ਹਾਂ ਦਾ ਤਿਆਰ ਹੋਵੇ। ਕਿਉਂਕਿ ਇਹ ਜਿਹੜੀਆਂ ਸੰਸਥਾਵਾਂ ਤੁਹਾਡੀਆਂ, ਇਹ ਵੀ ਇੱਕ ਤਰ੍ਹਾਂ ਦਾ ਸਰਵ ਹੀ ਕਰ ਰਹੀਆਂ, ਕਲਚਰ ਨੂੰ ਸਰਵ ਕਰ ਰਹੇ ਆ, ਤੁਸੀਂ ਥੀਏਟਰ ਨੂੰ ਕਰ ਰਹੇ ਆ, ਸੰਗੀਤ ਨੂੰ ਕਰ ਰਹੇ ਆ, ਔਰ ਇਹ ਵੀ ਵੱਡੀ ਸਰਵਿਸ ਹੋਏਗੀ ਕਿ ਅਸੀਂ ਮਤਲਬ 4 ਦਿਨਾਂ ਦਾ ਰੱਖੀਏ, ਜਿਹਦੇ 'ਚ ਇੱਕ ਦਿਨ ਸੰਗੀਤ ਵਾਲੇ, ਇੱਕ ਦਿਨ ਥੀਏਟਰ ਵਾਲੇ, ਇੱਕ ਦਿਨ ਡਾਂਸ ਵਾਲੇ, ਉਹਨਾਂ ਨੂੰ ਬੁਲਾ ਕੇ ਅਸੀਂ ਉਹਨੂੰ ਬੇਸ਼ੱਕ ਕੋਈ ਵਰਕਸ਼ਾਪ ਨਹੀਂ ਕਹਿੰਦੇ, ਅਸੀਂ ਉਹਨੂੰ ਐਕਸਪਰਟ ਮੀਟ ਕਹਾਂਗੇ। ਐਕਸਪਰਟ ਮੀਟ ਦੇ ਤੌਰ ਤੇ ਐਕਸਪਰਟ ਮੀਟ ਹੈ ਜਿਹੜੀ ਉਹ ਕਰਾਵਾਂਗੇ, ਉਹਦੇ ਵਿੱਚੋਂ ਕੁਝ ਪੁਆਇੰਟ ਕੱਢਾਂਗੇ। ਆਪਾਂ ਕੋਸ਼ਿਸ਼ ਕਰਾਂਗੇ ਕਿ ਆ ਸਮਾਂ ਠੀਕ ਹੋ ਜੇ ਤੇ ਕਰੀਏ। ਇਹ ਬਹੁਤ ਕਰਨ ਵਾਲਾ ਕੰਮ ਹੈ, ਇਹ ਬਹੁਤ ਜ਼ਰੂਰੀ ਕੰਮ ਹੈ, ਹੋਣਾ ਚਾਹੀਦਾ, ਬਹੁਤ ਜ਼ਰੂਰੀ ਹੋਣਾ ਚਾਹੀਦਾ। ਬਿਲਕੁਲ, ਕਿਉਂਕਿ ਕਈ ਵਾਰੀ ਨਾ ਸਾਡੇ ਭਾਈ ਜੱਜਮੈਂਟ ਦੇ ਉੱਤੇ ਕਈ ਬੰਦੇ ਸਕ੍ਰਿਪਟ ਨੂੰ ਲੈ ਕੇ ਇਮੋਸ਼ਨਲ ਹੋ ਜਾਂਦੇ। ਸਾਡੇ ਨਾਲ ਹੀ ਬੈਠੇ ਹੁੰਦੇ ਕਈ ਵਾਰੀ, ਉਹ ਸਕ੍ਰਿਪਟ ਨੂੰ ਲੈ ਕੇ ਇਮੋਸ਼ਨਲ ਹੋ ਜਾਂਦੇ ਕਿ ਯਾਰ ਸਕ੍ਰਿਪਟ ਬਹੁਤ ਕਮਾਲ ਦੀ ਹੈ, ਤੇ ਮੈਨੂੰ ਕਈ ਵਾਰੀ ਸਮਝਾਉਣਾ ਪੈਂਦਾ ਵੀ ਯਾਰ ਇਹ ਨਾਟਕ ਕਰਨ ਦਾ ਮੁਕਾਬਲਾ ਨਹੀਂ ਹੈ, ਇਹ ਯੂਥ ਫੈਸਟੀਵਲ ਹੈ, ਇਹ ਬੱਚਿਆਂ ਦਾ ਮੁਕਾਬਲਾ ਹੈ, ਬੱਚਿਆਂ ਨੇ ਤਿਆਰ ਕੀ ਕੀਤਾ ਆਪਾਂ ਉਹ ਦੇਖਣਾ ਨਾ। ਸੋ ਇਦਾਂ ਦੀਆਂ ਚੀਜ਼ਾਂ ਉੱਥੇ ਡਿਸਕਸ ਹੋਣਗੀਆਂ ਤਾਂ ਚੰਗਾ ਹੋਏਗਾ, ਬਹੁਤ ਅੱਛਾ ਹੋਏਗਾ। ਔਰ ਇਦਾਂ ਦੀ ਇੱਕ ਵਰਕਸ਼ਾਪ ਜਿਹੜੀ ਹੈ, ਮੇਰੇ ਖਿਆਲ ਇਦਾਂ ਦੀ ਇੱਕ ਡਿਸਕਸ਼ਨ ਜਿਹੜੇ ਸਾਰੀਆਂ ਯੂਨੀਵਰਸਿਟੀਆਂ ਦੇ, ਜਾਂ ਤੁਸੀਂ ਆਪਣੀ ਯੂਨੀਵਰਸਿਟੀ ਦਾ ਭਾਵੇਂ ਕਰ ਸਕਦੇ ਹੋ, ਜਿਹੜੇ ਡਾਇਰੈਕਟਰਸ ਹੈਗੇ ਨੇ, ਜਿਹੜੇ ਕੰਮ ਕਰਦੇ ਆ, ਯੰਗ ਲੋਕ ਹੈਗੇ ਆ, ਉਹਨਾਂ ਨਾਲ ਵੀ ਇੱਕ ਡਿਸਕਸ਼ਨ ਕੀਤੀ ਜਾਏ, ਕਿਉਂਕਿ ਉਹਨਾਂ ਨੂੰ ਉਹੀ ਐਕਸਪਰਟ ਮੀਟ ਦੇ ਵਿੱਚ ਹੀ ਸ਼ਾਮਲ ਹੋਣ, ਉਹਦੇ ਵਿੱਚ ਵੀ ਸ਼ਾਮਲ ਹੋ ਸਕਦੇ ਆ। ਤੇ ਉਹਦੇ ਵਿੱਚ ਮੇਰੇ ਖਿਆਲ ਇਹ
ਵੀ ਉਹਨਾਂ ਨੇ ਆਪਣੀ ਟੀਮਾਂ ਨੂੰ ਕਿੱਦਾਂ ਤਿਆਰ ਕਰਨਾ ਕਿ ਬਾਅਦ ਵਿੱਚ ਜਿਹੜਾ ਉਹ ਜੱਜਿਸ ਨੂੰ ਦੇ ਪਿੱਛੇ ਪਿੱਛੇ ਦੌੜਦੇ ਆ, ਉਹ ਸਾਰਾ ਕੁਝ। ਇੱਕ ਬੜੀ ਅੱਛੀ ਐਗਜ਼ਾਮਪਲ ਮੈਂ ਤੁਹਾਨੂੰ ਦੇਣਾ, ਹੁਣ ਜਿਹੜੇ ਕਿ 5-6 ਸਾਲ ਪਹਿਲੇ ਜੱਜਮੈਂਟ ਤੋਂ ਬਾਅਦ ਇਹ ਕੁਝ ਯੰਗ ਕੁੜੀਆਂ ਜਿਨ੍ਹਾਂ ਦਾ ਪਲੇ ਸੀਗਾ ਉਹਦੇ ਵਿੱਚ, ਤੇ ਉਹ ਉਹਨਾਂ ਦਾ 3rd ਆਇਆ ਤੇ ਉਹ ਰੋਂਦੀਆਂ ਹੋਈਆਂ ਮੇਰੇ ਕੋਲ ਆ ਗਿਆ, ਸਰ ਸਾਡਾ ਪਲੇ ਇਸ ਕਰਕੇ 3rd ਆਇਆ ਨਾ ਕਿਉਂਕਿ ਅਸੀਂ ਕੁੜੀਆਂ ਵਾਂ, ਇਸ ਕਰਕੇ ਤੁਸੀਂ 3rd ਕੀਤਾ। ਉਹ ਮੈਂ ਕਿਹਾ ਬੇਟਾ ਤੁਸੀਂ, ਮੈਂ ਕਿਹਾ ਪਿਛਲੇ ਸਾਲ ਵੀ ਜੱਜਮੈਂਟ ਵਿੱਚ ਸੀ, ਤੇ ਮੈਂ ਕਿਹਾ ਪਿਛਲੇ ਸਾਲ ਸਾਰੇ ਪਲੇ ਜਿਹੜੇ 1st, 2nd, 3rd ਉਹ ਸਾਰੀਆਂ ਟੀਮਾਂ ਕੁੜੀਆਂ ਦੀਆਂ ਸੀ, ਇਹਨੇ 1st, 2nd, 3rd। ਤੇ ਮੈਂ ਕਿਹਾ ਸਾਨੂੰ, ਮੈਂ ਕਿਹਾ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੁੜੀਆਂ ਦੇ ਜਾਂ ਮੁੰਡਿਆਂ ਦੇ ਪਲੇ ਆ, ਪਲੇ ਤਾਂ ਪਲੇ ਆ, ਕੁੜੀਆਂ ਕਰਨ ਜਾਂ ਮੁੰਡੇ ਕਰਨ। ਮੇਰਾ ਖਿਆਲ ਜਿਹੜੇ ਡਾਇਰੈਕਟਰ ਹੁੰਦੇ ਆ ਉਹ ਆਪਣੇ ਬੱਚਿਆਂ ਨੂੰ ਇਦਾਂ ਦੀ ਸਪੋਰਟਸਮੈਨਸ਼ਿਪ ਉਹਨਾਂ ਦੇ ਅੰਦਰ ਭਰਨ ਕਿ ਇਹ ਤੁਸੀਂ ਮੁਕਾਬਲੇ ਲਈ ਜਾ ਰਹੇ ਹੋ, ਤੁਸੀਂ ਹਾਰੋਗੇ ਜਾਂ ਜਿੱਤੋਗੇ, 1st ਆਓਗੇ ਜਾਂ 2nd ਆਓਗੇ, ਪਰ ਤੁਸੀਂ ਇੱਕ ਪ੍ਰੋਸੈਸ ਚੋਂ ਲੰਘ ਰਹੇ ਹੋ, ਤੁਸੀਂ ਸਿੱਖਣ ਵਾਲੇ ਪ੍ਰੋਸੈਸ ਚੋਂ ਲੰਘ ਰਹੇ ਹੋ, ਉਹ ਬਹੁਤ ਇੰਪੋਰਟੈਂਟ ਹੈ ਨਾ। ਇਹ ਕੰਮ ਅਸੀਂ ਨਾਲ ਦੀ ਨਾਲ ਕਰ ਰਹੇ ਹਾਂ ਕਿ ਮੈਂ ਲਗਭਗ ਯੂਥ ਫੈਸਟੀਵਲਾਂ ਤੋਂ ਪਹਿਲਾਂ, ਮਤਲਬ ਲਗਭਗ ਮੈਂ 20 ਕਾਲਜਾਂ 'ਚ ਮੈਂ ਜਾ ਕੇ ਇੱਕ ਐਕਸਟੈਂਸ਼ਨ ਲੈਕਚਰ ਦੇ ਤੌਰ ਤੇ ਉਹਨਾਂ ਬੱਚਿਆਂ ਨੂੰ ਗੱਲਾਂ ਕਰਕੇ, ਉਹਨਾਂ ਜਿਨ੍ਹਾਂ ਨੇ ਪਾਰਟਿਸਿਪੇਟ ਕਰਨਾ ਹੁੰਦਾ ਉਸ ਕਾਲਜ ਦੇ 200 ਬੱਚਾ 250 ਬੱਚਾ, ਇੱਕ ਕਾਲਜ ਦੇ ਵਿੱਚੋਂ 200 ਬੱਚਾ ਪਾਰਟਿਸਿਪੇਟ ਲਗਭਗ ਕਰਦਾ ਜੇ ਮੈਕਸਿਮਮ ਆਈਟਮਾਂ 'ਚ ਕਰੇ, ਤਾਂ ਉਹਨਾਂ ਨਾਲ ਮੈਂ ਇਹ ਗੱਲਾਂ ਕਰਕੇ ਆਉਣਾ, ਉਹਨਾਂ ਨੂੰ ਮਾਨਸਿਕ ਤੌਰ ਤੇ ਮੈਂ ਇਹ ਗੱਲਾਂ ਪਹਿਲਾਂ ਸਿਖਾ ਕੇ ਆਉਣਾ, ਮੈਂਟਲੀ ਤੌਰ ਤੇ ਪ੍ਰਪੇਅਰ ਕਰਕੇ ਆਉਣਾ ਕਿ ਤੁਸੀਂ ਜਿੱਤਣ ਨਹੀਂ ਜਾਣਾ, ਤੁਸੀਂ ਸਿੱਖਣ ਜਾਣਾ। ਬਿਲਕੁਲ ਬਿਲਕੁਲ ਬਿਲਕੁਲ। ਸਰ ਇੱਕ ਗੱਲ ਮੈਂ ਵੀ ਕਰਨਾ ਚਾਹੁੰਦੀ ਸੀ। ਸ਼ਾਇਨਾ ਕੁਝ ਕਹਿਣਾ ਚਾਹ ਰਹੇ? ਹਾਂਜੀ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ ਜੀ। ਜਿੱਦਾਂ ਹੁਣੇ ਥੋੜੇ ਦਿਨ ਪਹਿਲਾਂ ਜੱਜਿਸ ਦੀ ਗੱਲ ਹੋ ਰਹੀ ਸੀ ਨਾ, ਰਿਜਿਡਨੈਸ ਦੀ ਤੇ ਐਡਵਾਂਸਮੈਂਟ ਦੀ। ਸਰ ਜਿੱਦਾਂ ਹੁਣ ਅਸੀਂ ਦੇਖਦੇ ਹਾਂ ਕਿ ਜਿਹੜੇ ਥੋੜੇ ਸੀਨੀਅਰ ਜੱਜਿਸ ਆਉਂਦੇ ਆ ਉਹ ਸਟ੍ਰਿਕਟ ਹੋ ਜਾਂਦੇ ਆ ਕਿ ਨਹੀਂ ਅਸੀਂ ਕਲਚਰ 'ਚ ਇਹ ਚੇਂਜ ਨਹੀਂ ਚਾਹੁੰਦੇ, ਇਹ ਚੇਂਜ ਨਹੀਂ ਚਾਹੁੰਦੇ, ਸਾਡੇ ਟਾਈਮ ਤੇ ਭੰਗੜੇ ਦੇ ਸਟੈਪ ਆ ਸੀਗੇ, ਗਿੱਧੇ 'ਚ ਏਦਾਂ ਸੀ, ਡਾਂਸਿਸ ਏਦਾਂ ਸੀਗੇ। ਪਰ ਸਰ ਜਿੱਦਾਂ ਅਸੀਂ ਸੋਚੀਏ ਥੋੜਾ ਹੋਰ ਉਹਨਾਂ ਦੇ ਟਾਈਮ ਤੋਂ ਪਿੱਛੇ ਚਲੇ ਜਾਈਏ, ਉਸ ਵੇਲੇ ਕਲਚਰ ਕੁਝ ਹੋਰ ਸੀਗਾ, ਥੋੜਾ ਹੋਰ ਉਸ ਤੋਂ ਪਿੱਛੇ ਚਲੇ ਜਾਈਏ, ਉਸ ਵੇਲੇ ਕਲਚਰ ਕੁਝ ਹੋਰ ਸੀਗਾ। ਸੋ ਕਲਚਰ ਜਿਹੜਾ ਹੌਲੀ ਹੌਲੀ ਚੇਂਜ ਹੁੰਦਾ ਜਾ ਰਿਹਾ, ਅਸੀਂ ਉਹਦਾ ਬੇਸ ਨਹੀਂ ਛੱਡਣਾ, ਲੇਕਿਨ ਉਹਦੀਆਂ ਚੇਂਜਿਸ ਤਾਂ ਸਾਨੂੰ ਉਹਦੀਆਂ ਐਕਸੈਪਟ ਕਰ ਲੈਣੀਆਂ ਚਾਹੀਦੀਆਂ। ਫਿਰ ਜਦੋਂ ਅਸੀਂ ਯੂਥ ਫੈਸਟੀਵਲ ਦੇ ਹਿਸਾਬ ਨਾਲ ਜਦੋਂ ਜੱਜਮੈਂਟ ਤੇ ਜਾਈਏ ਤਾਂ ਮੈਨੂੰ ਇਹ ਲੱਗਦਾ ਕਿ ਹਰੇਕ ਜੱਜ ਨੂੰ ਥੋੜੀ ਜਿਹੀ ਚੇਂਜ ਜ਼ਰੂਰ ਐਕਸੈਪਟ ਕਰਨੀ ਚਾਹੀਦੀ ਆ, ਕਿਉਂਕਿ ਕਲਚਰ ਦੇ ਵਿੱਚ ਕੁਝ ਨਾ ਕੁਝ ਚੇਂਜ ਆਉਂਦਾ ਹੀ ਰਹਿੰਦਾ ਹੈ। ਜਿੱਦਾਂ ਅਸੀਂ ਕੱਪੜਿਆਂ ਦਾ ਹੀ ਨਾਮ ਲੈ ਲਈਏ ਕਿ ਕਦੀ ਲਿਨਨ ਆਈ ਹੈ, ਕਦੀ ਸੂਟ ਆਉਂਦਾ ਰਿਹਾ, ਕਦੀ ਖੱਦਰ ਆਉਂਦਾ ਰਿਹਾ। ਕੇਵਲ ਮੈਂ ਵੀ ਬੋਲਣਾ ਚਾਹਾਂਗਾ। ਜੀ ਜੀ ਸਰ, ਜੀ ਸਰ। ਇਹਨਾਂ ਤੋਂ ਬਾਅਦ ਸਰ ਤੁਸੀਂ ਵੀ ਬੋਲੇ ਜੀ। ਫਿਰ ਸਰ ਉਹ ਮਤਲਬ ਇਹ ਜ਼ਰੂਰੀ ਨਹੀਂ ਹੈ ਕਿ ਸ਼ੁਰੂ ਤੋਂ ਹੀ ਲਿਨਨ ਚੱਲਦੀ ਸੀਗੀ, ਇਨ ਦਾ ਮਿਡ ਟਾਈਮ ਲਿਨਨ ਆ ਗਈ, ਅਸੀਂ ਫਿਰ ਬੋਸਕੀਰੇ ਸੂਟ ਆ ਗਏ, ਤਾਂ ਜਿੱਦਾਂ ਉਹ ਚੇਂਜਿਸ ਆਉਂਦੀਆਂ ਰਹੀਆਂ ਤਾਂ ਫਿਰ ਸਾਨੂੰ ਪ੍ਰੈਜ਼ੈਂਟ ਦਾ ਵੀ ਥੋੜਾ ਕਲਚਰ ਉਹਦੇ ਵਿੱਚ ਜੇ ਅਸੀਂ ਪਾਉਂਦੇ ਹਾਂ ਤਾਂ ਉਸ ਚੇਂਜ ਨੂੰ ਸਾਨੂੰ ਐਕਸੈਪਟ ਕਰ ਲੈਣਾ ਚਾਹੀਦਾ, ਕਿਉਂਕਿ ਜਦੋਂ ਸਾਡੇ ਤੋਂ ਅਗਲੀ ਜਨਰੇਸ਼ਨ ਆਣੀ ਆ ਉਹਨਾਂ ਨੂੰ ਵੀ ਪਤਾ ਲੱਗਣਾ ਕਿ ਉਹਨਾਂ ਤੋਂ ਪਿਛਲੀ ਜਨਰੇਸ਼ਨ ਦੇ ਵਿੱਚ ਕਲਚਰ ਕਿਦਾਂ ਦਾ ਸੀਗਾ। ਇਹ ਥੋੜੀ ਜਿਹੀ ਜਿਹੜੀ ਚੇਂਜ ਆ ਇਹ ਜਜਮੈਂਟ ਦੇ ਵਿੱਚ ਆ ਜਾਣੀ ਚਾਹੀਦੀ ਹੈ, ਮੇਰੀ ਇਹ ਰਿਕੁਐਸਟ ਹੈ ਸਰ। ਜੀ ਜੀ। ਸਾਡੇ ਨਾਲ ਡਾਕਟਰ ਐਸਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੁੜੇ ਹੋਏ ਨੇ, ਉਹ ਵੀ ਕੋਈ ਗੱਲ ਕਰਨੀ ਚਾਹੁੰਦੇ ਆ। ਜੀ ਡਾਕਟਰ ਸਾਹਿਬ ਤੁਸੀਂ ਆਪਣਾ ਮਾਈਕ ਔਨ ਕਰ ਲਓ। ਡਾਕਟਰ ਐਸਪੀ ਸਿੰਘ। ਹਾਂਜੀ 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 ਜੀ ਦੇਖੋ, ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਮੈਂ ਵੈਸੇ ਬਹੁਤ ਪੱਧਰਾਂ ਤੱਕ ਜਿਹੜਾ ਯੂਥ ਫੈਸਟੀਵਲ ਜੁੜਿਆ ਰਿਹਾ, ਇਸ ਕਰਕੇ ਮੈਂ ਕੋਈ ਗੱਲ ਜਿਹੜੀ ਹੈ ਜ਼ਰੂਰ ਕਰਨੀ ਹੈ। ਇੱਕ ਤਾਂ ਮੈਂ ਵੀ ਥੀਏਟਰ ਦੇ ਜੱਜਿਸ ਵਿੱਚ ਜਾਂਦਾ ਸੀ, ਸਾਰੇ ਕੰਮ ਕਰਦੇ ਸੀ, ਲੇਕਿਨ ਉਹ ਸਾਰੇ ਐਕਸਪੀਰੀਅੰਸ ਦੇ ਵਿੱਚੋਂ ਜਦੋਂ ਮੈਂ ਵਾਈਸ ਚਾਂਸਲਰ ਬਣਿਆ ਤਾਂ ਮੈਨੂੰ ਲੱਗਾ ਕਿ ਕਾਫੀ ਕੁਝ ਗੜਬੜ ਹੋ ਰਹੀ ਹੈ। ਜਿਹੜੀ ਗੱਲ ਕੇਵਲ ਉਹਨਾਂ ਨੇ ਗੱਲ ਕੀਤੀ ਹੈ ਕਿ ਜੱਜ ਜਿਹੜੇ ਨੇ ਉਹ ਵੱਖਰੇ ਵੱਖਰੇ ਬਿਠਾਣੇ ਤੇ ਦੂਜਾ ਕਰਨਾ, ਇਹ ਕੇਵਲ ਉਹਨਾਂ ਨੂੰ ਵੀ ਪਤਾ ਹੈ ਕਿ ਥੀਏਟਰ ਦੇ ਵਿੱਚ ਕਿੰਨੇ ਜ਼ਿਆਦਾ ਕਮਰਸ਼ੀਅਲ ਇੰਟਰਸਟ ਪੈਦਾ ਹੋ ਗਏ ਸਨ। ਇਹ ਗੱਲ ਸਾਨੂੰ ਮੰਨ ਕੇ ਚੱਲਣੀ ਚਾਹੀਦੀ ਹੈ। ਔਰ ਸਭ ਤੋਂ ਮਾੜੀ ਗੱਲ ਇਹ ਹੋ ਗਈ ਸੀ ਕਿ ਜਿਹੜਾ ਜ਼ੋਨਲ ਜਿੱਤੇਗਾ ਉਹਨੂੰ 1 ਲੱਖ ਰੁਪਇਆ ਡਾਇਰੈਕਟਰ ਨੂੰ ਮਿਲੇਗਾ, ਜੇਕਰ ਉਹ ਜੇ ਅੱਗੇ ਜਾਏਗਾ ਤਾਂ ਉਹਨੂੰ 2 ਲੱਖ ਰੁਪਇਆ ਮਿਲੇਗਾ, ਜੇ ਤੀਜੇ ਪੱਧਰ ਤੇ ਜਾਏਗਾ ਤਾਂ ਫਿਰ ਉਹਨੂੰ 5 ਲੱਖ ਰੁਪਇਆ ਮਿਲੇਗਾ। ਔਰ ਉਹ ਇੰਨੀ ਜ਼ਿਆਦਾ ਕਮਰਸ਼ਲਾਈਜੇਸ਼ਨ ਹੋ ਗਈ ਸੀ। ਕਾਲਜ ਵਾਲੇ ਵੀ ਪੇ ਬਹੁਤ ਕਰਦੇ ਸਨ, ਔਰ ਨਿਰਾ ਇੱਕ ਕਾਲਜ ਵਾਲੇ ਨਹੀਂ ਹੈ, ਕਈ ਕਾਲਜਾਂ ਵਾਲੇ ਜਿਹੜੇ ਨੇ ਇਹਦੇ ਵਿੱਚ ਦੌੜ 'ਚ ਪੈ ਗਏ ਸਨ। ਔਰ ਉਸ ਦੌੜ ਦੇ ਵਿੱਚ ਸਪੈਸ਼ਲੀ ਥੀਏਟਰ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈ ਥੀਏਟਰ ਡਿਵੈਲਪਮੈਂਟ ਨਾਲੋਂ ਵੀ ਵੱਧ, ਜੇ ਮੈਂ ਦੂਜੀ ਤਰ੍ਹਾਂ ਵੀ ਗੱਲ ਕਹਿਣਾ ਕਿ ਕਾਲਜਾਂ ਵਿੱਚ ਜਿਹੜੇ ਇਹ ਸਾਰੇ ਥੀਏਟਰ ਗਰੁੱਪਾਂ ਦੇ ਜਿਹੜੇ ਆਰਟਿਸਟ ਸਨ ਉਹ ਡੰਮੀ ਐਡਮਿਸ਼ਨ ਲੈ ਕੇ ਵੀ ਥੀਏਟਰ ਦੇ ਵਿੱਚ ਆਉਣ ਲੱਗ ਪਏ ਸਨ, ਜਿਹਨੂੰ ਚੈੱਕ ਕਰਨ ਦੀ ਲੋੜ ਸੀ। ਜਿਹੜੀ ਗੱਲ ਕੇਵਲ ਉਹਨਾਂ ਨੇ ਕਹੀ ਹੈ ਕਿ 3 ਜੱਜ ਵੱਖਰੇ ਵੱਖਰੇ ਨਹੀਂ ਸੀ ਬਿਠਾਏ ਜਾਂਦੇ, ਮੈਂ ਤੇ ਇਸ ਗੱਲ ਦੇ ਹੱਕ ਵਿੱਚ ਸੀ ਕਿ 5 ਜੱਜ ਬਿਠਾਏ ਜਾਂਦੇ ਸਨ, ਜਿਹੜੀ ਨੀਅਰੈਸਟ 3 ਦੀ ਜਿਹੜੀ ਜਜਮੈਂਟ ਹੈ ਉਹਦੀ ਐਵਰੇਜ ਜਿਹੜੀ ਸੀ ਉਹ ਲਈ ਜਾਂਦੀ ਸੀ।
मैं ये गल फिर बड़ी स्पष्ट कर देना, निर्मल जौड़ा उन्होंने भी पता होगा, तुहानू भी पता होगा जी बिल्कुल पता सर, मैं जानदा रहा तुहाडे ਇਹਦੇ ਵਿੱਚ ਡਾਇਰੈਕਟਰ ਪਬਲਿਕ ਰਿਲੇਸ਼ਨ ਵਰਗੇ ਜਿਹੜੇ ਸਨ, ਸੈਕਟਰੀ ਪਬਲਿਕ ਰਿਲੇਸ਼ਨ ਵਰਗੇ ਜਿਹੜੇ ਸਨ, ਉਹ ਆਪਣੀਆਂ ਬੀਵੀਆਂ ਕਰਕੇ ਇਨਵੋਲਵ ਸਨ ਜਜਮੈਂਟ ਨੂੰ ਬਦਲਣ ਵਾਸਤੇ। ਇੱਕ ਉਹ ਸਟੇਜ ਆਈ ਸੀ ਜਿਸ ਵੇਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜਾ ਹੈ ਉਹ ਜ਼ੋਨ ਜਿਹੜਾ ਹੈ ਨਾਰਥ ਜ਼ੋਨ ਦੇ ਵਿੱਚ ਸਾਰੀਆਂ ਆਈਟਮਾਂ 'ਚ ਫਸਟ ਆ ਗਿਆ, ਤੇ ਜਿਸ ਵੇਲੇ ਐਨੂਅਲ ਹੋਇਆ ਤੇ ਉਹ ਸਾਰੀਆਂ ਆਈਟਮ ਡਿੱਗੀਆਂ ਕਿਉਂਕਿ ਉੱਥੇ ਜੱਜਿਸ ਜਿਹੜੇ ਸਨ ਉਹ ਨਹੀਂ ਸਨ ਹੋ ਸਕੇ। ਔਰ ਉਸ ਵੇਲੇ ਉਹ ਡਾਇਰੈਕਟਰ ਜਿਹੜਾ ਉਹ ਹਾਲ 'ਚ ਆ ਕੇ ਜੱਜਿਸ ਨੂੰ ਇਨਫਲੂਐਂਸ ਕਰਨ ਲਈ ਬੈਠਾ ਹੋਇਆ ਸੀ, ਜਿਹੜਾ ਕਿ ਸੈਕਟਰੀ ਪਬਲਿਕ ਰਿਲੇਸ਼ਨ ਨੂੰ ਕਹਿ ਕੇ ਉਹਨੂੰ ਫਿਰ ਉਹ ਤੋਂ ਬਾਹਰ ਕਢਾਇਆ ਗਿਆ। ਸੋ ਜਿਹੜੀ ਗੱਲ ਅਸੀਂ ਮੰਨ ਕੇ ਚੱਲੀਏ ਕਿ ਹੁਣ ਮੈਨੂੰ ਇਸ ਵੇਲੇ ਪੋਜੀਸ਼ਨ ਨਹੀਂ ਪਤਾ, ਲੇਕਿਨ ਜਿਹੜੀ ਕਮਰਸ਼ਲਾਈਜੇਸ਼ਨ ਹੋ ਗਈ ਸੀ ਯੂਥ ਫੈਸਟੀਵਲ 'ਚ, ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਜਿਹੜੇ ਚੰਗੇ ਥੀਏਟਰ ਡਾਇਰੈਕਟਰ ਸਨ ਉਹਨਾਂ ਨੇ ਬੜੇ ਚੰਗੇ ਆਰਟਿਸਟ ਪੈਦਾ ਕਰਕੇ ਦਿੱਤੇ, ਬੜੇ ਚੰਗੇ ਥੀਏਟਰ ਗਰੁੱਪ ਉਹਨਾਂ ਦੇ ਕੋਲ ਚੋਂ ਬਣੇ। ਉਹਨਾਂ ਦੇ ਵਿੱਚੋਂ ਹੀ ਆ ਜਿਹੜੇ ਹੁਣ ਤੁਹਾਡੇ ਟੀਵੀ ਸੀਰੀਅਲ 'ਚ ਦੂਜਿਆਂ 'ਚੋਂ ਯੂਥ ਫੈਸਟੀਵਲ ਦੀ ਪ੍ਰੋਡਕਟ ਜਿਹੜੀ ਹੈ ਬਹੁਤ ਵਧੀਆ ਰਹੀ। ਲੇਕਿਨ ਜਜਮੈਂਟ ਦੇ ਵਿੱਚ ਜਿਸ ਵੇਲੇ ਕਮਰਸ਼ਲਾਈਜੇਸ਼ਨ ਆ ਜਾਂਦੀ ਹੈ, ਔਰ ਉਹ ਕਮਰਸ਼ਲਾਈਜੇਸ਼ਨ ਜਿਹੜੀ ਹੈ ਮੈਨੂੰ ਪਤਾ ਉਸ ਵੇਲੇ ਕੇਵਲ ਵੀ ਔਰ ਉਸ ਵੇਲੇ ਆਤਮਜੀਤ ਵਗੈਰਾ ਇਹਨਾਂ ਸਾਰਿਆਂ ਨੇ ਆਬਜੈਕਸ਼ਨ ਕੀਤੇ ਸਨ ਕਿ ਅਸੀਂ ਨਹੀਂ ਉਹਨਾਂ ਸਾਡੇ ਤੇ ਇਤਬਾਰ ਨਹੀਂ। ਲੇਕਿਨ ਜਿਸ ਵੇਲੇ ਡਾਇਰੈਕਟਰ ਔਰ ਦੂਜਿਆਂ ਦਾ ਜਿਹੜਾ ਸੀ ਆਪਸ 'ਚ ਕੰਮ ਹੋ ਜਾਂਦਾ ਸੀ, ਐਜ਼ ਐਨ ਐਡਮਿਨਿਸਟ੍ਰੇਟਰ ਜਿਹੜੀ ਹੈ ਬਹੁਤ ਵੱਡੀ ਪ੍ਰੋਬਲਮ ਆਉਂਦੀ ਸੀ। ਨੰਬਰ 1 ਤੇ ਇਹ ਗੱਲ ਹੈ। ਨੰਬਰ 2 ਜਿਹੜਾ ਕੋਈ ਵੀ ਨਵੀਂ ਚੀਜ਼ ਜਿਹੜੀ ਹੈ ਪੈਦਾ ਕਰਨ ਵਾਸਤੇ ਜਿਹੜਾ ਨਾ ਸਾਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਏਗਾ। ਜੇਕਰ ਇਹ 2 ਕੈਟੇਗਰੀ ਬਣਾਉਣੀਆਂ ਪਈਆਂ ਕਿ ਜਿਹੜੇ ਵੱਡੇ ਕਾਲਜ ਸਾਨੂੰ ਅਫੋਰਡ ਕਰਦੇ ਸਨ, ਲੇਕਿਨ ਛੋਟੇ ਕਾਲਜ ਜਿਹੜੇ ਸਾਨੂੰ ਮਾਰ ਖਾ ਜਾਂਦੇ ਸਨ, ਫਿਰ ਉਹ A-B ਕੈਟੇਗਰੀ ਜ਼ੋਨ ਬਣਾਉਣੇ ਪਏ। ਸੋ ਥੀਏਟਰ ਦੀ ਡਿਵੈਲਪਮੈਂਟ ਹੋਈ ਹੈ, ਭਾਵੇਂ ਜੱਜਿਸ 3 ਹੋਣ ਤੇ ਭਾਵੇਂ 5 ਹੋਣ, ਭਾਵੇਂ ਇਕੱਠੇ ਬੈਠਣ ਤੇ ਭਾਵੇਂ ਦੂਜੇ ਬੈਠਣ, ਲੇਕਿਨ ਮੈਂ ਕਮਰਸ਼ੀਅਲ ਡਾਇਰੈਕਟਰਾਂ ਦੇ ਹੱਕ 'ਚ ਹੁੰਦਾ ਸੀ, ਪਰ ਕਮਰਸ਼ਲਾਈਜੇਸ਼ਨ ਨੂੰ ਰੋਕਣ ਵਾਸਤੇ ਵੀ ਨਾਲ ਜਿਹੜੇ ਸਨ ਯਤਨ ਕਰਨੇ ਪੈਂਦੇ ਸਨ। ਸੋ ਇਸ ਕਰਕੇ ਸਾਨੂੰ ਪਾਰਟਿਕੂਲਰ ਹੋਣ ਦੀ ਲੋੜ ਆ। ਥੈਂਕ ਯੂ ਜੀ ਜੀ ਬਿਲਕੁਲ, ਥੈਂਕ ਯੂ ਸਰ, ਥੈਂਕ ਯੂ। ਲੋ ਨਿਰਮਲ, ਅੱਜ ਬੜੀਆਂ ਸੋਹਣੀਆਂ ਗੱਲਾਂ ਹੋਈਆਂ। ਕਿਸੇ ਦਾ ਹੋਰ ਮਾਈਕ ਬੰਦ ਕਰ ਲਓ ਵੀ ਕਿਸੇ ਦਾ ਚੱਲ ਰਿਹਾ ਜੀ। ਬਹੁਤ ਸੋਹਣੀਆਂ ਗੱਲਾਂ ਹੋਈਆਂ। ਮੇਰਾ ਖਿਆਲ ਹੈ ਕਿ ਇੰਨੀਆਂ ਸੋਹਣੀਆਂ ਯੂਥ ਫੈਸਟੀਵਲ ਦੇ ਹਵਾਲੇ ਨਾਲ ਗੱਲਾਂ ਸ਼ਾਇਦ ਪਹਿਲਾਂ ਕਦੀ ਕਿਸੇ ਸੈਮੀਨਾਰ 'ਚ ਵੀ ਨਹੀਂ ਹੋਈਆਂ। ਨਹੀਂ ਹੋਈਆਂ ਬੜੀਆਂ ਕੰਪੈਕਟ ਗੱਲਾਂ, ਕਿਉਂਕਿ ਉੱਥੇ ਰੌਲਾ ਤੇ ਪੈ ਸਕਦਾ ਵਾ, ਪਰ ਇੰਨੀਆਂ ਵਧੀਆ ਗੱਲਾਂ ਨਹੀਂ ਵੀ ਜਿਹੜੀਆਂ ਕੋਈ ਵਾਕਿਆ ਹੀ ਕਿਸੇ ਕੋਈ ਅਸੀਂ ਪਹੁੰਚ ਸਕੀਏ ਕਿਸੇ ਨਿਸ਼ਾਨੇ ਤੇ ਵੀ ਆਹ ਕੰਮ ਕਰਨਾ। ਔਰ ਜਿਹੜੀ ਗੱਲ ਕੇਵਲ ਦੀ ਜਿਹੜੀ ਗੱਲ ਡਾਕਟਰ SP ਸਿੰਘ ਜੀ ਨੇ ਕਹੀ ਆ, ਇਹਦੇ ਤੇ ਸਾਨੂੰ ਬਹੁਤ ਗੰਭੀਰਤਾ ਨਾਲ ਸੋਚਣਾ ਪਊਗਾ ਕਿ ਜਿਹੜੀ ਕਮਰਸ਼ੀਅਲਾਈਜੇਸ਼ਨ ਵੱਧ ਗਈ ਨਾ, ਪੈਕੇਜ ਜਿਹੜੇ ਵੱਧ ਗਏ, ਪੈਕੇਜ ਹੁਣ ਵੀ ਆ, ਮਤਲਬ ਕਿ ਇੰਨੇ ਪੈਸੇ ਥੀਏਟਰ ਦੇ, ਡਾਂਸ ਦੇ, ਸੰਗੀਤ ਦੇ, ਵਿਰਾਸਤੀ ਕਲਾਵਾਂ ਦੇ, ਮਤਲਬ ਕਿ ਉਹਨਾਂ ਨੇ ਵਪਾਰ ਕਿਸਮ ਦਾ ਜਿਹੜਾ ਬਣਾ ਲਿਆ। ਇਹ ਲੜਾਈ ਦਾ ਕਾਰਨ ਵੀ ਹੋਈ ਆ ਕਿ ਕਦੇ ਕੋਈ ਟੀਚਰ ਆਪਦੇ ਸਟੂਡੈਂਟ ਨੂੰ ਇਹ ਨਹੀਂ ਕਹਿੰਦਾ ਕਿ ਜੇ ਤੇਰੀ ਪੋਜੀਸ਼ਨ ਨਹੀਂ ਆਈ ਤਾਂ ਤੂੰ ਰੌਲਾ ਪਾ। ਕਦੇ ਕੋਈ ਟੀਚਰ ਨਹੀਂ ਕਹਿੰਦਾ, ਮੈਂ ਇਸ ਗੱਲ ਦੀ ਜ਼ਿੰਮੇਵਾਰੀ ਲੈਣਾ। ਲੇਕਿਨ ਜਿਹੜੇ ਬੰਦੇ ਦੀ ਕਮਰਸ਼ੀਅਲ ਪਿੱਛੇ ਸੋਚ ਆ, ਜਿਹਨੇ 50,000 ਰੁਪਇਆ ਪਹਿਲਾਂ ਐਡਵਾਂਸ ਲਿਆ, 50 ਰਹਿੰਦਾ, ਉਹਨੇ ਪਿਛਲਾ 50 ਲੈਣ ਲਈ ਕੋਈ ਨਾ ਕੋਈ ਬਹਾਨਾ ਤਾਂ ਲੱਭਣਾ। ਉਹ ਜੱਜਾਂ ਦੇ ਵੀ ਸਾਡੇ ਨਾਲ ਧੱਕਾ ਹੋ ਗਿਆ, ਉਹ ਲੜਾਈ ਦਾ ਕਾਰਨ ਬਣਦੀ। ਮੇਰਾ ਖਿਆਲ ਇਹ ਮਸਲਾ ਉਦੋਂ ਹੱਲ ਹੋਏਗਾ ਜਦੋਂ ਇਹ ਕਾਲਜਾਂ ਵਾਲੇ ਡਰਾਮਾ ਟੀਚਰ ਆਪਣੇ ਕੋਲ ਰੱਖ ਲੈਣਗੇ ਕਿਸੇ ਬਿਲਕੁਲ ਉਹ ਜਿਹੜੇ ਟੀਚਰ ਹੈ ਉਹ ਉਸ ਫੀਲਡ ਦੇ ਹੋਣ, ਬਾਹਰਲਾ ਬੰਦਾ ਕੋਈ ਤਿਆਰ ਨਾ ਕਰਾਵੇ, ਤੇ ਫਿਰ ਇਹ ਮਸਲੇ ਨਹੀਂ ਹੋਣਗੇ। ਫਿਰ ਮਸਲੇ ਅਦਰਵਾਈਜ਼ ਤਾਂ ਨਾਟਕ ਕਰਵਾਉਣ ਲਈ ਲੱਖ ਰੁਪਈਆ 2 ਲੱਖ ਰੁਪਈਆ ਲੈਣਾ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਮੈਂ ਸਮਝਦਾ ਬਹੁਤ ਥੋੜਾ ਵਾ। ਜੇਕਰ ਕੋਈ ਪ੍ਰੋਫੈਸਰ 2-2.5 ਲੱਖ ਰੁਪਈਆ ਉੱਥੇ 4-3 ਕਲਾਸਾਂ ਲੈਣ ਦਾ ਲੈ ਲੈਂਦੇ ਨੇ, ਹੈ ਨਾ, ਤੇ ਉੱਥੇ ਤੇ ਉਹ ਤੇ 2-2 ਮਹੀਨੇ ਇੰਨੀ ਸਾਰੀ ਕਰਾਉਂਦੇ ਆ ਡਾਇਰੈਕਟਰ। ਕੇਵਲ ਇਹ ਗੱਲ ਜਿਹੜੀ ਹੈ 15 ਸਾਲ 20 ਸਾਲ ਪੁਰਾਣੇ ਅਮਾਉਂਟ ਦੀ ਗੱਲ ਮੈਂ ਕਰ ਰਿਹਾ। ਇਸ ਵੇਲੇ ਕੀ ਅਮਾਉਂਟ ਹੈ ਉਹਦੇ ਬਾਰੇ ਮੈਨੂੰ ਨਹੀਂ ਪਤਾ, ਲੇਕਿਨ ਦੇਖੋ ਜਿਹੜੀ ਗੱਲ ਬਿਲਕੁਲ ਸਪਸ਼ਟ ਹੋਣ ਦੀ ਗੱਲ ਹੈ ਕਿ ਕਾਲਜਾਂ ਨੇ ਇੱਕ ਠੇਕਾ ਸ਼ੁਰੂ ਕਰਤਾ ਕਿ ਤੁਸੀਂ ਜੇਕਰ ਜ਼ੋਨਲ ਜਿਹੜਾ ਜਿੱਤ ਜਾਓਗੇ ਤੇ ਫਿਰ ਤੁਹਾਨੂੰ ਇੰਨੇ ਪੈਸੇ ਮਿਲਣਗੇ, ਜੇ ਤੁਸੀਂ ਇੰਟਰ ਜ਼ੋਨਲ ਜਿੱਤ ਜਾਓਗੇ ਫਿਰ ਇੰਨੇ ਪੈਸੇ ਮਿਲਣਗੇ, ਜੇ ਤੁਸੀਂ ਇੰਟਰਵਰਸਿਟੀ ਨਾਰਥਰਨ ਜ਼ੋਨ ਜਾਓਗੇ ਤਾਂ ਫਿਰ ਇੰਨੇ ਮਿਲ ਜਾਣਗੇ। ਉਹਦੇ ਨਾਲ ਇੱਕ ਦੌੜ, ਬੜੀ ਗੰਦੀ ਦੌੜ ਪੈਦਾ ਹੋ ਗਈ ਸੀ। ਇਹ ਨਿਰਮਲ ਜੋੜਾ ਨੂੰ ਇਹ ਪਤਾ ਹੈ ਕਿ ਜਦੋਂ ਪੰਜਾਬ ਯੂਨੀਵਰਸਿਟੀਆਂ ਦੇ ਵਿੱਚ ਜਦੋਂ ਜ਼ੋਨਲ ਨਾਰਥ ਜ਼ੋਨ ਜਾਂ ਆਲ ਇੰਡੀਆ ਯੂਥ ਫੈਸਟੀਵਲ ਹੁੰਦੇ ਨੇ, ਉੱਥੇ ਵੀ ਕੀ ਕੁਝ ਚੱਲਦਾ, ਲੇਕਿਨ ਉਹਨੂੰ ਚੈੱਕ ਕਰਨ ਲਈ ਜਿਹੜਾ ਹੈ ਉਹ ਇਹ ਜ਼ਰੂਰੀ ਹੋ ਜਾਂਦਾ ਹੈ। ਇਹ ਬੇਇਤਬਾਰੀ ਵਾਲੀ ਗੱਲ ਨਹੀਂ ਹੈ। ਇਹਦੇ ਵਿੱਚ ਹਰ ਇੱਕ ਦੀ ਆਪਣੀ ਆਪਣੀ ਜਿਹੜੀ ਹੁੰਦੀ ਹੈ। ਮੈਂ ਵੀ ਜੱਜਿਸ ਵਿੱਚ ਬੈਠਾ ਰਿਹਾ, ਮੇਰੇ ਨਾਲ ਜਦੋਂ ਸੀਨੀਅਰ ਕੋਈ ਆ ਕੇ ਬਹਿੰਦਾ ਸੀ ਥੀਏਟਰ ਦਾ, ਤੇ ਮੈਂ ਉਹਦੇ ਇਨਫਲੂਐਂਸ ਵਾਲਾ ਫੈਸਲਾ ਕਰ ਦਿੰਦਾ ਸੀ, ਅਨਵਿਲਿੰਗਲੀ ਮੈਂ ਕਰ ਲੈਂਦਾ ਹੁੰਦਾ ਸੀ। ਪਰ ਉਹਦੇ ਪਿੱਛੇ ਜਿਹੜਾ ਨਿਰਮਲ ਉਹਨਾਂ ਨੇ ਕਿਹਾ ਜੀ ਇੱਕ ਸੀਨੀਅਰ ਇੱਕ ਜੂਨੀਅਰ,
ਜੂਨੀਅਰ ਜਿਹੜਾ ਸਾਈਕੋਲੋਜੀਕਲੀ ਭਾਵੇਂ ਨਾ ਵੀ ਕਵੇ ਉਹ ਸੀਨੀਅਰ ਨੂੰ ਅਸੈਪਟ ਕਰ ਜਾਂਦਾ, ਉਹਨੂੰ ਨਹੀਂ ਉਹਨੂੰ ਮਨਾ ਕਰਨਾ ਪੈਂਦਾ। ਮੈਂ ਜੇ ਜੱਜਮੈਂਟ ਤੇ ਬੈਠਾ ਹੋਵਾਂ ਮੈਂ ਤਾਂ ਨਹੀਂ ਸੀਨੀਅਰ ਨੂੰ ਐਕਸੈਪਟ ਕਰਨ ਦਿੰਦਾ। ਗੱਲ ਨਾ ਤੂੰ ਸੀਨੀਅਰ ਨੂੰ ਕਰਦਾ ਨਹੀਂ, ਤੂੰ ਗੱਲ ਸੁਣ ਨਿਰਮਲ, ਆਪਣਾ ਕੇਵਲ ਤੂੰ ਜਦੋਂ ਸੀਨੀਅਰ ਨਹੀਂ ਸੀ ਉਦੋਂ ਮਤਲਬ ਜਿਹੜਾ ਤੂੰ ਇਸ ਕਰਕੇ ਨਹੀਂ ਸੀ ਉਹਦੇ ਚ ਆਉਂਦਾ ਕਿਉਂਕਿ ਤੂੰ ਆਪ ਡਾਇਰੈਕਸ਼ਨ ਦਿੰਦਾ ਸੀ ਕਾਲਜ। ਜੀ ਜੀ, ਇਸ ਕਰਕੇ ਉਹਦੇ ਇੰਟਰਸਟ ਜਿਹੜੇ ਨੇ ਹੋ ਜਾਂਦੇ ਨੇ। ਕਿਸੇ ਦੀ ਉੱਥੇ ਬੀਬੀ ਹੋ ਸਕਦੀ ਹੈ, ਕਿਸੇ ਦਾ ਦੂਜਾ ਹੋ ਸਕਦਾ ਹੈ। ਔਰ ਮਤਲਬ ਤੁਹਾਨੂੰ ਮੈਂ ਹੁਣ ਨਾਮ ਹੀ ਲੈ ਕੇ ਦੱਸ ਦਿੰਦਾ, ਇਹ ਭਾਰਤੀ ਜਿਹੜੀ ਅੱਜ ਕੱਲ੍ਹ TV ਸੀਰੀਅਲ 'ਚ ਬੜੀ ਹੋਈ ਹੈ ਪਪੂਲਰ, ਭਾਰਤੀ ਨੂੰ BBK DAV ਕਾਲਜ ਵਾਲਿਆਂ ਨੇ ਜਿਹੜਾ ਹੈ ਉਹ ਇੱਕ ਡਿਪਲੋਮੇ ਜਿਹੇ 'ਚ ਸਟੂਡੈਂਟ ਬਣਾ ਲਿਆ, ਨਾਲ ਉਹ ਦੂਜੇ ਪਾਸੇ ਉਹਨੂੰ ਜਿਹੜਾ ਕੋਈ ਟੀਚਿੰਗ ਕੋਈ ਨਹੀਂ, ਉਹ ਦੂਜੇ ਪਾਸੇ ਉਹਨੂੰ ਐਜ਼ ਅ ਟੀਚਰ ਪੈਸੇ ਦੇ ਦਿੱਤੇ। ਇਹ ਉਹ ਕੁਝ ਵੀ ਚੱਲਦਾ ਰਿਹਾ ਔਰ ਲੋੜ ਤੋਂ ਵੱਧ। ਹਾਂਜੀ, ਇਹ ਅੱਜ ਕੱਲ੍ਹ ਵੀ ਸਰ ਕਈ ਗੱਲਾਂ ਸਾਹਮਣੇ ਆ ਜਾਂਦੀਆਂ ਜੀ, ਇਹ ਗੱਲਾਂ ਸਾਹਮਣੇ ਆਉਂਦੀਆਂ ਬੜੀ ਮੁਸ਼ਕਲ ਹੋ ਜਾਂਦੀ ਹੈ। ਪੈਕੇਜ ਨਿਰਮਲ ਸਾਹਿਬ ਪਹਿਲੇ ਸਮਿਆਂ 'ਚ ਬੜੇ ਦੂਰ ਤੱਕ ਪਹੁੰਚਦੇ ਰਹੇ ਸੀਗੇ। ਹਾਂ, ਮੈਂ ਕਿਹਾ ਹੁੰਦਾ ਉਹਨੂੰ ਪਤਾ ਨਹੀਂ। ਜੀ, ਮੈਂ ਜੋੜਾ ਸਾਹਿਬ ਨੂੰ ਪੁੱਛਣਾ ਚਾਹੁੰਦਾ। ਜੋੜਾ ਸਾਹਿਬ ਤੁਸੀਂ ਸਿਰਫ ਡਾਇਰੈਕਟਰ ਯੂਥ ਵੈਲਫੇਅਰ ਨਹੀਂ ਹੋ, ਹੈ ਨਾ, ਸਾਡੇ ਪਿਆਰੇ ਨਾਟਕਕਾਰ ਵੀ ਹੋ, ਰੰਗਕਰਮੀ ਵੀ ਹੋ। ਮੈਨੂੰ ਲੱਗਦਾ ਯੂਥ ਫੈਸਟੀਵਲ ਦਾ ਟੌਪਿਕ ਜਿੰਨਾ ਡਿਸਕਸ ਹੋਣਾ ਚਾਹੀਦਾ ਸੀ ਹੋ ਚੁੱਕਾ ਹੈ। ਮੈਨੂੰ ਤੁਸੀਂ ਇਹ ਦੱਸੋ ਕਿ ਹੁਣ ਨਵਾਂ ਕੀ ਲਿਖ ਰਹੇ ਹੋ ਤੁਸੀਂ, ਕਿਹੜਾ ਨਾਟਕ ਲਿਖ ਰਹੇ ਹੋ ਨਵਾਂ, ਤੇ ਕਿਸ ਵਿਸ਼ੇ ਤੇ ਲਿਖ ਰਹੇ ਹੋ, ਤੇ ਕਦੋਂ ਅਸੀਂ ਉਮੀਦ ਕਰੀਏ ਕਿ ਨਵਾਂ ਨਾਟਕ ਸਾਡੇ ਸਾਹਮਣੇ ਨਿਰਮਲ ਜੋੜਾ ਨਾਟਕਕਾਰ ਦਾ ਜਿਹੜਾ ਨਾਟਕ ਉਹ ਆ ਰਿਹਾ, ਇਹ ਦੱਸੋ। ਬਿਲਕੁਲ ਜੀ ਸਾਹਿਬ ਜੀ, ਮੈਂ ਹੁਣ ਲਾਕਡਾਊਨ ਦੇ ਦੌਰਾਨ ਕੰਮ ਥੋੜਾ ਜਿਹਾ ਕਰ ਰਿਹਾ ਸ਼ਹੀਦ ਊਧਮ ਸਿੰਘ ਤੇ, ਮਤਲਬ ਬਹੁਤ ਸਾਰੇ ਨਾਟਕ ਵੈਸੇ ਪਹਿਲਾਂ ਲਿਖਿਆ ਪਰ ਮੈਂ ਉਹਨੂੰ ਕਿਸੇ ਹੋਰ ਐਂਗਲ ਤੋਂ ਮਤਲਬ ਚਾਹਣਾ ਹੈ ਕਿ ਸ਼ਹੀਦ ਊਧਮ ਸਿੰਘ ਬਾਰੇ ਮੈਂ ਇੱਕ ਨਾਟਕ ਹੈ ਜਿਹੜਾ ਉਹ ਸ਼ੁਰੂ ਕੀਤਾ ਹੋਇਆ। ਔਰ ਦੂਸਰਾ ਮੈਂ ਇਹ ਲਾਕਡਾਊਨ ਦੀ ਸਾਰੀ ਸਥਿਤੀ ਨੂੰ ਵੀ ਮਤਲਬ ਇੱਕ ਕਿਤਾਬ ਦੇ ਰੂਪ ਦੇ ਵਿੱਚ, ਉਹ ਬੇਸ਼ੱਕ ਨਾਟਕ ਨਹੀਂ ਹੋਊਗਾ ਪਰ ਉਹ ਥੀਏਟਰੀਕਲ ਕਿਤਾਬ ਹੋਊਗੀ। ਮੈਂ ਉਹ ਚਾਹਣਾ ਕਿ ਉਹ ਮੈਂ ਮਤਲਬ ਕੰਮ ਮੈਂ ਨਾਲ ਦੀ ਨਾਲ ਕਰਦਾ ਰਿਹਾ ਬੈਠਾ, ਤੇ ਉਹਨੂੰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਕੁ ਟਾਈਮ ਮੈਂ ਕਰ ਸਕਿਆ ਮੈਂ ਤੁਹਾਨੂੰ 2 ਕਿਤਾਬਾਂ ਜਿਹੜੀਆਂ ਉਹ ਜਲਦੀ ਦੇਵਾਂਗਾ। ਮਤਲਬ ਕੀ ਬਾਤ ਹੈ, ਬਹੁਤ ਵਧੀਆ ਨਿਰਮਲ, ਬਹੁਤ ਸੋਹਣੀਆਂ ਗੱਲਾਂ। ਕਿਉਂਕਿ ਉਦਾਂ ਅਸੀਂ 1 ਘੰਟਾ ਗੱਲਾਂ ਕਰਦੇ, ਅੱਜ ਸਾਡੇ ਕੋਲ 1 ਘੰਟਾ 20 ਮਿੰਟ ਹੋ ਗਏ ਆ ਤੇ ਦਿਲ ਕਰ ਰਿਹਾ ਵੀ ਹੋਰ ਗੱਲਾਂ ਕਰੀਏ, ਪਰ ਬਹੁਤ ਵਧੀਆ ਤੇ ਮੇਰੇ ਖਿਆਲ ਬੜੀਆਂ ਸਾਰਥਕ ਗੱਲਾਂ ਹੋਈਆਂ। ਔਰ ਇਹਨਾਂ ਗੱਲਾਂ ਦੇ ਸਾਰਥਕ ਸਿੱਟੇ ਵੀ ਨਿਕਲਣਗੇ ਯੂਥ ਫੈਸਟੀਵਲ ਦੇ ਲਿਹਾਜ਼ ਨਾਲ ਵੀ ਤੇ ਸਾਡੀ ਆਪਣੀ ਕ੍ਰੀਏਟੀਵਿਟੀ ਦੇ ਲਿਹਾਜ਼ ਨਾਲ ਵੀ, ਜਿਹੜੇ ਕਿ ਉਹ ਸਾਰਥਕ। ਸੋ ਬਹੁਤ ਸ਼ੁਕਰੀਆ ਨਿਰਮਲ, ਤੁਸੀਂ ਵੀ ਟਾਈਮ ਕੱਢਿਆ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ, ਤੁਸੀਂ ਸਾਡੀਆਂ ਸਾਰੀਆਂ ਗੱਲਾਂ ਸੁਣੀਆਂ। ਹਾਲਾਂਕਿ ਯੂਥ ਫੈਸਟੀਵਲ ਦੀ ਬਹਿਸ ਕਦੀ ਖਤਮ ਨਹੀਂ ਹੁੰਦੀ ਕਿਉਂਕਿ ਇਹ 'ਚ ਨਵਾਂ ਕੁਝ ਜੁੜਦਾ ਰਹੇਗਾ, ਨਵੀਆਂ ਚੀਜ਼ਾਂ ਰਹਿਣਗੀਆਂ ਤੇ ਬਹਿਸ ਚਲੋ ਇੱਕ ਡਾਇਲੌਗ ਖਤਮ ਵੀ ਨਹੀਂ ਹੋਣਾ ਚਾਹੀਦਾ, ਅੱਗੇ ਤੋਂ ਅੱਗੇ ਤੁਰਨਾ ਚਾਹੀਦਾ। ਸੋ ਬਹੁਤ ਸ਼ੁਕਰੀਆ। ਕੱਲ ਆਪਾਂ ਫੇਰ ਮਿਲਾਂਗੇ 5 ਤੋਂ 6 ਵਜੇ। ਗੁਲਸ਼ਨ ਢੀਂਗਰਾ ਦੇ ਨਾਲ ਅਸੀਂ ਗੱਲਾਂ ਕਰਾਂਗੇ, UK ਦੇ ਵਿੱਚ, ਇੰਗਲੈਂਡ ਦੇ ਵਿੱਚ। ਉਹ ਇੱਥੋਂ ਗਿਆ ਹੋਇਆ, ਬਹੁਤ ਵਧੀਆ ਐਕਟਰ ਹੈ ਮੁੰਡਾ, ਉੱਥੇ ਕੰਮ ਕਰ ਰਿਹਾ। ਕੱਲ ਅਸੀਂ ਉਹਦੇ ਨਾਲ ਗੱਲਾਂ ਕਰਾਂਗੇ, ਪਰਸੋਂ ਅਸੀਂ ਨਿਰਮਲ ਰਿਸ਼ੀ ਹੋਰਾਂ ਨਾਲ ਗੱਲਾਂ ਕਰਾਂਗੇ। ਬਹੁਤ ਸ਼ੁਕਰੀਆ। ਥੈਂਕ ਯੂ।